हाँ जी विद्यार्थियों, तो जमात 10वीं वालिਆਂ ਦਾ ਹੈਗਾ ਵਾ ਹੁਣ ਗਣਿਤ ਦਾ ਪੇਪਰ ਯਾਨੀ ਕਿ ਮੈਥ ਦਾ ਪੇਪਰ 22 ਜਨਵਰੀ ਨੂੰ। ਤਾਂ ਇਸ ਵੀਡੀਓ ਦੇ ਵਿੱਚ ਸਾਡੇ ਕੋਲ ਇੱਕ ਇਹ ਪ੍ਰਸ਼ਨ ਪੱਤਰ ਆ ਪ੍ਰੀ ਬੋਰਡ ਐਗਜ਼ਾਮ 2024 ਦਾ ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਨੇ। ਅਸੀਂ ਪੂਰਾ ਹੀ ਪੇਪਰ ਇਹ ਸੋਲਵ ਕਰ ਲਿਆ ਵਾ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ 10th ਮੈਥ ਪ੍ਰੀ ਬੋਰਡ ਐਗਜ਼ਾਮ 2024 ਸਾਰੇ ਹੀ ਆਨਸਰ MCQ ਟਰੂ ਫਾਲਸ ਵੱਡੇ ਕੁਐਸਚਨ ਛੋਟੇ ਕੁਐਸਚਨ ਸਾਰੇ, ਠੀਕ ਹੈ ਜੀ, ਕੋਈ ਵੀ ਛੱਡਿਆ ਨਹੀਂ ਹੈਗਾ। ਤਾਂ ਚਲੋ ਦੋਸਤੋ ਤੁਹਾਡੀ ਪੂਰੀ ਅਸੀਂ ਜਿਹੜੀ ਹੈਗੀ ਤਿਆਰੀ ਕਰਾ ਦਿੰਦੇ ਆ। ਤਾਂ ਇਹ ਦੇਖ ਲਓ ਜਿਹੜਾ ਤੁਹਾਡੇ 10ਵੀਂ ਜਮਾਤ ਦਾ ਮੈਥ ਦਾ ਪੇਪਰ ਆ ਇਹ 80 ਨੰਬਰ ਦਾ ਪੇਪਰ ਆਏਗਾ। 3 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਸਭ ਤੋਂ ਪਹਿਲਾਂ ਆਪਾਂ ਭਾਗ ਊੜਾ ਜਿਹੜਾ ਹੈਗਾ ਵਾ ਦੇਖ ਲੈਂਦੇ ਆ। ਹਰੇਕ ਪ੍ਰਸ਼ਨ 1 ਅੰਕ ਦਾ ਹੈਗਾ। ਪਹਿਲਾ ਪ੍ਰਸ਼ਨ ਦਿੱਤੇ ਗਏ ਜਿਹੜੇ ਹੈਗੇ ਗੁਣਨਖੰਡ ਰੂਪ ਵਿੱਚ ਅਗਿਆਤ ਸੰਖਿਆ ਕੀ ਹੋਵੇਗੀ, ਜਿਵੇਂ ਕਿ ਤੁਹਾਡਾ ਇਹ ਦਿੱਤਾ ਹੋਇਆ ਵਾ ਕੁਐਸਚਨ ਮਾਰਕ ਇੱਥੇ ਕੀ ਆਵੇਗਾ। ਇੱਥੇ ਆਪਸ਼ਨਾਂ ਵੀ ਦਿੱਤੀਆਂ ਹੋਈਆਂ ਨੇ। ਆਪਾਂ ਚੱਲਦੇ ਹਾਂ ਸੋਲੂਸ਼ਨ ਵੱਲ। ਤਾਂ ਦੇਖੋ ਇਹਨਾਂ ਨੇ ਕਿਸ ਤਰ੍ਹਾਂ ਦੱਸਿਆ ਹੋਇਆ ਵਾ। ਪਹਿਲੇ ਦਾ ਜਿਹੜਾ ਹੈਗਾ ਦੋਸਤੋ ਤੁਹਾਡਾ C ਆਪਸ਼ਨ ਆ ਜਾਏਗਾ, ਯਾਨੀ ਕਿ 9। ਤਾਂ ਦੇਖੋ ਗੁਣਨਖੰਡ ਰੁੱਖ ਤੋਂ ਭਾਵ ਹੈ ਫੈਕਟਰ ਟਰੀ, ਠੀਕ ਹੈ, ਅਤੇ ਇਸ ਅਗਿਆਤ ਸੰਖਿਆ ਨੂੰ ਜਿਹੜਾ ਹੈਗਾ ਵਾ ਅਨਨੋਨ ਨੰਬਰ ਪਤਾ ਕਰਨਾ ਹੈ ਇਸ ਦੇ ਵਿੱਚ, ਠੀਕ ਹੈ ਜੀ। ਜਿਵੇਂ ਕਿ ਦੋਸਤੋ ਆਹ ਜਿਹੜਾ ਤੁਹਾਡਾ ਦਿੱਤਾ ਹੋਇਆ ਵਾ ਕਿ ਬਈ ਜਿਹੜਾ ਇਹ ਤੇ ਆਹ ਵਾਲੀ ਵੈਲਿਊ ਦਿੱਤੀ ਹੋਈ ਆ, ਆਪਾਂ ਇਹ ਵਾਲੀ ਜਿਹੜੀ ਹੈਗੀ ਫਾਈਂਡ ਕਰਨੀ ਸੀ। ਤਾਂ ਦੇਖੋ ਦੋਸਤੋ ਇੱਥੇ ਜਿਹੜਾ ਹੈਗਾ 27 ਦਿੱਤਾ ਹੋਇਆ ਵਾ, ਤਾਂ 27 ਕਿਵੇਂ ਆਊਗਾ, ਤੇ 3 ਵੀ ਦਿੱਤਾ ਹੋਇਆ ਵਾ, ਠੀਕ ਹੈ ਜੀ। 27 ਨੂੰ ਜਿਹੜਾ ਹੈਗਾ ਵਾ ਦੋਸਤੋ ਆਪਾਂ ਜਿਹੜਾ ਹੈਗਾ ਵਾ ਜਦੋਂ 9 ਨਾਲ ਮਲਟੀਪਲਾਈ ਕਰਾਂਗੇ 3 ਨੂੰ, ਠੀਕ ਹੈ ਜੀ, ਤਾਂ ਫਿਰ 27 ਆ ਜਾਊਗਾ, ਠੀਕ ਹੈ। ਤਾਂ ਆਪਾਂ ਨੂੰ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ, ਜਿਵੇਂ ਕਿ ਆ ਦੇਖੋ 27 ਕਿਹਨੂੰ ਗੁਣਾ ਕਰਕੇ ਬਣੂਗਾ, ਠੀਕ ਹੈ। ਤਾਂ ਦੋਸਤੋ 3 ਇੰਟੂ ਜਿਹੜਾ ਹੈਗਾ ਜਾਂ ਫਿਰ 9 ਇੰਟੂ 3 ਨੂੰ ਕਰਾਂਗੇ ਤਾਂ ਫਿਰ 27 ਆ ਜਾਏਗਾ, ਠੀਕ ਹੈ ਜੀ। ਜਾਂ ਫਿਰ ਅਦਰ ਮੈਥਡ ਦੇਖ ਲਓ ਇੱਕ ਹੋਰ, ਜਿਵੇਂ ਕਿ ਤੁਹਾਡਾ ਇਹ ਦਿੱਤਾ ਹੋਇਆ ਗੁਣਨਖੰਡ ਰੁੱਖ ਦੇ ਵਿੱਚ ਆਹ ਤੁਹਾਡਾ ਦਿੱਤਾ ਹੋਇਆ ਵਾ 3 3, ਠੀਕ ਹੈ। ਤਾਂ ਇਸ ਨੂੰ ਵੀ ਜਿਹੜਾ ਅਗਰ ਤੁਸੀਂ ਮਲਟੀਪਲਾਈ ਕਰੋਗੇ ਤਾਂ ਫਿਰ ਜਿਹੜਾ ਹੈਗਾ ਤੁਹਾਡਾ ਇਹ 9 ਬਣ ਜਾ ਰਿਹਾ ਵਾ, ਠੀਕ ਹੈ। ਤਾਂ ਚਲੋ ਆਪਾਂ ਤੁਹਾਨੂੰ ਦਿਖਾਈ ਦਿੰਦੇ ਹਾਂ ਕਿ ਕਿਵੇਂ। ਆ ਦੇਖੋ ਜਿਹੜਾ ਇਹ ਗੁਣਨਖੰਡ ਰੂਪ ਦਿੱਤਾ ਹੋਇਆ ਵਾ, ਸਭ ਤੋਂ ਪਹਿਲਾ ਤਰੀਕਾ ਤਾਂ ਆਹੀ ਆ। ਦੇਖੋ ਇੱਥੇ 27 ਹੈਗਾ ਨਾ, ਠੀਕ ਹੈ ਜੀ, ਤੇ ਇੱਥੇ 3 ਵੀ ਆ। ਤਾਂ ਦੋਸਤੋ ਆਪਾਂ ਜਿਹੜਾ ਹੈਗਾ ਵਾ ਕਿਹੜੀ ਰਕਮ ਨੂੰ 3 ਨਾਲ ਮਲਟੀਪਲਾਈ ਕਰੀਏ ਕਿ ਜਿਹੜਾ ਹੈਗਾ 27 ਬਣ ਜਾਵੇ। ਤਾਂ 9 ਇੰਟੂ 3 ਕਰਾਂਗੇ ਤਾਂ ਫਿਰ ਜਿਹੜਾ ਹੈਗਾ 27 ਬਣ ਜਾ ਰਿਹਾ ਵਾ। ਤਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ। ਜਾਂ ਫਿਰ ਦੋਸਤੋ ਸਿੱਧਾ ਹੀ, ਜਿਵੇਂ ਕਿ ਇੱਥੇ ਦੇਖ ਲਓ 3 ਇੰਟੂ ਜਿਹੜਾ ਹੈਗਾ ਵਾ 3, ਤਾਂ ਇੱਥੇ ਜਿਹੜਾ ਹੈਗਾ 9 ਤੁਹਾਡਾ ਆ ਜਾਏਗਾ। ਤਾਂ ਇਸ ਲਈ ਜਿਹੜਾ ਹੈਗਾ C ਆਪਸ਼ਨ ਤੁਸੀਂ ਇੱਥੇ ਟਿਕ ਲਾ ਲੈਣਾ ਵਾ। ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ ਕਿ ਜੇਕਰ Px = ax ਦਾ ਸਕੁਅਰ ਪਲੱਸ bx ਪਲੱਸ c ਇੱਕ ਦੋ ਘਾਤੀ ਬਹੁਪਦ ਹੈ ਤਾਂ C/a ਦਾ Px ਦੀਆਂ ਸਿਫਰਾਂ ਨਾਲ ਜਿਹੜਾ ਹੈਗਾ ਵਾ ਕੀ ਸੰਬੰਧ ਹੈ। ਤਾਂ ਦੋਸਤੋ ਇਹਦਾ ਜਿਹੜਾ ਹੈਗਾ ਵਾ ਆਨਸਰ ਕੀ ਆਏਗਾ, D ਆਪਸ਼ਨ, ਯਾਨੀ ਕਿ C/a। ਤਾਂ C/a ਕੀ ਹੋਊਗਾ ਦੋਸਤੋ ਕੁਆਡਰਿਕ ਇਕੁਏਸ਼ਨ ਵਿੱਚ ਦੋਸਤੋ। ਤਾਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਇਹ ਜਿਹੜਾ ਹੈਗਾ ਵਾ ਸਿਫਰਾਂ ਦਾ ਗੁਣਨਫਲ ਜਿਹੜਾ ਹੈਗਾ ਵਾ ਹੁੰਦਾ ਹੈ, ਯਾਨੀ ਕਿ ਪ੍ਰੋਡਕਟ ਆਫ ਜ਼ੀਰੋਸ, ਠੀਕ ਹੈ ਜੀ। ਤਾਂ ਸਿਫਰਾਂ ਦਾ ਜਿਹੜਾ ਹੈਗਾ ਗੁਣਨਫਲ ਇਹ ਤੁਹਾਡਾ ਜਿਹੜਾ ਹੈਗਾ ਰਾਈਟ ਆਨਸਰ ਇੱਥੇ ਆ ਜਾਏਗਾ। ਤੇ C/a ਇੱਥੇ ਜਿਹੜਾ ਹੈਗਾ ਤੁਹਾਡਾ ਇਹ ਵਾਲਾ ਆਪਸ਼ਨ D ਆਪਸ਼ਨ ਕਰੈਕਟ ਹੋ ਜਾਏਗਾ। C/a ਦਾ ਮਤਲਬ ਦੋਸਤੋ ਜਿਹੜਾ ਹੁੰਦਾ ਵਾ ਪ੍ਰੋਡਕਟ ਆਫ ਰੂਟਸ। ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਹੁਣ ਆਪਣਾ ਤੀਸਰਾ ਪ੍ਰਸ਼ਨ ਹੈ, ਤਾਂ ਦੇਖੋ ਦਿੱਤੇ ਚਿੱਤਰ ਵਿੱਚ y = px ਦੇ ਆਲੇਖ ਲਈ ਸਿਫਰਾਂ ਦੀ ਗਿਣਤੀ ਕਿੰਨੀ ਹੋਵੇਗੀ। ਆਹ ਜਿਹੜੀ ਡਾਇਗਰਾਮ ਤੁਹਾਡੀ ਦਿੱਤੀ ਹੋਈ ਆ ਇਹਦੇ ਵਿੱਚ ਕਿੰਨੇ ਸਿਫਰ ਨੇ, ਠੀਕ ਹੈ ਜੀ, ਕਿੰਨੇ ਜਿਹੜੇ ਹੈਗੇ ਆ ਤੁਹਾਡੇ ਸਿਫਰਾਂ ਦੀ ਗਿਣਤੀ ਹੈ। ਤਾਂ ਦੋਸਤੋ ਚਲੋ ਦੇਖ ਲੈਂਦੇ ਆ ਇਸ ਦਾ ਵੀ ਆਨਸਰ ਕੀ ਹੈ। ਤਾਂ ਆ ਰਿਹਾ ਦੋਸਤੋ ਤੀਸਰਾ ਪ੍ਰਸ਼ਨ, ਇਹਦਾ ਹੈਗਾ D ਆਪਸ਼ਨ ਆਏਗਾ 1, ਯਾਨੀ ਕਿ 3 ਨੇ, ਠੀਕ ਹੈ। ਆਲੇਖ ਲਈ ਸਿਫਰਾਂ ਦੀ ਗਿਣਤੀ ਮੀਨ ਦੋਸਤੋ ਨੰਬਰ ਆਫ ਜ਼ੀਰੋਸ ਜਿਹੜੇ ਹੈਗੇ ਕਾਊਂਟ ਕਰਨੀਆਂ ਹਨ, ਠੀਕ ਹੈ ਜੀ, ਨੰਬਰ ਆਫ ਜ਼ੀਰੋ ਕਾਊਂਟ ਕਰਨੀਆਂ ਹਨ ਜਿੱਥੇ ਜਿੱਥੇ ਜਿਹੜਾ ਹੈਗਾ ਵਾ x ਐਕਸਿਸ ਤੇ ਕੱਟ ਰਿਹਾ ਵਾ ਉਹ ਕੀ ਹੈ ਨੰਬਰ ਆਫ ਜ਼ੀਰੋਸ। ਜਿਵੇਂ ਕਿ ਤੁਸੀਂ ਆਹ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜੀ ਹੈਗੀ x ਐਕਸਿਸ ਦੀ ਇਹ ਲਾਈਨ ਆ, ਠੀਕ ਹੈ ਜੀ। ਤਾਂ ਇਹਦੇ ਵਿੱਚ ਜਿਹੜਾ ਹੈਗਾ 1 ਪੁਆਇੰਟ 2 ਪੁਆਇੰਟ 3 ਪੁਆਇੰਟ, ਠੀਕ ਹੈ ਜੀ। ਤਾਂ 3 ਵਾਰੀ ਇਸ ਨੂੰ ਕੱਟ ਰਹੀਆਂ ਹਨ। ਤਾਂ ਇੱਥੇ ਆਪਣੇ ਜਿਹੜੇ ਹੈਗੇ 3 ਪੁਆਇੰਟਸ ਤੇ ਕੱਟ ਰਿਹਾ ਵਾ, ਇਸ ਲਈ ਜਿਹੜਾ ਹੈਗਾ ਆਨਸਰ ਕੀ ਹੈ 3 ਆ ਜਾਏਗਾ। ਤਾਂ ਇੱਥੇ ਜਿਹੜਾ ਹੈਗਾ ਸੀ ਤੁਹਾਨੂੰ ਵੀ ਜਿਹੜਾ ਹੈਗਾ ਵਾ D ਜਿਹੜਾ ਹੈਗਾ ਆਪਸ਼ਨ C ਦਾ ਜਿਹੜਾ ਆਪਣਾ D ਤੇ 3 ਹੀ ਤੁਹਾਨੂੰ ਇੱਥੇ ਲਿਖਾਇਆ ਵਾ। ਤੇ ਇੱਥੇ ਵੀ ਜਿਹੜਾ ਹੈਗਾ ਤੁਸੀਂ ਆਪਣਾ ਜਿਹੜਾ ਹੈਗਾ ਵਾ D ਆਪਸ਼ਨ ਯਾਨੀ ਕਿ 3 ਟਿਕ ਲਾ ਲਵੋ। ਜਿਵੇਂ ਕਿ ਆ ਦੇਖੋ 1 ਪੁਆਇੰਟ ਹੋ ਗਿਆ, ਆ 2 ਹੋ ਗਿਆ ਤੇ ਆਹ 3 ਹੋ ਗਿਆ, ਸਿੰਪਲ। ਉਸ ਤੋਂ ਬਾਅਦ ਹੈ ਆਪਣਾ ਦੋਸਤੋ ਚੌਥਾ ਪ੍ਰਸ਼ਨ, ਸਮੀਕਰਨ x - y = 4 ਅਤੇ x + y = 14 ਦਾ ਹੱਲ ਹੈ। ਤਾਂ ਇਹਦੇ ਵਿੱਚ ਜਿਹੜਾ ਹੈਗਾ ਕਿਹੜਾ ਆਪਸ਼ਨ ਸਹੀ ਹੈ, ਕਮੈਂਟ ਬਾਕਸ ਦੇ ਵਿੱਚ ਜਿਹੜਾ ਹੈਗਾ ਵਾ ਤੁਸੀਂ ਨਹੀਂ ਦੱਸਣਾ ਵਾ, ਅਸੀਂ ਹੀ ਦੱਸਾਂਗੇ, ਠੀਕ ਹੈ ਜੀ। ਤਾਂ ਦੇਖੋ ਇਹਦਾ ਆਨਸਰ ਕੀ ਹੈ, ਚੌਥੇ ਦਾ ਇਹ ਆਪਸ਼ਨ ਆ ਜਾਏਗਾ। ਤਾਂ ਦੇਖੋ ਕੀ ਹੈ, ਸਮੀਕਰਨ x ਦੀ ਵੈਲਿਊ ਜਿਹੜੀ ਹੈਗੀ 9 ਆਈ ਆ, y ਦੀ ਵੈਲਿਊ 5 ਆਈ ਹੈ। ਕਿਵੇਂ ਆਈ ਹੈ ਦੱਸਦੇ ਹਾਂ। ਸਮੀਕਰਨ ਦਾ ਹੱਲ ਦੋਸਤੋ ਪਤਾ ਕਰਨਾ ਹੈ। ਤਾਂ ਦੇਖੋ x - y = 4, x ਪਲੱਸ ਜਿਹੜਾ ਹੈਗਾ ਵਾ x + y = 14। ਤਾਂ ਇੱਥੇ ਜਿਹੜਾ ਹੈਗਾ ਇਹ 2x ਹੋ ਗਿਆ ਤੇ ਇਹ ਤੁਹਾਡਾ ਜਿਹੜਾ ਹੈਗਾ 18 ਹੋ ਗਿਆ। ਉਸ ਤੋਂ ਬਾਅਦ ਦੇਖ ਸਕਦੇ ਹੋ ਦੋਸਤੋ ਕੀ ਹੈ, x = 18 ਵਟੇ ਜਿਹੜਾ ਹੈਗਾ ਵਾ 2, ਤੇ ਇੱਥੇ ਜਿਹੜਾ ਹੈਗਾ x ਦੀ ਵੈਲਿਊ ਕਿੰਨੀ ਆ ਗਈ 9, ਠੀਕ ਹੈ ਜੀ। x ਦੀ ਵੈਲਿਊ ਜਿਹੜੀ ਹੈਗੀ 9 ਆ ਗਈ। ਤੇ ਆਪਾਂ ਨੂੰ ਦੋਸਤੋ ਇਹ ਤਾਂ ਪਤਾ ਹੀ ਸੀਗਾ
कि बई जिहड़ा हैगा वा एक्स प्लस वाई नूं मिला के जिहड़ा हैगा वा 14 है। ठीक है जी, आपां नूं तां पता है कि एक्स प्लस इज इक्वल टू 14 है, तो एक्स की वैल्यू आपां नूं पता लग गई है, तो इहनूं इहदे विच अगर माइनस कर देंगे तो वाई की वैल्यू आ जाएगी सिंपल। ठीक है जी, तो इत्थे देख लो आह आपां नूं 14 दिता ही होया सीगा पहला तो ही, आ देख लो इत्थे। ठीक है जी, 14 टोटल दिता होया वा एक्स प्लस वाई का, तो आपां नूं एक्स की वैल्यू पता लगी सिंपल दोस्तों, इहदे विच 14 विच माइनस कर दो वाई की वैल्यू आ जाएगी, तो एक्स इज इक्वल टू दोस्तों 9 हो गया, तो वाई की वैल्यू जिहड़ी हैगी कितनी आ जाएगी 5, क्योंकि दोस्तों देख जिवें कि 14 दे विच आपां अगर 9 घटा देंगे तो जिहड़ा हैगा वा 5 ही तो आ रहा वा। ठीक है, उस तो बाद दोस्तों देख लियो तुहाडा जिहड़ा हैगा इहदा आंसर आ गया जिहड़ा 5, तो इत्थे जिहड़ा हैगा तुहाडा की आ गया 9 ते अपना 5 इत्थे राइट आंसर हो गया। तो इत्थे जिहड़ा है तुहाडा किहड़ा आंसर है, ए ऑप्शन है, जिवें कि तुसीं आ वाला टिक ला लो, आ देखो 9 ते 5 ए ऑप्शन। अगे अपना हेठ दित्तियां समीकरणों विचों किहड़ी दो घाती समीकरण नहीं है। ठीक है जी, दो घाती समीकरण नहीं है, यह गल पूछी गई आ। तो 5वें प्रश्न का आंसर देख लेने दोस्तों, तो यह है दोस्तों अपना बी ऑप्शन। ठीक है जी, यानी कि 3x माइनस 5 बटे एक्स इज इक्वल टू एक्स का स्क्वेयर। इस विच दसना है कि दोस्तों किहड़ी दो घाती समीकरण नहीं है, मीन क्वाड्रिक इक्वेशन नहीं है। अगे है दोस्तों इन्होंने लिखा कि ऑप्शन बी देखो 3x माइनस 5 बटे एक्स इज इक्वल टू एक्स का स्क्वेयर। तो दोस्तों की है एक्स उपर जाके जिहड़ा हैगा वा x3 जिहड़ा हैगा दोस्तों बन गया, इसलिए दोस्तों जिहड़ा हैगा तुहाडा यह क्वाड्रिक इक्वेशन नहीं है, यानी कि दो घाती समीकरण नहीं है। तो इत्थे जिहड़ा हैगा तुसीं बी ऑप्शन इत्थे टिक ला लेना वा, की ला लेना वा बी ऑप्शन यह वाला। ठीक है जी, तो अगे है दोस्तों अपना जेकर किसी अंग गणितक लड़ी दे पहले n पदा का जोड़फल SN होवे तो उसका nवा पद की होवेगा। ठीक है जी, तो दोस्तों 6वां प्रश्न आ, 6वें प्रश्न का आंसर तुसीं आ देख लो की है, तो बी ऑप्शन आएगा, यानी कि तुहाडा SN माइनस 1। तो देखो किमें आया, तो दोस्तों देखो SN माइनस SN इज इक्वल टू ए जिहड़ा हुंदा वा दोस्तों इहदा फार्मूला वा। ठीक है जी, SN माइनस SN इज इक्वल टू सॉरी माइनस 1 इज इक्वल टू AN। ठीक है जी, तो यह फार्मूला वा, जिमें कि दोस्तों इन्होंने सब तो पहले इतने 2 4 6 वटे दे विच दोस्तों इसका जिहड़ा हैगा 12 ले लिया टोटल करके, उस तो बाद दोस्तों फिर इन्होंने जिहड़ा हैगा 2 4 6 जिहड़ा हैगा वटे दे विच 6 ले लिया इसका हाफ। ठीक है जी, तो इत्थे जिहड़ा हैगा वैल्यूज इत्थे 2 ही लित्तियां, तीसरी नहीं लित्ती। तो दोस्तों इस तो बाद जे गल करिए इत्थे इन्होंने जिहड़ा हैगा 6 इत्थे लिख दिता, तो दोस्तों यह वाला जिहड़ा 6 लिखिया ना इन्होंने वो यही वाला 6 हैगा वा। उस तो बाद दोस्तों देख सकते हो कि इस विच जिहड़े हैगे 3 पदां दा जोड़ है। ठीक है जी, यानी कि S3 है, तो ये विच दोस्तों जिहड़ा हैगा वा इस विच जिहड़ा हैगा दोस्तों 2 पदां दा जोड़ है ये विच, तो इस नूं जिहड़ा हैगा S2 कहने आ। तो देखो S3 माइनस S2 इज इक्वल टू दोस्तों अपना जिहड़ा हैगा वा की है A, हाँ जी A3। ठीक है जी, तो उस तो बाद जिहड़ा हैगा वा हाँ जी A3 आ। ठीक है जी, तो उस तो बाद दोस्तों आह जिहड़ा 3 आ ना, ठीक है जी A3 नहीं दोस्तों कला इत्थे ए दिता होया जे फिलहाल ये जिहड़ा हैगा वा A3 ਇਹਦਾ बारे दिता होया वा इन्होंने। तो देखो दोस्तों ये की है कि आह जिहड़ा 3 है ना, ठीक है जी, तो आह जिहड़ा 3 आ, ठीक है जी, इत्थों क्लीयर है कि AN है स्पर्श रेखा मीन टेंजेंट लाइन। दसो कि स्पर्श रेखा सॉरी आप थल्ले आ गए, इत्थे नहीं होना सीगा, ये तो इत्थे तक ही सीगा। हाँ जी A3 तो इत्थों क्लीयर है कि जिहड़ा हैगा दोस्तों अपना यह तुहाडा फार्मूला ऑफ AN इज इक्वल टू SN माइनस 1। ठीक है जी, तो यह तुहाडा जिहड़ा हैगा इत्थों क्लीयर हो जाता वा कि आह 3 ते आ भी 3 है। तो दोस्तों जिहड़ा हैगा तुहाडा की आ जाएगा AN इज इक्वल टू SN माइनस SN माइनस 1। ठीक है जी, तो इत्थे जिहड़ा हैगा तुहाडा यह वाला जिहड़ा हैगा इन्होंने कर दिता आंसर। दोस्तों इसनूं तुसीं देख सकते हो कि किवें इन्होंने इत्थे यह वाला कढ़िया वा, तुसीं इसनूं आप देख सकते हो। ठीक है जी, उस तो बाद दोस्तों अपना देखो प्रश्न की है कि बई हेठ दित्तियां जिहड़ी कि आकृतियां विचों किहड़ी आकृति चक्कर की स्पर्श रेखा नूं दर्शाउंदी है। तो ये तुहाडे सामने चित्र दिते हुए हैं, तो किहड़ी जिहड़ी हैगी आ चक्कर जिहड़ी आकृति चक्कर स्पर्श रेखा नूं दर्शाउंदी है। तो देखो आंसर दोस्तों इसदा की है 7वें का, तो डी ऑप्शन आ जाएगा आह वाला जिहड़ा तुहाडा वा। ठीक है जी, आह वाली जिहड़ी डायग्राम है बिल्कुल ये हैगी आ। तो देखो स्पर्श रेखा मीन दोस्तों टेंजेंट लाइन, दसो कि स्पर्श रेखा केड़ी है। तो दोस्तों देखो आह जिहड़ी हैगी आ कट नहीं रही है, ये तो बाहरों ही निकल रही है, तो ये नहीं हैगी, गलत है इसलिए। तो दोस्तों आह जिहड़ी दोवें ने यह दोनों विचों दोस्तों जिहड़ी हैगी आ निकल गई है, आह जिहड़ी लाइन है दोनों दे विचों निकल गई है। तो दोस्तों जिहड़ा हैगा वा यह के भी नहीं है। तो दोस्तों अपना ए वाला जिहड़ा हैगा बिल्कुल सही है। तो इत्थे जिहड़ा हैगा अपना किहड़ा ऑप्शन है, यह डी ऑप्शन आ। तो डी ऑप्शन जिहड़ा हैगा बिल्कुल जिहड़ा हैगा तुसीं इत्थे टिक ला लेना वा यह वाला। बाकी यह गलत है, भी गलत है, ये भी गलत है। अगे दोस्तों दिते हुए जिहड़े हैगे अपने इत्थे हाँ जी, और तो नहीं थल्ले इन्होंने कुछ और दिता होया, नहीं जी नहीं।
ਤੇ ਹੁਣ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ ਕਿ ਦਿੱਤੇ ਹੋਏ ਚਿੱਤਰ ਦਾ ਅਧਿਐਨ ਕਰਕੇ ਹੇਠ ਲਿਖਿਆਂ ਵਿੱਚੋਂ ਸਹੀ ਕਥਨ ਜਿਹੜਾ ਹੈਗਾ ਵਾ ਚੁਣੋ। ਇਹਨਾਂ ਦੇ ਵਿੱਚ ਜਿਹੜਾ ਹੈਗਾ ਸਹੀ ਕਥਨ ਕਿਹੜਾ ਹੈਗਾ ਵਾ। ਤਾਂ ਦੋਸਤੋ ਚਲੋ ਆਹ ਡਾਇਗਰਾਮ ਤਾਂ ਤੁਸੀਂ ਦੇਖ ਲਈ ਹੋਣੀ ਹੈ, ਡਾਇਗਰਾਮ ਦੇਖ ਲਓ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ। ਆਹ ਡਾਇਗਰਾਮ ਆ ਤੁਹਾਡੀ, ठीक है जी। जिमें कि दोस्तों ये तुहाडा हैगा वा, तो चलो इसका आंसर देखते हैं कि किमें है। तो यदा आंसर दोस्तों सी ऑप्शन आ जाएगा, यानी कि दोस्तों कोण P इक्वल टू कोण C। इस विच असी ट्रू लभना है कि किहड़ा सही है। तो देखो इसके सारे ऑप्शन देखो ਜਿਹੜੇ ਹੈਗੇ दोस्तों अपना एंगल P ਦੇ ਜਿਹੜੇ ਹੈਗੇ ਅਕੋਰਡਿੰਗ ਚੱਲ ਰਹੇ ਹਨ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ P ਤੇ ਫੋਕਸ ਕਰੋ, ਠੀਕ ਹੈ ਜੀ। ਜਿਵੇਂ ਕਿ ਐਂਗਲ P ਦੇ ਅਕੋਰਡਿੰਗ ਇਹ ਜਿਹੜੇ ਹੈਗੇ ਤੁਹਾਡੇ ਚੱਲ ਰਹੇ ਹਨ, ਜਿਵੇਂ ਕਿ ਦੋਸਤੋ P ਤੇ ਜਿਹੜਾ ਹੈਗਾ ਵਾ ਤੁਸੀਂ ਫੋਕਸ ਕਰੋ। ਆ ਦੇਖ ਲਓ ਦੋਸਤੋ ਇਹਦੇ ਵਿੱਚ ਸਾਰਾ ਹੀ P ਆ, ठीक है जी। तो इसलिए दोस्तों इन्होंने इत्थे कहा वा कि जो है इसके सारे ऑप्शन जोड़े है देखो एंगल P के अकॉर्डिंग चल रहा है। तो सब तो पहला जो है वा P ते फोकस करो, ठीक है जी। आह रहा तुहाडा P। उस तो बाद जो है वा P दियाँ दो जी है ने दो बाहां ने, एक 12 ते दूसरा जो है 7.6, ठीक है जी। तो एक मतलब दोस्तों आह वाला हो गया, एक हो गया तुहाडा आह वाला। दो बाहां ने, एक है दोस्तों 12 ते जो है वा दूसरा दोस्तों की है 7.6। तो देखो 12 के अकॉर्डिंग दोस्तों इत्थे जिहड़ा हैगा वा अपना की ने दोस्तों 6 सम है, ठीक है जी। तो 12 के अकॉर्डिंग दोस्तों जिहड़ा हैगा अपने इत्थे अपने 6 सम है, अते 7.6 के अकॉर्डिंग, ठीक है जी, जिहड़ा हैगा 3.8 सम है इत्थे, ठीक है जी। तो इत्थे जिहड़ा हैगा तुसीं इत्थे आ वाला भी देख सकते हो। 12 के अकॉर्डिंग दोस्तों जिहड़ा हैगा वा इत्थे की है हाँ जी 3.8 सम है इत्थे, ठीक है जी। तो इसके विच दोस्तों देख सकते हो कि की है हाँ जी अंडर रूट 3 सम तो नहीं हो सकती है, ठीक है जी। अंडर रूट 3 जिहड़ी हैगी आ सम तो हो नहीं सकती। तो एरो वल देखो तो दसो किस दियाँ बाहां ते एंगल C दियाँ, ठीक है जी। तो इत्थे दोस्तों जिहड़ा हैगा तुसीं आह देख सकते हो एंगल C ते, ठीक है जी। तो यह जिहड़ा हैगा की है इत्थे आंसर इन्हां ने इत्थे आही वाला दस्या है कि दो जिहड़ी हैगे ने किस दियाँ बाहां ने, तो एंगल C दियाँ ने। तो इत्थे जिहड़ा हैगा वा 3.8 जिहड़ा हैगा वा इत्थे आंसर इन्हां ने इत्थे आह वाला दस्या वा कि आह वाला जिहड़ा तुहाडा होवेगा, ठीक है जी। तो इत्थे जिहड़ा हैगा तुहाडा आंसर की आ गया अपना कोण P इक्वल टू कोण जिहड़ा हैगा अपना C। तो दोस्तों ठीक है जी, जिमें कि इन्होंने ना ये आही दस्या है, जिमें कि इत्थे 12 सम है, ठीक है जी। तो इत्थे जिहड़ा हैगा वा अपना 12 के अकॉर्डिंग दोस्तों जिहड़ा हैगा 6 सम आ गया, ठीक है जी। इत्थे आ देख लो इत्थे अगर 6 सम है तो इत्थे 12 सम आ, ठीक है जी। उस तो बाद जे गल करिए फिर जिहड़ा हैगा दोस्तों अपना 7.6 के अकॉर्डिंग दोस्तों जिहड़ा हैगा वा अपना 3.8 जिहड़ा हैगा वा इत्थे तुहाडा इह वाला आ गया, ठीक है जी। जिमें कि आ देख लो 7.6 दिता होया वा ना इत्थे, तो इत्थे जिहड़ा हैगा वा तुहाडा 3.8 जिहड़ा हैगा वा इत्थे इह आ गया वा। मतलब दोस्तों तुसीं कुछ समझ भी रहे हो कि नहीं। आ देखो जिमें कि 12 वा ना, 12 का फिर अद्धा की हो जाएगा 6, ठीक है जी। तो उस तो बाद जिहड़ा हैगा वा 7.6 का जिहड़ा हैगा अद्धा कितना हो जाएगा 3.8। तो दोस्तों इत्थे जिहड़ा हैगा तुसीं आह देख लो एंगल C दे वल, यानी कि देखो अंडर रूट 3 जिहड़ा हैगा समता हो ही नहीं सकता है। तो एरो वाल देखो तो दसो किस दियाँ बाहां ने, तो एंगल C दियाँ ने, ठीक है जी। तो इत्थे दोस्तों जिहड़ा हैगा वा इत्थे अपना की आ जाएगा जिहड़ा आंसर है तुहाडा कोण P इक्वल टू कोण C। तो यह तुहाडा जिहड़ा हैगा इत्थे आंसर तुसीं ला लेना वा टिक, की ला लेना वा इत्थे अपना कोण P ते कोण जिहड़ा हैगा अपना C, यानी कि C ऑप्शन तुहाडा इत्थे टिक लगेगा, ठीक है जी। आह वाला देख लो, आह तुसीं आह डायग्राम तो देखो तुहानूं बिल्कुल जिहड़ा हैगा समझ आएगा। देखो 12 का 6 हो गया, ठीक है। 7 जिहड़ा हैगा वा 6 का जिहड़ा हैगा कितना हो गया 3.8, ठीक है जी। तो यह जिमें कि तुहाडा इत्थे सिमिलर चीज़ां सीगियां। उस तो बाद दोस्तों अपना 9वां प्रश्न देखो की है कोसैक 0 थीटा का मुल जिहड़ा हैगा की हुंदा है। तो 9वां प्रश्न है, 9वां प्रश्न का आंसर देखो की आ जाएगा। 9वें प्रश्न का आंसर आ जाएगा C ऑप्शन, यानी कि जिहड़ा हैगा वा परिभाषित नहीं है, ठीक है जी। तो देखो कोसैक 0 का जिहड़ा हैगा थीटे का मुल कितना हुंदा है। तो यह जिहड़ा हैगा वा साइन 0 इक्वल टू 1 कोसैक थीटा दे जिहड़ा हैगा बराबर हुंदा है। मतलब दोस्तों यह कि साइन का उल्टा हुंदा है, ठीक है जी। साइन मुल 0 है तो कोसैक थीटा का मुल जिहड़ा हैगा 1/0 जिहड़ा हैगा वा हुंदा है। तो इस नूं जिहड़ा हैगा अनडिफाइंड बोलते हैं, जां फिर दोस्तों परिभाषित नहीं है यह बोलते हैं। तो यह तुहाडा जिहड़ा हैगा C ऑप्शन जिहड़ा हैगा इहदा टिक तुसीं ला लेना वा परिभाषित नहीं है। अगे है दोस्तों थीटा दे किस मुल लई साइन थीटा इज इक्वल टू कॉस थीटा होवेगा। तो 10वां प्रश्न है, 10वें प्रश्न का आंसर की आ जाएगा दोस्तों इत्थे अपना B ऑप्शन, यानी कि 45 डिग्री। तो देखो थीटा दे किस मुल लई साइन थीटा ते कॉस थीटा बराबर हुंदे हन। तो यह तो सब नूं पता है कि एंगल 45 डिग्री ते बराबर हुंदे हन। इसका जिहड़ा हैगा मुल 1/√2 हुंदा
है। ठीक है जी, तो यह तुहाडा जिहड़ा हैगा इत्थे आंसर हो गया। उस तो बाद दोस्तों अपना प्रश्न की है कि जेकर हाँ जी जेकर ਜਿਹੜੇ ਹੈਗੇ ਆ ਚੱਕਰ ਦੇ ਅਰਧਵਿਆਸੀ ਖੰਡ ਦਾ ਖੇਤਰਫਲ ਚੱਕਰ ਦੇ ਖੇਤਰਫਲ ਦਾ 1/6 ਹੋਵੇ ਤਾਂ ਕੇਂਦਰੀ ਕੋਣ ਮਾਪ ਕੀ ਹੋਵੇਗਾ। ਤਾਂ ਦੋਸਤੋ ਇਹਦਾ ਆਨਸਰ ਦੇਖ ਲੈਨੇ ਆਪਾਂ। ਹਾਂਜੀ ਆ ਰਿਹਾ ਦੋਸਤੋ ਇਹਦਾ ਆਨਸਰ। ਤਾਂ ਇਹਦਾ ਆਨਸਰ ਆਏਗਾ ਦੋਸਤੋ अपना 60 डिग्री यानी कि अपना बी ऑप्शन। ठीक है जी, सब तो पहला ही टिक ला लो 60 डिग्री यानी कि बी ऑप्शन आएगा। क्यों आया, क्योंकि दोस्तों देखो की है अपना अर्ध ਜਿਹੜਾ ਹੈਗਾ ਵਾ 82 ਖੰਡ ਇਹ ਹੈ ਜਿਹੜਾ ਰੇਡੀਅਸ ਦੇ ਨਾਲ ਬਣਦਾ ਹੈ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਚੱਕਰ ਦੇ ਖੇਤਰਫਲ ਦਾ ਇਹ ਤੁਹਾਡਾ ਦਿੱਤਾ ਹੋਇਆ ਵਾ। ਠੀਕ ਹੈ ਜੀ, अर्ध 82 ਖੰਡ ਦਾ। ਠੀਕ ਹੈ ਜੀ, ਤਾਂ ਦੇਖੋ ਚੱਕਰ ਦੇ ਖੇਤਰਫਲ ਦਾ 1/6 ਹੋਵੇ। ਠੀਕ ਹੈ ਜੀ, ਮੀਨ 6ਵਾਂ ਹਿੱਸਾ। ਤਾਂ ਟੋਟਲ ਐਂਗਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ 360 ਠੀਕ ਹੈ ਜੀ ਹੁੰਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ 360/6 ਮੈਂ ਇੱਥੇ ਲਾ ਦਿੱਤਾ ਤਾਂ ਇੱਥੇ 60 ਡਿਗਰੀ ਆ ਗਿਆ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਫਾਰਮੂਲਾ ਵੀ ਤੁਹਾਨੂੰ ਪਤਾ ਹੀ ਹੈ ਥੀਟਾ ਓਵਰ ਜਿਹੜਾ ਹੈਗਾ ਵਾ 360 ਪਾਈ ਆਰ ਦਾ ਸਕੁਅਰ। ਤਾਂ ਇਹ ਹੁੰਦਾ ਹੈ ਅਰਧ ਵਿਆਸ ਦਾ ਖੰਡ ਦਾ ਜਿਹੜਾ ਹੈਗਾ ਵਾ ਖੇਤਰਫਲ। ਤਾਂ ਇਹ ਜਿਹੜਾ ਹੈਗਾ ਤੁਹਾਡਾ ਕਿੰਨਾ ਆਨਸਰ ਆ ਗਿਆ ਇੱਥੇ ਆਪਣਾ 60 ਡਿਗਰੀ। ਠੀਕ ਹੈ ਜੀ, ਉਸ ਤੋਂ ਬਾਅਦ ਉਸ ਤੋਂ ਆਪਣਾ ਪ੍ਰਸ਼ਨ ਦਾ ਹਾਂਜੀ ਪ੍ਰਸ਼ਨ ਕੀ ਹੈ ਕਿ ਇੱਕ 7 ਸੈਂਟੀਮੀਟਰ ਭੁਜਾ ਵਾਲੇ ਕਣ ਵਿੱਚੋਂ ਸਭ ਤੋਂ ਵੱਡੀ ਉਚਾਈ ਵਾਲਾ ਇੱਕ ਸ਼ੰਕੂ ਕੱਢਿਆ ਜਾਂਦਾ ਹੈ ਤਾਂ ਜਿਹੜਾ ਹੈਗਾ ਸ਼ੰਕੂ ਦੀ ਉਚਾਈ ਕੀ ਹੋਵੇਗੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਦੇਖ ਲੈਂਦੇ ਹਾਂ ਆਪਾਂ। ਆ ਰਿਹਾ ਦੋਸਤੋ, ਤਾਂ ਆ ਰਿਹਾ ਤੁਹਾਡਾ ਹਾਂਜੀ ਕਿੰਨਵਾਂ ਪ੍ਰਸ਼ਨ ਸੀਗਾ ਇੱਥੇ ਆਪਣਾ। ਹਾਂਜੀ ਦੇਖੋ ਇੱਥੇ ਪ੍ਰਸ਼ਨ ਕੀ ਹੈ ਆਪਣਾ ਇੱਥੇ ਹਾਂਜੀ 7ਵਾਂ ਪ੍ਰਸ਼ਨ ਆ। ਠੀਕ ਹੈ ਜੀ, ਤਾਂ ਘਣ ਬਾਰੇ ਜਿਹੜਾ ਹੈਗਾ ਵਾ ਪੁੱਛਿਆ ਹੋਇਆ ਕਿ ਇੱਕ ਸ਼ੰਕੂ ਕੱਢਿਆ ਜਾਂਦਾ ਹੈ। ਠੀਕ ਹੈ ਜੀ, ਤਾਂ 7ਵਾਂ ਪ੍ਰਸ਼ਨ ਆ। 7ਵੇਂ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਕੀ ਆ ਜਾਏਗਾ ਸੀ ਆਪਸ਼ਨ ਯਾਨੀ ਕਿ 7। ਤਾਂ ਘਣ ਮੀਨ ਦੋਸਤੋ ਕੀ ਹੁੰਦਾ ਵਾ ਕਿਊਬ, ਜੋ ਕਿ ਆ ਤੁਹਾਡੇ ਸਾਹਮਣੇ ਬਣਿਆ ਹੋਇਆ ਵਾ। ਠੀਕ ਹੈ ਜੀ, ਸ਼ੰਕੂ ਕੱਢਿਆ ਗਿਆ ਹੈ ਇਹਦੇ ਵਿੱਚ ਆ ਦੇਖੋ ਇੱਕ ਸ਼ੰਕੂ ਕੱਢਿਆ ਗਿਆ ਹੈ। ਠੀਕ ਹੈ ਜੀ, ਵੱਧ ਤੋਂ ਵੱਧ ਹਾਈਟ ਕਿੰਨੀ ਹੋਊਗੀ, ਜਿਵੇਂ ਕਿ ਜੇ ਵੱਧ ਤੋਂ ਵੱਧ ਹਾਈਟ ਕਿੰਨੀ ਹੋਏਗੀ ਇਸ ਦੀ ਲੈਂਥ ਜਾਂ ਫਿਰ ਵਿਡਥ ਜਾਂ ਫਿਰ ਦੋਸਤੋ ਹਾਈਟ। ਠੀਕ ਹੈ ਜੀ, ਉਹ ਤਿੰਨੋਂ ਸੇਮ ਹੈ। ਕਿੰਨੇ ਨੇ ਉਹ 7 ਹੈ। ਠੀਕ ਹੈ ਜੀ, ਤਾਂ ਇਸ ਲਈ ਜਿਹੜਾ ਹੈਗਾ ਤੁਹਾਡਾ ਇੱਥੇ 7 ਆਨਸਰ ਹੋ ਜਾਏਗਾ। ਤੇ ਆਹ ਜਿਹੜੀ ਲਾਈਨ ਆ ਦੋਸਤੋ ਆਹ ਜਿਹੜੀ ਦਿੱਤੀ ਹੋਈ ਆ ਇਹ ਹਾਈਟ ਹੈ। ਠੀਕ ਹੈ ਜੀ, ਤਾਂ ਇੱਥੇ ਜਿਹੜਾ ਹੈਗਾ ਤੁਹਾਡਾ ਸੀ ਆਪਸ਼ਨ ਜਿਹੜਾ ਹੈਗਾ ਤੁਸੀਂ ਇੱਥੇ ਟਿਕ ਲਾ ਲੈਣਾ ਵਾ ਯਾਨੀ ਕਿ ਦੋਸਤੋ ਜਿਹੜਾ ਹੈਗਾ ਵਾ 7 ਸੈਂਟੀਮੀਟਰ। ਅੱਗੇ ਹੈ ਦੋਸਤੋ ਆਪਣਾ ਸਮਾਨ ਅਰਧ ਵਿਆਸ ਅਤੇ ਸਮਾਨ ਉਚਾਈ ਵਾਲੇ ਜਿਹੜੇ ਹੈਗੇ ਬੇਲਣ ਅਤੇ ਸ਼ੰਕੂ ਦਾ ਆਇਤਨ ਅਨੁਪਾਤ ਕੀ ਹੁੰਦਾ ਹੈ। ਠੀਕ ਹੈ ਜੀ, ਤਾਂ 8ਵੇਂ ਪ੍ਰਸ਼ਨ ਦਾ ਜਿਹੜਾ ਹੈਗਾ ਆਨਸਰ ਕੀ ਆ ਜਾਏਗਾ 3:1 ਆਏਗਾ। ਠੀਕ ਹੈ ਜੀ, ਤੇ 3:1 ਕਿੱਥੇ ਹੈ ਇਸ ਨੂੰ ਪਹਿਲਾਂ ਹੀ ਦੇਖ ਲਓ। ਆ ਰਿਹਾ ਦੋਸਤੋ 3:1 ਯਾਨੀ ਕਿ ਸੀ ਆਪਸ਼ਨ ਇੱਥੇ ਤੁਸੀਂ ਕਰੈਕਟ ਲਾ ਲੈਣਾ ਵਾ। ਤਾਂ ਦੇਖੋ ਇੱਥੇ ਜਿਹੜਾ ਹੈਗਾ ਸੀ ਆਪਸ਼ਨ ਲਿਖ ਲਓ। ਤਾਂ ਦੇਖੋ ਕੀ ਹੈ ਕਿ ਬਈ ਸਮਾਨ ਹਾਂਜੀ ਅਰਧ ਵਿਆਸ ਰੇਡੀਅਸ ਇੱਕੋ ਜਿਹਾ ਹੋਵੇ ਅਤੇ ਸਮਾਨ ਉਚਾਈ ਹਾਈਟ ਵੀ ਇੱਕੋ ਜਿਹੀ ਹੋਵੇ। ਠੀਕ ਹੈ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਆਹ ਜਿਹੜਾ ਹੈਗਾ ਵਾ ਬੇਲਣ ਦਾ ਜਿਹੜਾ ਹੈਗਾ ਵਾ ਯਾਨੀ ਕਿ ਸਿਲੰਡਰ ਦਾ, ਤੇ ਇਹ ਜਿਹੜਾ ਹੈਗਾ ਦੋਸਤੋ ਤੁਹਾਡਾ ਸ਼ੰਕੂ ਦਾ ਵਾ ਯਾਨੀ ਕਿ ਕੋਨ ਦਾ। ਠੀਕ ਹੈ ਜੀ, ਤਾਂ ਦੋਸਤੋ ਜਿਹੜਾ ਬੇਲਣ ਦਾ ਆਇਤਨ ਹੈ ਨਾ ਉਹ ਜਿਹੜਾ ਹੈਗਾ ਵਾ ਡਿਗਣਾ ਹੁੰਦਾ ਹੈ ਤੇ ਸ਼ੰਕੂ ਦਾ ਜਿਹੜਾ ਹੈਗਾ ਵਾ ਤੀਜਾ ਹਿੱਸਾ ਤਾਂ ਦੋਸਤੋ ਕੀ ਹੈ ਹਾਂਜੀ ਤੀਜਾ ਹਿੱਸਾ ਹੁੰਦਾ ਹੈ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਕੀ ਲਿਖਿਆ ਕਿ ਤਾਂ ਤੁਸੀਂ ਧਿਆਨ ਦੇਣਾ ਹੈ ਕਿ ਬਈ ਜਿਹੜਾ ਹੈਗਾ ਅੱਗੇ ਕੀ ਲਿਖਿਆ ਹੈ ਬੇਲਣ ਜਾਂ ਫਿਰ ਸ਼ੰਕੂ। ਅਗਰ ਬੇਲਣ ਪਹਿਲਾਂ ਲਿਖਿਆ ਹੋਇਆ ਹੈ ਤਾਂ ਦੋਸਤੋ 3:1 ਹੋਏਗਾ। ਠੀਕ ਹੈ ਜੀ, ਅਗਰ ਸ਼ੰਕੂ ਪਹਿਲਾਂ ਲਿਖਿਆ ਹੋਇਆ ਹੈ ਤਾਂ ਬੇਲਣ ਬਾਅਦ ਵਿੱਚ ਲਿਖਿਆ ਹੋਇਆ ਹੈ ਤਾਂ ਦੋਸਤੋ 1:3 ਹੋਊਗਾ। ਠੀਕ ਹੈ ਜੀ, ਫਾਰਮੂਲਾ ਦੋਸਤੋ ਦੇਖੋ ਕੀ ਹੈ ਬੇਲਣ ਦਾ ਪਾਈ ਆਰ ਦਾ ਸਕੁਅਰ h। ਠੀਕ ਹੈ ਜੀ, ਤੇ ਸ਼ੰਕੂ ਦਾ ਦੋਸਤੋ ਕੀ ਹੈ 1/3 ਪਾਈ ਆਰ ਦਾ ਸਕੁਅਰ h। ਠੀਕ ਹੈ ਜੀ, ਤਾਂ ਦੇਖੋ ਪਾਈ ਆਰ ਦਾ ਇਸ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਇਹ ਦੋਨਾਂ ਦਾ ਫਾਰਮੂਲਾ ਵੀ ਦੇ ਦਿੱਤਾ ਵਾ। ਤਾਂ ਇੱਥੇ ਜਿਹੜਾ ਹੈਗਾ ਆਪਣਾ ਆਨਸਰ ਕੀ ਆ ਜਾਏਗਾ 3:1 ਇਸ ਤਰ੍ਹਾਂ ਆ ਜਾਏਗਾ। ਜਿਵੇਂ ਕਿ ਦੋਸਤੋ ਤੁਹਾਨੂੰ ਦਿਖਾ ਦਈਏ ਕੁਐਸਚਨ ਪੇਪਰ ਜਿਹੜਾ ਹੈਗਾ ਤੁਹਾਡਾ ਹਾਂਜੀ ਆ ਦੇਖੋ ਕੁਐਸਚਨ ਦੇ ਵਿੱਚ ਕੀ ਦਿੱਤਾ ਹੋਇਆ ਦੋਸਤੋ ਇਹਨਾਂ ਨੇ ਹਾਂਜੀ 3:1। ਠੀਕ ਹੈ ਜੀ, ਤਾਂ ਇਹ ਜਿਹੜਾ ਹੈਗਾ ਤੁਹਾਡਾ ਆਨਸਰ ਇਹ ਵਾਲਾ ਟਿਕ ਲਾ ਲੈਣਾ। ਤਾਂ ਦੋਸਤੋ ਦੇਖੋ ਆਹ ਜਿਹੜਾ 3:1 ਆ ਇਸ ਨੂੰ ਤੁਸੀਂ ਹੋਰ ਤਰੀਕੇ ਨਾਲ ਵੀ ਬਣਾ ਸਕਦੇ ਹੋ। ਜਿਵੇਂ ਕਿ ਆ ਦੇਖੋ ਇਹਨਾਂ ਦੇ ਫਾਰਮੂਲੇ ਦਿੱਤੇ ਹੋਏ ਨੇ, ਜਿਵੇਂ ਕਿ ਆਹ ਤੁਹਾਡਾ ਪਾਈ ਆਰ ਦਾ ਸਕੁਅਰ h ਬੇਲਣ ਦਾ ਵਾ ਤੇ ਸ਼ੰਕੂ ਦਾ ਦੋਸਤੋ ਜਿਹੜਾ ਹੈਗਾ 1/3 ਪਾਈ ਆਰ ਦਾ ਸਕੁਅਰ h। ਠੀਕ ਹੈ ਜੀ, ਤਾਂ ਇਹਦੇ ਵਿੱਚ ਦੇਖੋ ਇਸ ਨੂੰ ਇੱਥੋਂ ਕੱਟੋ ਪਹਿਲਾਂ। ਤਾਂ ਦੇਖੋ ਕੀ ਹੈ ਜਿਹੜਾ 1/3 ਆ ਜਿਹੜਾ ਇਹ 3 ਆ ਉਸ ਨੂੰ ਇੱਥੇ ਲੈ ਜਾਓ। ਠੀਕ ਹੈ ਜੀ, ਤੇ ਜਿਹੜਾ ਪਾਈ ਆਰ ਦਾ ਸਕੁਅਰ h ਆ ਇਸ ਨੂੰ ਪਾਈ ਆਰ ਸਕੁਅਰ h ਦੇ ਨਾਲ ਕੱਟ ਲਓ ਤੇ ਬਚ ਕੀ ਗਿਆ ਆਪਣੇ ਕੋਲ 3 ਤੇ 1। ਤਾਂ ਇਸ ਲਈ ਜਿਹੜਾ ਹੈਗਾ ਵਾ 3:1 ਇੱਥੇ 1 ਆ ਰਿਹਾ ਵਾ। ਤੇ ਹਮੇਸ਼ਾ ਇਹ ਦੋਸਤੋ ਧਿਆਨ ਦਿਓ ਅਗਰ ਜਿਹੜਾ ਹੈਗਾ ਬੇਲਣ ਪਹਿਲਾਂ ਲਿਖਿਆ ਹੋਇਆ ਵਾ ਤਦ ਤਾਂ ਦੋਸਤੋ ਤੁਹਾਡਾ 3:1 ਆਏਗਾ। ਠੀਕ ਹੈ ਜੀ, ਅਗਰ ਸ਼ੰਕੂ ਇੱਥੇ ਲਿਖ ਦਿੱਤਾ ਤੇ ਬੇਲਣ ਇੱਥੇ ਲਿਖ ਦਿੱਤਾ ਫਿਰ ਜਿਹੜਾ ਹੈਗਾ ਤੁਹਾਡਾ 1:3 ਹੋਏਗਾ। ਕਈ ਵਾਰੀ ਵਿਦਿਆਰਥੀ ਗਲਤੀ ਕਰ ਦਿੰਦੇ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਵਾ।
ਅੱਗੇ ਦੋਸਤੋ ਆਪਣਾ ਅੰਕੜਿਆਂ ਵਿੱਚ ਜਿਹੜਾ ਹੈਗਾ ਵਾ 4 6 5 0 2 1 3 2 3 2 ਦਾ ਬਹੁਲਕ ਕੀ ਹੋਵੇਗਾ। ਤਾਂ ਦੋਸਤੋ ਇੱਥੇ ਆਨਸਰ ਦੇਖ ਲਓ ਇਹਦਾ ਕੀ ਆ ਜਾਏਗਾ। ਤਾਂ ਇਹਦਾ ਆਨਸਰ ਆ ਜਾਏਗਾ ਦੋਸਤੋ ਆਪਣਾ ਸੀ, ਯਾਨੀ ਕਿ 2 ਹੋਏਗਾ ਬਹੁਲਕ। ਤਾਂ ਬਹੁਲਕ ਮਤਲਬ ਦੋਸਤੋ ਕੀ ਹੁੰਦਾ ਵਾ, ਮੋਡ ਤੋਂ ਭਾਵ, ਠੀਕ ਹੈ ਜੀ, ਮੋਡ ਇੰਗਲਿਸ਼ ਦੇ ਵਿੱਚ ਕਹਿੰਦੇ ਆ, ਪੰਜਾਬੀ ਦੇ ਵਿੱਚ ਬਹੁਲਕ ਕਹਿੰਦੇ। ਇਹ ਤੋਂ ਭਾਵ ਹੈ ਕਿ ਕਿਹੜੀ ਜਿਹੜੀ ਹੈਗੀ ਹੈ ਸੰਖਿਆ ਜਾਂ ਫਿਰ ਰਕਮ ਸਭ ਤੋਂ ਵੱਧ ਬਾਹਰ ਆ ਰਹੀ ਹੈ, ਠੀਕ ਹੈ ਜੀ। ਤਾਂ ਧਿਆਨ ਨਾਲ ਦੇਖੋ 4 6 5 ਜਿਹੜੀ ਤੁਹਾਡੀ ਦਿੱਤੀ ਹੈਗੀ 2 2 2, ਠੀਕ ਹੈ ਜੀ। 2 2 ਜਿਹੜੇ ਹੈਗੇ 3 ਵਾਰੀ ਆ ਰਹੇ ਆ, ਠੀਕ ਹੈ ਜੀ। 2 2 ਆਹ ਜਿਹੜਾ ਹੈ ਦਿੱਤਾ ਹੋਇਆ ਵਾ, ਇਹ 3 ਵਾਰੀ ਆਇਆ ਹੈ, ਇਸ ਲਈ ਜਿਹੜਾ ਹੈਗਾ ਆਨਸਰ ਜਿਹੜਾ ਹੈਗਾ ਆਪਣਾ 2 ਹੈਗਾ ਵਾ। ਤਾਂ ਤੁਸੀਂ ਇੱਥੇ ਜਿਹੜਾ ਹੈਗਾ ਵਾ ਆਪਣਾ 2 ਆਨਸਰ ਟਿਕ ਲਾ ਲੈਣਾ ਵਾ। ਅੱਗੇ ਦੋਸਤੋ ਹੇਠ ਦਿੱਤੀਆਂ ਵਿੱਚੋਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ, ਠੀਕ ਹੈ ਜੀ। ਤਾਂ ਇਹਦਾ ਆਨਸਰ ਦੇਖੋ ਕੀ ਹੈ, ਕਿਸੇ ਵੀ ਘਟਨਾ ਦੀ ਸੰਭਾਵਨਾ ਦੋਸਤੋ ਵੱਧ ਤੋਂ ਵੱਧ ਇੱਕ ਜਿਹੜੀ ਹੈਗੀ ਹੈ ਹੋ ਸਕਦੀ ਹੈ, ਇੱਕ ਹੋ ਸਕਦੀ ਹੈ, ਘੱਟ ਤੋਂ ਘੱਟ ਦੋਸਤੋ ਜਿਹੜੀ ਹੈਗੀ ਆ ਉਹ 0 ਹੋ ਸਕਦੀ ਹੈ। ਤਾਂ ਇਸ ਲਈ ਜਿਹੜਾ ਹੈਗਾ ਵਾ ਇੱਥੇ ਆਪਣਾ ਹੈਗਾ 3/2 ਆਨਸਰ ਆ ਜਾਏਗਾ, ਕਿਉਂਕਿ ਦੋਸਤੋ ਇੱਥੇ ਤੁਸੀਂ ਆਹ ਦੇਖ ਸਕਦੇ ਹੋ ਕਿ ਇੱਕ ਤਾਂ ਚਲੋ ਹੈਗੀ ਆ ਸਹੀ ਹੈ, ਠੀਕ ਹੈ ਜੀ। 3/2 ਜਿਹੜਾ ਹੈਗਾ ਵਾ 2/3 ਇਹ ਵੀ ਹੋ ਜਾਏਗਾ ਚਲੋ, ਤੇ 0 ਤੋਂ ਚਲੋ ਹੈਗਾ ਹੀ ਆ। 3/2 ਨੂੰ ਆਪਾਂ ਕਰਾਂਗੇ ਤਾਂ 1.5 ਆ ਰਿਹਾ ਵਾ। ਤਾਂ ਦੋਸਤੋ 1.5 ਕਦੇ ਵੀ ਜਿਹੜਾ ਹੈਗਾ ਵਾ ਕਿਸੇ ਜਿਹੜੀ ਹੈਗੀ ਆ ਇਹ ਤਾਂ ਨਹੀਂ ਹੋ ਸਕਦਾ, ਜਿਵੇਂ ਕਿ ਦੇਖੋ ਤਾਂ ਆਪਸ਼ਨ ਜਿਹੜਾ ਹੈਗਾ ਸੀ ਹੈ, 3/2 ਮੀਨ 1.5 ਹੈ ਇਹ। ਤਾਂ ਇਸ ਦੀ ਜਿਹੜੀ ਹੈਗੀ ਹੈ ਸੰਭਾਵਨਾ ਨਹੀਂ ਹੋ ਸਕਦੀ ਹੈ, ਠੀਕ ਹੈ ਜੀ। ਤਾਂ ਇਸ ਲਈ ਜਿਹੜਾ ਹੈਗਾ ਇਹ ਤੁਹਾਡਾ ਬਿਲਕੁਲ ਹੀ ਜਿਹੜਾ ਹੈਗਾ ਵਾ ਇਹ ਫਾਰਮੂਲਾ ਇਹਨਾਂ ਨੇ ਕੁਝ ਬਣਾ ਕੇ ਦਿੱਤਾ ਹੋਇਆ, ਤੁਸੀਂ ਇਸ ਨੂੰ ਵੀ ਦੇਖ ਲਵੋ। ਤਾਂ ਇਹਦਾ ਆਨਸਰ ਜਿਹੜਾ ਹੈਗਾ ਤੁਹਾਡਾ ਨਹੀਂ ਹੈ ਪੁੱਛਿਆ ਹੈ, ਤਾਂ ਇਹ ਵਾਲਾ ਆ ਜਾਏਗਾ, ਬਾਕੀ ਇਹ ਸਹੀ ਨੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਅਸੰਭਵ ਘਟਨਾ ਦੀ ਸੰਭਾਵਨਾ ਕੀ ਹੁੰਦੀ ਹੈ, ਸੇਮ ਉਹੀ ਚੀਜ਼ ਹੈ ਦੋਸਤੋ। ਦੇਖੋ ਅਸੰਭਵ ਘਟਨਾ ਦੀ ਸੰਭਾਵਨਾ ਤਾਂ मतलब 0 ही होएगी दोस्तों, अगर कुछ है ही नहीं जो हो ही नहीं सकता। तो देखो असंभव तो भाव है इम्पॉसिबल, तो जो ऑप्शन जोड़ा हैगा वा डी है वो नैगेटिव है। तो दोस्तों इसलिए जोड़ा हैगा माइनस नहीं होएगा, ठीक है जी, क्योंकि जी अपनी संभावना ने कदे भी माइनस दे विच नैगेटिव दे विच नहीं होंदियां हन, ठीक है जी। तो असंभव घटना की संभावना की होंदी है, तो दोस्तों असंभव घटना की संभावना जिहड़ी हैगी दोस्तों ਇਹ ਹੋਏਗਾ ਤੁਹਾਡਾ -1। ਇੱਥੇ ਜਿਹੜਾ ਹੈਗਾ ਤੁਸੀਂ ਡੀ ਆਪਸ਼ਨ ਟਿਕ ਲਾਣਾ ਵਾ, ਕਿਉਂਕਿ -1 ਜਿਹੜੀ ਹੈਗੀ ਆ ਅਸੰਭਵ ਘਟਨਾ ਵਾ ਜੋ ਕਿ ਹੋ ਹੀ ਨਹੀਂ ਸਕਦੀ, ਮਾਈਨਸ ਦੇ ਵਿੱਚ ਤਾਂ ਹੋ ਹੀ ਨਹੀਂ ਸਕਦੀ। ਬਾਕੀ ਆ ਹੋ ਸਕਦੀ ਆ ਵੀ ਹੋ ਸਕਦੀ ਆ ਵੀ ਹੋ ਸਕਦੀ ਹੈ। 1/2 ਦਾ ਮਤਲਬ ਦੋਸਤੋ ਕੀ ਹੈ 0.5, ਠੀਕ ਹੈ ਜੀ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵਾ ਕਿ 0 ਤੋਂ ਲੈ ਕੇ 1 ਦੇ ਵਿੱਚ ਤਾਂ ਇਹ 0 ਤੋਂ ਲੈ ਕੇ 1 ਦੇ ਵਿੱਚ ਨੇ, ਬਟ ਆਹ ਨਹੀਂ ਨੈਗੇਟਿਵ ਹੀ ਚਲਾ ਗਿਆ। ਉਸ ਤੋਂ ਬਾਅਦ ਦੋਸਤੋ ਤੁਹਾਡੇ ਸਹੀ ਜਾਂ ਗਲਤ ਦੀ ਚੋਣ ਕਰੋ। ਤਾਂ ਦੇਖੋ √3 ਇੱਕ प्रेम संख्या नहीं है, ठीक है जी। इन्होंने खुद ही सच दसता कि यह प्रेम संख्या नहीं है, ठीक है। तो ध्यान नाल पढ़ियो, तो बिल्कुल सही ट्रू स्टेटमेंट आ, क्योंकि दोस्तों √3 की है क्वेश्चन विच कहा गया है, ठीक है जी। क्वेश्चन दे विच कहा गया है कि यह प्रेम संख्या नहीं है, मीन नॉट अ रेशनल नंबर। तो दोस्तों आपां नूं पता है कि जो √3 है वो जिहड़ा हैगा वा इरेशनल नंबर है, मीन दोस्तों √3 एक अप्रेम संख्या है। इसलिए जिहड़ा हैगा दोस्तों इत्थे इन्होंने खुद ही कह दिता वा कि यह प्रेम संख्या नहीं है। तो फिर प्रेम संख्या नहीं है तो अप्रेम ही होएगी, तो आपां भी तो कह रहे हैं कि यह प्रेम नहीं है, ठीक है जी। तो दोस्तों यह अप्रेम है, तो इसलिए जिहड़ा हैगा तुहाडा सही स्टेटमेंट होएगा। क्वेश्चन नूं बरीकी नाल समझो, ठीक है जी, कि √3 एक प्रेम संख्या नहीं है। अगर इत्थे लिखा होंदा कि प्रेम संख्या है, ठीक है जी, तो फिर आप गलत लिखते, इत्थे नहीं उन्होंने खुद ही लिख दिता कि नहीं है, तो इसलिए जिहड़ा आप सही मनांगे इन्हां दी स्टेटमेंट नूं। अगे दोस्तों जेकर किसी समीकरण प्रणाली विच a/1 इंटू a/2 = b1 बटा जिहड़ा हैगा वा b2 इज़ नॉट इक्वल टू c1/c2 होवे, तो समीकरण प्रणाली विलक्षण हुंदी है, तो विलक्षण हल हुंदा है, सॉरी, ठीक है जी। तो इहदा दोस्तों आंसर किया जाएगा गलत, फॉल्स है, क्योंकि दोस्तों देख लो a1/a2 = b1/b2 इज़ नॉट इक्वल टू c1/c2। तो जो इहदा दी रकम मिलती है तो आपां नूं पता हुंदा है, इहदे विच ना दोस्तों पॉइंट दिते हुए। सब तो पहला देखो की इहदे विच, हाँ जी, आपां नूं पता ही है बई कि 3 चीज़ां होणगियां, एक हल होवेगा या अनेक हल होवेगा या फिर कोई हल नहीं होएगा। तो देखो इत्थे दोस्तों ये बराबर नहीं है, इसलिए दोस्तों कोई हल नहीं है, जिवें कि बराबर ही नहीं है तो इसदा कोई हल नहीं है। तो इत्थे दोस्तों जिहड़ा हैगा इन्हां ने की लिखिया कि विलक्षण हल हुंदा है, ठीक है जी। तो इहदा दोस्तों की है कि कोई हल है ही नहीं इहदा, ठीक है जी। तो इसलिए दोस्तों जिहड़ा हैगा तुहाडा ये गलत स्टेटमेंट है। विलक्षण हल मतलब दोस्तों उन्होंने अगर एक हल की गल कर दी है तो एक हल तो हो ही नहीं सकता इसका, इसलिए दोस्तों ये जिहड़ा हैगा तुहाडी गलत स्टेटमेंट हैगी है। उस तो बाद अपना प्रश्न देखो की है तुहाडा कि जेकर समीकरण ax² + bx + c = 0 दे मुल समान होवे तो डी ग्रेटर या फिर जिहड़ा हैगा बराबर 0 हुंदा है।
ਤਾਂ ਦੋਸਤੋ ਇਹ ਜਿਹੜਾ ਹੈਗਾ ਬਿਲਕੁਲ ਇਹ ਜਿਹੜਾ ਹੈਗਾ ਤੁਹਾਡਾ ਸਟੇਟਮੈਂਟ ਕੀ ਹੈ, ਗਲਤ ਹੈ। ਕਿਉਂਕਿ ਦੋਸਤੋ ਦੇਖੋ ਜਦੋਂ ਮੂਲ ਸਮਾਨ ਰੂਟਸ ਤਾਂ ਜਿਹੜਾ ਹੈਗਾ ਵਾ ਕੀ ਹੈ d = 0 ਹੁੰਦਾ ਹੈ, ਨਾ ਕਿ ਦੋਸਤੋ ਆਹ ਵਾਲਾ। ਠੀਕ ਹੈ ਜੀ, ਇਸ ਲਈ ਇਹ ਗਲਤ ਹੈ। ਇਹ ਵਾਲਾ ਤੁਹਾਡਾ ਸਹੀ ਹੈ, ਯਾਨੀ ਕਿ ਆਪਣੀ ਜਿਹੜੀ ਸਟੇਟਮੈਂਟ ਆ ਪੂਰੀ ਦੀ ਪੂਰੀ ਉਹ ਜਿਹੜੀ ਹੈਗੀ ਆ ਕੀ ਹੈ ਦੋਸਤੋ ਇਹ ਗਲਤ ਹੈ। ਅੱਗੇ ਦੋਸਤੋ ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ ਨੂੰ ਜਿਹੜਾ ਹੈਗਾ 2 ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ, ਸਹੀ ਜਾਂ ਗਲਤ। ਤਾਂ ਦੇਖੋ ਆਨਸਰ ਕੀ ਇਹਦਾ, ਇਹ ਗਲਤ ਹੈ। ਕਿਉਂਕਿ ਦੋਸਤੋ ਅੰਦਰੂਨੀ ਜਾਂ ਫਿਰ ਅੰਦਰਲਾ ਨਹੀਂ ਬਾਹਰਲੇ ਲਿਖਣਾ ਸੀ ਇਹਨਾਂ ਨੇ, ਯਾਨੀ ਕਿ ਐਕਸਟੀਰੀਅਰ ਸਹੀ ਸੀ, ਇੰਟੀਰੀਅਰ ਗਲਤ ਆ, ਯਾਨੀ ਕਿ ਅੰਦਰੂਨਾ ਜਾਂ ਫਿਰ ਅੰਦਰੂਨੀ ਜਾਂ ਫਿਰ ਅੰਦਰਲਾ। ਠੀਕ ਹੈ ਜੀ, ਇਹਨਾਂ ਨੇ ਆਹ ਨਹੀਂ ਲਿਖਣਾ ਸੀਗਾ। ਠੀਕ ਹੈ ਜੀ, ਚੱਕਰ ਦੇ ਅੰਦਰੂਨੀ। ਅਗਰ ਇੱਥੇ ਲਿਖਿਆ ਹੁੰਦਾ ਬਾਹਰੀ ਜਾਂ ਫਿਰ ਬਾਹਰਲੇ ਬਿੰਦੂ ਤੋਂ ਤਦ ਤੇ ਫਿਰ ਇਸ ਨੂੰ ਆਪਾਂ ਸਹੀ ਕਹਿੰਦੇ, ਬਟ ਇਹਨਾਂ ਨੇ ਅੰਦਰੂਨੀ ਲਿਖ ਕੇ ਇੱਥੇ ਗਲਤੀ ਕਰ ਦਿੱਤੀ, ਇਸ ਲਈ ਜਿਹੜਾ ਹੈਗਾ ਆਪਾਂ ਇਸ ਨੂੰ ਗਲਤ ਕਹਾਂਗੇ। ਜਿਵੇਂ ਕਿ ਦੋਸਤੋ ਆਹ ਦੇਖ ਲਓ ਡਾਇਗਰਾਮ ਬਣਾ ਕੇ ਪੇਸ਼ ਕੀਤੀ ਗਈ ਆ। ਅੰਦਰੂਨੀ ਤੋਂ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਵਾ ਗਲਤ ਹੋ ਜਾਏਗਾ, ਬਿੰਦੀ ਅੰਦਰੂਨੀ ਆ। ਇਹੀ ਬਿੰਦੀ ਅਗਰ ਬਾਹਰ ਹੈ ਤਾਂ ਦੋਸਤੋ ਬਾਹਰਲਾ ਵਾ ਇਹ ਐਕਸਟੀਰੀਅਰ ਆ, ਤਾਂ ਦੋਸਤੋ ਇਹ ਜਿਹੜਾ ਹੈਗਾ ਤੁਹਾਡਾ ਬਿਲਕੁਲ ਸਹੀ ਹੈ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਇਹ ਆਨਸਰ ਹੈ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ, ਬਿੰਦੂ 3 ਹਾਂਜੀ ਬਿੰਦੂ P3 4 ਦੀ ਜਿਹੜੀ ਹੈਗੀ ਮੁੱਲ ਬਿੰਦੂ ਤੋਂ ਦੂਰੀ 5 ਇਕਾਈ ਹੈ। ਠੀਕ ਹੈ ਜੀ, ਇਹ ਤੁਹਾਡੀ ਸਹੀ ਹੈ ਜਾਂ ਗਲਤ ਹੈ। ਤਾਂ ਦੇਖੋ ਆਨਸਰ ਇਹਦਾ ਕੀ ਹੈ, ਇਹ ਬਿਲਕੁਲ ਜਿਹੜਾ ਹੈਗਾ ਸਹੀ ਹੈ, ਯਾਨੀ ਕਿ ਟਰੂ ਹੈ। ਤਾਂ ਦੇਖੋ 25 ਦਾ ਵਰਗਮੂਲ ਕੀ ਹੁੰਦਾ ਵਾ, 5 ਹੁੰਦਾ ਵਾ। ਇਹਨਾਂ ਨੇ ਕਿਵੇਂ ਕੱਢਿਆ ਦੋਸਤੋ, 3 4 ਆਹ ਤੇ 00 ਤੁਹਾਡੀ ਆਹ ਦਿੱਤੀਆਂ ਹੋਈਆਂ ਹਨ, ਤੇ ਇਹਦੇ ਵਿੱਚ ਦੋਸਤੋ ਇਹਨਾਂ ਨੇ ਫਿਰ ਕੀ ਹੈ √3 ਦਾ ਜਿਹੜਾ ਹੈਗਾ ਲੈ ਲਿਆ। ਜਿਵੇਂ ਕਿ ਦੋਸਤੋ ਇਹਨਾਂ ਨੇ ਜਿਹੜਾ ਹੈਗਾ ਅੰਡਰ ਦੇ ਵਿੱਚ 3 ਦਾ ਸਕੁਅਰ ਪਲੱਸ 4 ਦਾ ਸਕੁਅਰ, ਤੇ ਇਹਦਾ ਦੋਸਤੋ ਕਿੰਨਾ ਆ ਗਿਆ ਸਕੁਅਰ 9, ਤੇ ਇਹਦਾ ਦੋਸਤੋ ਆ ਗਿਆ 16, ਤੇ ਇਹਨੂੰ ਪਲੱਸ ਕਰ ਦਿੱਤਾ √25 ਆ ਗਿਆ। ਤੇ ਇਹ ਦੋਸਤੋ ਕੀ ਹੈ 5 ਦਾ ਜਿਹੜਾ ਹੈਗਾ ਵਾ ਵਰਗਮੂਲ ਹੁੰਦਾ ਹੈ 25। ਠੀਕ ਹੈ ਜੀ, 25 ਦੋਸਤੋ ਜਿਹੜਾ ਹੈਗਾ 25 ਦਾ ਵਰਗਮੂਲ ਕੀ ਹੁੰਦਾ ਹੈ 5 ਹੁੰਦਾ ਹੈ। ਤਾਂ ਇਹ ਜਿਹੜੀ ਹੈਗੀ ਸਟੇਟਮੈਂਟ ਬਿਲਕੁਲ ਜਿਹੜੀ ਹੈਗੀ ਆਪਣੀ ਕੀ ਹੈ ਟਰੂ ਹੈ, ਯਾਨੀ ਕਿ ਸਹੀ ਹੈ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ, ਆ ਦੇਖੋ 5 ਇਕਾਈ ਲਿਖਿਆ ਹੋਇਆ ਇਹਨਾਂ ਨੇ, 5 ਇਕਾਈ ਹੈ। ਅੱਗੇ ਦੋਸਤੋ ਕੋਣ A ਦੇ ਕਿਸੇ ਮੁੱਲ ਦੇ ਲਈ ਜਿਹੜਾ ਹੈਗਾ sin A = 3/5 ਹੋ ਸਕਦਾ ਹੈ। ਤਾਂ ਇਹ ਜਿਹੜਾ ਹੈਗਾ ਬਿਲਕੁਲ ਸਹੀ ਹੈ, ਕਿਉਂਕਿ ਬਿਲਕੁਲ ਹੋ ਸਕਦਾ ਹੈ ਦੋਸਤੋ sin A = 3/5 ਹੋ ਸਕਦਾ ਹੈ ਕੋਣ A ਦੇ ਮੁੱਲ ਲਈ। ਕਿਉਂਕਿ ਦੋਸਤੋ ਆਪਾਂ ਜਿਹੜਾ ਹੈਗਾ ਵਾ sin ਦੀ ਵੈਲਿਊ ਆਪਾਂ ਲੈ ਕੇ ਚੱਲਦੇ ਹਾਂ 0 ਤੋਂ 1 ਦੇ ਵਿਚਕਾਰ। ਠੀਕ ਹੈ ਜੀ, ਤਾਂ ਇਹ ਜਿਹੜਾ ਹੈਗਾ ਤੁਹਾਡਾ ਆਨਸਰ ਬਿਲਕੁਲ ਸਹੀ ਹੋਏਗਾ। ਉਸ ਤੋਂ ਬਾਅਦ ਦੋਸਤੋ ਮੱਧਮਾਨ ਮਧਿਕਾ ਅਤੇ ਬਹੁਲਕ ਵਿੱਚ ਸੰਬੰਧ 3 ਬਹੁਲਕ = ਮਧਿਕਾ + 2 ਮੱਧਮਾਨ ਹੁੰਦਾ ਹੈ। ਇਹ ਫਾਰਮੂਲਾ ਸਹੀ ਹੈ ਜਾਂ ਗਲਤ, ਤਾਂ ਬਿਲਕੁਲ ਜਿਹੜਾ ਹੈਗਾ ਦੋਸਤੋ ਗਲਤ ਹੈ। ਕਿਉਂਕਿ ਦੋਸਤੋ ਆਹ ਜਿਹੜਾ ਫਾਰਮੂਲਾ ਤੁਸੀਂ ਇੱਥੇ ਆਹ ਦੇਖ ਸਕਦੇ ਹੋ, ਜਿਹੜਾ ਇਹਨਾਂ ਨੇ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਉਹ ਇਹ ਵਾਲਾ ਫਾਰਮੂਲਾ ਹੈ 3 ਮੋਡ = ਮੀਡੀਅਨ + 2 ਮੀਨ। ਬਟ ਦੋਸਤੋ ਰੀਅਲ ਦੇ ਵਿੱਚ ਜਿਹੜਾ ਹੈਗਾ ਅਸਲੀ ਫਾਰਮੂਲਾ ਉਹ ਹੈ ਕਿ 3 ਮੀਡੀਅਨ = ਮੋਡ + 2 ਮੀਨ। ਠੀਕ ਹੈ ਜੀ, ਯਾਨੀ ਕਿ ਬਸ ਇਹਨਾਂ ਨੇ ਬਸ ਆਹੀ ਕੀਤਾ ਕਿ ਆਹ ਜਿਹੜਾ ਮੀਡੀਅਨ ਸੀਗਾ ਉਹ ਜਿਹੜਾ ਹੈਗਾ ਵਾ ਉਹ ਇੱਥੇ ਲਿਖਣਾ ਸੀਗਾ, ਤੇ ਮੋਡ ਜਿਹੜਾ ਹੈਗਾ ਉਹ ਇੱਥੇ ਲਿਖਣਾ ਸੀਗਾ। ਬਸ ਇਹਨਾਂ ਨੇ ਆਹੀ ਗਲਤੀ ਕਰ ਦਿੱਤੀ। ਤੇ ਜਿਵੇਂ ਕਿ ਆ ਦੇਖ ਲਓ ਪੰਜਾਬੀ ਦੇ ਵਿੱਚ 3 ਮਧਿਕਾ = ਬਹੁਲਕ + 2 ਮੱਧਮਾਨ, ਆਹ ਤੁਹਾਡਾ ਕਰੈਕਟ ਫਾਰਮੂਲਾ, ਇਹ ਗਲਤ ਆ। ਠੀਕ ਹੈ ਜੀ, ਤੇ ਕੁਐਸਚਨ ਦੇ ਵਿੱਚ ਇਸ ਲਈ ਆਪਣਾ ਇਹ ਜਿਹੜਾ ਹੈਗਾ ਕੀ ਹੋ ਜਾਂਦਾ ਵਾ ਗਲਤ ਸਟੇਟਮੈਂਟ ਹੈ, ਯਾਨੀ ਕਿ ਫਾਲਸ ਹੈ। ਠੀਕ ਹੈ ਜੀ, ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਕੀ ਹੋ ਜਾਏਗਾ, ਇੱਥੇ ਆਪਣਾ ਜਿਹੜਾ ਹੈਗਾ ਇਹ ਫਾਲਸ ਹੋ ਜਾਏਗਾ, ਯਾਨੀ ਕਿ ਗਲਤ ਹੈ। ਅਗਰ ਇਹ ਵਾਲਾ ਇੱਥੇ ਹੁੰਦਾ, ਇਹ ਵਾਲਾ ਇੱਥੇ ਹੁੰਦਾ, ਫਿਰ ਆਪਾਂ ਇਸ ਨੂੰ ਸਹੀ ਮੰਨਦੇ। ਉਸ ਤੋਂ ਬਾਅਦ ਦੋਸਤੋ ਖਾਲੀ ਥਾਵਾਂ ਨੇ, ਤਾਂ ਦੇਖੋ ਕੀ ਹੈ, ਸਭ ਤੋਂ ਪਹਿਲਾਂ ਜੇਕਰ 6 ਤੇ k ਦੀ ਦਿੱਤੀ ਗਈ ਸਮੀਕਰਨ 3x - y = 22 ਦਾ ਇੱਕ ਹੱਲ ਹੈ, ਤਾਂ k ਦਾ ਜਿਹੜਾ ਹੈਗਾ ਮੁੱਲ ਡੈਸ਼ ਹੋਵੇਗਾ। ਤਾਂ ਜਿਹੜਾ ਹੈਗਾ ਇਸ ਦਾ ਆਨਸਰ ਕੀ ਆ ਜਾਏਗਾ ਦੋਸਤੋ -4 ਆਏਗਾ। ਤਾਂ ਦੇਖੋ ਕੀ ਹੈ, x ਦੀ ਜਗ੍ਹਾ ਤੇ ਦੋਸਤੋ 6, y ਦੀ ਜਗ੍ਹਾ ਤੇ k। ਠੀਕ ਹੈ ਜੀ, ਤਾਂ ਕੀ ਕਿਹਾ ਦੋਸਤੋ ਦੁਬਾਰਾ ਤੇ ਦੇਖੋ ਕਿ ਬਈ ਜਿਹੜਾ ਹੈਗਾ x ਦੀ ਜਗ੍ਹਾ ਤੇ ਆਪਾਂ 6 ਰੱਖ ਲਓ, y ਦੀ ਜਗ੍ਹਾ ਤੇ ਦੋਸਤੋ k। ਪਹਿਲਾ ਮੁੱਲ x ਹੀ ਹੁੰਦਾ ਹੈ, ਇਹ ਯਾਦ ਰੱਖਿਓ, ਤੇ ਦੂਜਾ ਮੁੱਲ y ਹੀ ਹੁੰਦਾ ਹੈ। ਠੀਕ ਹੈ, ਇਸ ਤਰ੍ਹਾਂ ਦੋਸਤੋ ਦੇਖ ਲਓ 3 × 6 - k = 22, 18 - k = 22, ਤਾਂ -k = 4, ਤਾਂ k = -4। ਤਾਂ ਇੱਥੇ ਤੁਹਾਡਾ ਜਿਹੜਾ ਹੈਗਾ ਵਾ -4 ਇੱਥੇ ਤਾਂ ਹੀ ਇੱਥੇ ਆਨਸਰ ਆਇਆ ਵਾ, ਕੱਢ ਕੇ ਵੀ ਇਹਨਾਂ ਨੇ ਦਿਖਾ ਦਿੱਤਾ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ, ਅੰਕ ਗਣਿਤਕ ਲੜੀ 2 7 12 ਦਾ ਅਗਲਾ ਪਦ ਕੀ ਹੋਏਗਾ। ਜਿਵੇਂ ਕਿ 2 ਆਇਆ, ਠੀਕ ਹੈ ਜੀ, ਫਿਰ 7 ਹੋਇਆ, ਫਿਰ ਉਸ ਤੋਂ ਬਾਅਦ 12 ਹੋਇਆ। ਠੀਕ ਹੈ ਜੀ, ਫਿਰ ਅਗਲਾ ਕੀ ਹੋਏਗਾ ਦੱਸਦੇ ਹਾਂ ਤੁਹਾਨੂੰ ਇੱਥੇ। ਤਾਂ ਦੇਖੋ ਦੋਸਤੋ ਇਹਦਾ ਆਨਸਰ ਕੀ ਆ ਜਾਏਗਾ, ਇਹਦਾ ਆਨਸਰ ਆਏਗਾ 17। ਕਿਉਂਕਿ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਵਾ 17, ਹਾਂਜੀ ਆਨਸਰ ਹੈ ਇਹਦਾ।
ਤਾਂ ਦੇਖੋ 2 ਤੋਂ 7 ਹੋਇਆ, यानी कि 5 ऐड होए, 2 5 किन्ने हुंदे प्लस करके 7, तो 7 तो बाद दोस्तों 12 होया। फिर ਇਹਦਾ डिफरेंस देखोगे 5 ਦਾ ਹੀ ਆ, ਤਾਂ ਫਿਰ ਹੁਣ ਜਿਹੜਾ ਨੈਕਸਟ ਜਾਏਗਾ ਉਹ ਵੀ ਤਾਂ 5 ਦੇ डिफरेंस ਨਾਲ ਹੀ ਜਾਏਗਾ, यानी कि 12 ਦੇ ਵਿੱਚ 5 ਜੋੜ ਦਿੱਤੇ ਤਾਂ ਕਿੰਨਾ ਆ ਗਿਆ 17, ਤਾਂ 17 ਹੀ ਜਿਹੜਾ ਇਸ ਦਾ ਰਾਈਟ ਆਨਸਰ ਹੈ। ਤਾਂ ਹੁਣ ਇਹਦੇ ਵਿੱਚ ਇਹਨਾਂ ਨੇ ਹੀ ਪੁੱਛਿਆ ਹੈ ਕਿ ਅਗਲਾ ਕੀ ਹੋਏਗਾ, ਤਾਂ ਹਰ ਵਾਰੀ 5 ਜੁੜ ਰਹੇ ਹਨ, ਤਾਂ ਹੁਣ ਜਿਹੜਾ ਹੈਗਾ ਵਾ 12 + 5 यानी कि ਤੁਹਾਡਾ ਜਿਹੜਾ ਹੈਗਾ 17 ਆਵੇਗਾ। ਤਾਂ ਇੱਥੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਵਾ ਕੀ ਲਿਖ ਦੇਣਾ ਵਾ 17। ਉਸ ਤੋਂ ਬਾਅਦ ਹੈ ਦੋਸਤੋ ਚਿੱਤਰ ਵਿੱਚ ਜਿਹੜਾ ਹੈਗਾ ਜੇਕਰ LM ਪੈਰਲਲ QR ਹੋਵੇ ਤਾਂ PM ਜਿਹੜਾ ਹੈਗਾ ਕਿਹਦੇ ਬਰਾਬਰ ਹੋਵੇਗਾ, ਠੀਕ ਹੈ ਜੀ। ਤਾਂ ਇਹਦਾ ਆਨਸਰ ਦੇਖ ਲਓ ਦੋਸਤੋ ਕੀ ਹੈ ਆ ਰਿਹਾ ਕਿ ਬਈ ਜਿਹੜਾ ਹੈਗਾ ਤੁਹਾਡਾ ਇੱਥੇ LM ਪੈਰਲਲ ਜਿਹੜਾ ਹੈਗਾ ਦੋਸਤੋ QR ਹੈ, ਤਾਂ ਦੋਸਤੋ ਜਿਹੜਾ ਹੈਗਾ ਵਾ PM, ਠੀਕ ਹੈ ਜੀ, P ਅਤੇ M, ਠੀਕ ਹੈ ਜੀ, PM ਹੈ ਉਹ ਦੋਸਤੋ ਕਿਹਦੇ ਬਰਾਬਰ ਹੈ। ਤਾਂ ਇਹਦਾ ਆਨਸਰ ਦੋਸਤੋ ਚਲੋ ਆਪਾਂ ਦੇਖਦੇ ਹਾਂ ਕਿ ਕੀ ਹੈ। ਤਾਂ ਦੇਖੋ ਦੋਸਤੋ ਹਾਂਜੀ ਆ ਰਿਹਾ ਦੋਸਤੋ ਇਹ ਜਿਹੜਾ ਹੈਗਾ ਵਾ 3 ਸੈਂਟੀਮੀਟਰ, ਇਸ ਵਿੱਚ ਮੁੱਲ ਸਮਾਨਤਾ ਦੀ ਅਨੁਪਾਤ ਦੀ ਥਿਓਰਮ ਲੱਗ ਰਹੀ ਹੈ, ਠੀਕ ਹੈ ਜੀ। ਜਿਹੜਾ ਹੈ ਤੁਹਾਡਾ ਦਿੱਤਾ ਹੈ ਥੇਲਸ ਥਿਓਰਮ ਜਿਹਨੂੰ ਆਪਾਂ ਕਹਿੰਦੇ ਆ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਵਾ ਤੁਸੀਂ ਇਸ ਨੂੰ ਆਹ ਦੇਖ ਸਕਦੇ ਹੋ, ਜਿਵੇਂ ਕਿ ਦੋਸਤੋ ਆਹ ਦੇਖ ਲਓ, ਆਹ ਤੁਹਾਡਾ ਜਿਹੜਾ ਹੈਗਾ 8 ਦਿੱਤਾ ਹੋਇਆ ਵਾ ਨਾ, ਠੀਕ ਹੈ ਜੀ। 8 ਦਾ ਇਹ ਅੱਧਾ ਹੋ ਰਿਹਾ ਵਾ 4, ਤੇ ਇੱਥੇ ਆ ਜਿਹੜਾ 6 ਦਿੱਤਾ ਹੋਇਆ ਵਾ ਨਾ, 6 ਦਾ ਇਹ ਅੱਧਾ ਹੋ ਰਿਹਾ ਵਾ 3, ਠੀਕ ਹੈ ਜੀ। ਤਾਂ ਇੱਥੇ ਜਿਹੜਾ ਹੈਗਾ ਤੁਸੀਂ 3 ਸੈਂਟੀਮੀਟਰ ਇੱਥੇ ਆਨਸਰ ਲਾ ਲੈਣਾ ਵਾ, ਬਸ ਸਿੰਪਲ ਹੀ ਸੀਗਾ, ਜ਼ਿਆਦਾ ਕੋਈ ਔਖਾ ਥੋੜੀ ਸੀਗਾ। ਆਹ ਦੇਖੋ 8 ਤੋਂ 4 ਹੋਇਆ, ਅੱਧਾ ਹੋ ਗਿਆ ਇਹਦਾ, ਠੀਕ ਹੈ ਜੀ। ਆਹ 6 ਤੋਂ ਜਿਹੜਾ ਹੈਗਾ ਵਾ ਇੱਥੇ 3 ਹੀ ਹੋਏਗਾ ਫਿਰ, ਠੀਕ ਹੈ ਜੀ, ਇਹਦਾ ਵੀ ਅੱਧਾ ਹੋ ਜਾਏਗਾ ਇੱਥੇ, ਇਸ ਲਈ ਜਿਹੜਾ ਹੈਗਾ ਤੁਸੀਂ ਇੱਥੇ ਜਿਹੜਾ ਹੈਗਾ ਵਾ 3 ਲਿਖ ਦੇਣਾ ਵਾ। 3 ਜਿਹੜਾ ਹੈਗਾ ਵਾ ਇਸ ਦੇ ਬਰਾਬਰ ਹੈਗਾ ਵਾ, ਠੀਕ ਹੈ ਜੀ, ਇਜ਼ ਇਕੁਅਲ ਟੂ ਹੈਗਾ ਵਾ। ਜਿਵੇਂ ਕਿ ਤੁਸੀਂ ਆ ਦੇਖ ਲਓ ਅੱਧਾ ਹੋ ਰਿਹਾ ਵਾ, 8 ਤੋਂ 4 ਹੋਇਆ ਤਾਂ ਫਿਰ 6 ਤੋਂ ਅੱਧਾ 3 ਹੀ ਹੋਊਗਾ, ਠੀਕ ਹੈ ਜੀ। ਇਸ ਲਈ ਜਿਹੜਾ ਹੈਗਾ ਤੁਸੀਂ ਇੱਥੇ ਆਨਸਰ ਜਿਹੜਾ ਹੈਗਾ ਵਾ 3 ਸੈਂਟੀਮੀਟਰ ਸਮ ਲਾ ਦੇਣਾ ਵਾ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ, ਜੇਕਰ ਰੇਖਾ ਖੰਡ RS ਦਾ ਮੱਧ ਬਿੰਦੂ M ਹੈ, ਠੀਕ ਹੈ ਜੀ, ਤਾਂ RM ਅਤੇ SM ਦਾ ਅਨੁਪਾਤ ਡੈਸ਼ ਹੋਵੇਗਾ। ਤਾਂ ਇਸ ਦਾ ਕੀ ਹੋਏਗਾ ਦੇਖ ਲੈਣੇ ਆਨਸਰ। ਤਾਂ ਦੇਖੋ ਕੀ ਹੈ, ਇਹਦਾ ਹੋਏਗਾ 1:1। ਤਾਂ ਕਈ ਰੇਖਾ ਖੰਡ ਹੈ ਜਿਹਨੂੰ ਆਪਾਂ ਲਾਈਨ ਸੈਗਮੈਂਟ ਕਹਿੰਦੇ ਆ, ਠੀਕ ਹੈ ਜੀ। ਕੋਈ ਰੇਖਾ ਖੰਡ ਹੈ ਜਿਹਨੂੰ ਆਪਾਂ ਲਾਈਨ ਸੈਗਮੈਂਟ ਕਹਿੰਦੇ ਆ, ਜਿਵੇਂ ਕਿ ਆ ਵਾ, ਠੀਕ ਹੈ ਜੀ। ਤੇ ਇਹ ਜਿਹੜਾ ਹੈਗਾ ਪੁਆਇੰਟ ਆ ਮਿਡ ਦਾ ਵਾ, ਠੀਕ ਹੈ ਜੀ, ਤੇ R ਪੁਆਇੰਟ ਇਹ S ਪੁਆਇੰਟ ਆ, ਤਾਂ ਇਹ ਜਿੰਨਾ ਹੈਗਾ ਵਾ ਦੋਸਤੋ ਇਹ ਇੰਨਾ ਹੀ ਹੋਏਗਾ। ਤਾਂ ਇਸ ਲਈ ਦੋਸਤੋ 1:1 ਆ ਰਿਹਾ ਵਾ, ਯਾਨੀ ਕਿ ਦੋਸਤੋ ਜਿਹੜੇ ਬਰਾਬਰ ਰਕਮਾਂ ਦੀ ਰੇਸ਼ੀਓ ਵੀ ਜਿਹੜੀ ਹੈਗੀ ਬਰਾਬਰ ਹੁੰਦੀ ਹੈ। ਤਾਂ ਇੱਥੇ ਜਿਹੜਾ ਹੈਗਾ ਤੁਹਾਡਾ 1:1 ਇੱਥੇ ਆਨਸਰ ਹੋ ਜਾਵੇਗਾ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਕਿ ਇੱਕ ਚੱਕਰੀ ਖੰਡ ਦਾ ਖੇਤਰਫਲ = ਸੰਗਤ ਅਰਧਵਿਆਸੀ ਖੰਡ ਦਾ ਖੇਤਰਫਲ ਮਾਈਨਸ ਸੰਗਤ ਦਾ ਜਿਹੜਾ ਹੈਗਾ ਵਾ ਹਾਂਜੀ ਮਾਈਨਸ ਸੰਗਤ ਡੈਸ਼ ਦਾ ਜਿਹੜਾ ਹੈਗਾ ਖੇਤਰਫਲ ਹੁੰਦਾ ਹੈ। ਪੰਜਵੇਂ ਦਾ ਜਿਹੜਾ ਹੈਗਾ ਰਾਈਟ ਆਨਸਰ ਕੀ ਆ ਜਾਏਗਾ? ਪੰਜਵੇਂ ਦਾ ਰਾਈਟ ਆਨਸਰ ਆ ਜਾਏਗਾ ਦੋਸਤੋ ਤਿਕੋਣ, ਜਾਂ ਫਿਰ ਦੋਸਤੋ त्रिभुज भी लिख सकते हो ਤੁਸੀਂ, ਤਿਕੋਣ ਹੀ ਲਿਖੋ ਚਲੋ, ਠੀਕ ਹੈ ਜੀ। ਤਾਂ ਦੇਖੋ ਚੱਕਰੀ ਖੰਡ ਚੱਕਰ ਦਾ ਹਿੱਸਾ ਬਰਾਬਰ ਹੈ ਸੰਗਤ ਅਰਧਵਿਆਸੀ ਜਿਹੜਾ ਹੈਗਾ ਦੋਸਤੋ ਆਪਣਾ ਖੰਡ ਦਾ ਖੇਤਰਫਲ। ਤਾਂ ਇਹਦੇ ਵਿੱਚ ਤੁਸੀਂ ਆਹ ਦੇਖ ਸਕਦੇ ਹੋ ਕਿ ਦੋਸਤੋ ਕੀ ਹੈ ਕਿ ਇਹ ਜਿਹੜਾ ਹੈਗਾ ਵਾ ਸੰਗਤ ਅਰਧਵਿਆਸੀ ਖੰਡ ਹੈ, ਠੀਕ ਹੈ ਜੀ, ਯਾਨੀ ਕਿ ਇੰਗਲਿਸ਼ ਦੇ ਵਿੱਚ ਕੋਰਸਪੋਂਡਿੰਗ ਸੈਕਟਰ। ਤਾਂ ਦੋਸਤੋ ਸੰਗਤ ਜਿਹੜਾ ਹੈਗਾ ਵਾ ਉਹ ਤਿਕੋਣ ਆਏਗਾ ਜਾਂ ਫਿਰ त्रिभुज ਆਏਗਾ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਟ੍ਰਾਇੰਗਲ ਕਹਿੰਦੇ ਆ। ਤਾਂ ਦੋਸਤੋ ਆਹ ਜਿਹੜਾ ਹੈਗਾ ਵਾ ਆਪਣਾ ਆਹ ਵਾਲਾ ਜਿਹੜਾ ਏਰੀਆ ਵਾ, ਠੀਕ ਹੈ ਜੀ, ਆਹ ਵਾਲਾ ਪੋਰਸ਼ਨ ਜਿਹੜਾ ਹੈਗਾ ਅਸੀਂ ਕੱਢਣਾ ਹੈ, ਤਾਂ ਟ੍ਰਾਇੰਗਲ ਵਾਲਾ ਜਿਹੜਾ ਹੈਗਾ ਵਾ ਮਾਈਨਸ ਕਰਨਾ ਵਾ ਇਹਦੇ ਵਿੱਚੋਂ, ਠੀਕ ਹੈ ਜੀ। ਤਾਂ ਆਹ ਵਾਲਾ ਜਿਹੜਾ ਹੈਗਾ ਪੋਰਸ਼ਨ ਕਰਨਾ ਵਾ, ਤਾਂ ਆਹ ਵਾਲਾ ਜਿਹੜਾ ਹੈਗਾ ਵਾ ਮਾਈਨਸ ਆਪਾਂ ਕਰਾਂਗੇ ਤਦ ਫਿਰ ਇਹ ਵਾਲਾ ਜਿਹੜਾ ਹੈਗਾ ਪੋਰਸ਼ਨ ਆ ਜਾਏਗਾ। ਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਆਹ ਜਿਹੜਾ ਕਰ ਦਿੱਤਾ। ਤਾਂ ਦੋਸਤੋ ਆਦੇ ਜਿਹੜਾ ਆਨਸਰ ਹੈ ਉਹ ਕਿੰਨਾ ਆ ਗਿਆ, ਸੌਰੀ ਕੀ ਆਇਆ ਆਨਸਰ ਇਹਦਾ? ਤਿਕੋਣ ਜਾਂ ਫਿਰ त्रिभुज ਇੱਥੇ ਆਨਸਰ ਤੁਸੀਂ ਲਿਖ ਦੇਣਾ ਵਾ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਕਿ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਡੈਸ਼ ਹੁੰਦਾ ਹੈ। ਤਾਂ 6ਵੇਂ ਪ੍ਰਸ਼ਨ ਦਾ ਆਨਸਰ ਜਿਹੜਾ ਹੈਗਾ ਕੀ ਆ ਜਾਏਗਾ? 4πr ਦਾ ਸਕੁਅਰ, ਯਾਨੀ ਕਿ ਗੋਲਾ ਜਿਹੜਾ ਹੈਗਾ ਵਾ ਮੇਨ ਉਹਦਾ ਕੀ ਹੈ? ਸਫੇਅਰ, ਯਾਨੀ ਕਿ 4πr ਦਾ ਸਕੁਅਰ। ਕੁੱਲ ਮਤਲਬ ਦੋਸਤੋ ਕੀ ਹੈ? ਟੋਟਲ ਸਰਫੇਸ, ਹਾਂਜੀ ਟੋਟਲ ਸਰਫੇਸ ਏਰੀਆ, ਜਾਂ ਫਿਰ ਦੋਸਤੋ ਟੋਟਲ ਫਿਰ ਨਹੀਂ ਲਿਖਿਆ ਹੋਊਗਾ, ਫਿਰ ਵੀ ਤੁਸੀਂ ਸਰਫੇਸ ਏਰੀਆ ਦਾ ਜਿਹੜਾ ਹੈਗਾ ਫਾਰਮੂਲਾ ਆਹੀ ਲਿਖਣਾ ਹੈਗਾ ਵਾ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ? ਜੇਕਰ ਕਿਸੇ ਮੈਚ ਵਿੱਚ ਇੱਕ ਖਿਡਾਰੀ ਦੇ ਜਿੱਤਣ ਦੀ ਸੰਭਾਵਨਾ 0.62 ਹੋਵੇ ਤਾਂ ਦੂਸਰੇ ਵਿਰੋਧੀ ਖਿਡਾਰੀ ਦੀ ਹਾਰਨ ਦੀ ਸੰਭਾਵਨਾ ਡੈਸ਼ ਹੋਵੇਗੀ। ਤਾਂ ਇਹਦਾ ਕੀ ਹੋਏਗਾ ਆਨਸਰ? ਤਾਂ ਦੇਖੋ ਦੋਸਤੋ ਇਹਦਾ ਆਨਸਰ ਜਿਹੜਾ ਹੈਗਾ ਵਾ 0.62 ਹੀ ਇੱਥੇ ਇਹਨਾਂ ਨੇ ਲਿਖਿਆ ਹੋਇਆ ਵਾ ਕਿ 0.62 ਇੱਥੇ ਤੁਹਾਡਾ ਜਿਹੜਾ ਹੈਗਾ ਵਾ ਆਨਸਰ ਹੋਏਗਾ ਸੇਮ, ਠੀਕ ਹੈ ਜੀ, 0.62। ਅਗਰ ਉਹਦੀ ਜਿਹੜੀ ਹੈਗੀ ਆ ਜਿੱਤਣ ਦੀ ਸੰਭਾਵਨਾ ਵਾ ਤੇ ਦੂਸਰੇ ਦੀ ਹਾਰਨ ਦੀ, ਤਾਂ ਸੇਮ ਹੀ ਹੁੰਦੀ ਹੈ, ਇਹ ਗੱਲ ਚੇਤੇ ਰੱਖਿਓ, ਠੀਕ ਹੈ ਜੀ। ਤੇ ਇਹਦੇ ਵਿੱਚ ਦੋਸਤੋ ਦੇਖੋ ਕੀ ਲਿਖਿਆ ਹੈ ਕਿ ਇੱਕ ਖਿਡਾਰੀ ਦੇ ਜਿੱਤਣ ਦੀ ਸੰਭਾਵਨਾ, ਮੰਨ ਲਓ ਇੱਕ ਮੈਚ ਹੋ ਰਿਹਾ ਹੈ ਇੰਡੀਆ ਵਰਸਸ ਇੰਗਲੈਂਡ ਦਾ, ਤਾਂ ਦੋਨਾਂ ਵਿੱਚ ਜਿਹੜਾ ਹੈਗਾ ਵਾ ਇੰਡੀਆ ਦੀ ਜਿੱਤਣ ਦੀ ਸੰਭਾਵਨਾ ਜਿਹੜੀ ਹੈਗੀ 0.6 ਹੈ, ਤਾਂ ਦੂਸਰੇ ਵਿਰੋਧੀ ਖਿਡਾਰੀ ਜਾਂ ਫਿਰ ਟੀਮ ਦੇ ਹਾਰਨ ਦੀ ਸੰਭਾਵਨਾ ਤਾਂ ਫਿਰ ਉਹਦੇ ਵੀ ਜਿਹੜੀ ਹੈਗੀ 0.6 ਜਾਂ ਫਿਰ 62 ਹੋਏਗੀ, ਠੀਕ ਹੈ ਜੀ। ਤਾਂ ਆਪਣੀ ਜਿੱਤ ਅਤੇ ਉਹਨਾਂ ਦੀ ਹਾਰ ਤਾਂ ਸੇਮ ਹੀ ਸੰਭਾਵਨਾ
रहेगी। अगर पुछ लेंदे कि जितन ਜਿਹੜਾ ਹੈਗਾ ਉਹ ਜਿੱਤ ਗਏ ਤੇ ਜਿਹੜੀ ਹੈਗੀ ਸਾਡੀ ਸੰਭਾਵਨਾ ਤੇ ਫਿਰ ਆਪਣਾ ਲਿਖ ਦੇ 0.38, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਦੇਖ ਲਓ ਇਹਨਾਂ ਨੇ ਕੀ ਲਿਖਿਆ ਕਿ ਫਾਰਮੂਲਾ ਲਿਖਿਆ ਹੋਇਆ ਵਾ। ਫਾਰਮੂਲਾ ਕੀ ਹੈ ਦੋਸਤੋ, ਇਹ ਹਾਂਜੀ 1 ਮਾਈਨਸ 0.62 ਇਜ਼ ਇਕੁਅਲ ਟੂ 0.38। ਤਾਂ ਇਹ ਦੋਸਤੋ ਉਦੋਂ ਕਰਨਾ ਹੈ ਜਦੋਂ ਦੋਸਤੋ ਕੀ ਹੈ ਕਿ ਦੋਨੋਂ ਜਗ੍ਹਾ ਸੇਮ ਹੋਵੇ, ਠੀਕ ਹੈ ਜੀ। ਇਧਰੋਂ ਵੀ ਜਿੱਤਣਾ ਹੈ ਤੇ ਉਧਰੋਂ ਵੀ ਜਿਹੜਾ ਹੈਗਾ ਜਿੱਤਣਾ ਹੈ, ਠੀਕ ਹੈ ਜੀ। ਤਾਂ ਇੱਕ ਦਾ ਜਿਹੜਾ ਹੈਗਾ 1 ਤੇ ਦੂਜੇ ਦਾ ਆਟੋਮੈਟਿਕਲੀ ਕੀ ਜਿਹੜਾ ਹੈਗਾ ਵਾ ਕੀ ਹੈ ਲੋਸ ਹੋਏਗਾ। ਤਾਂ ਇਹ ਜਿਹੜਾ ਹੈਗਾ ਵਾ ਲੋਸ ਹੁੰਦਾ ਹੈ। ਤਾਂ ਤੁਹਾਡਾ ਜਿਹੜਾ ਹੈਗਾ ਇੱਥੇ ਹੁਣ ਇਸ ਫਿਲਿਪਸ ਦੇ ਅਕੋਰਡਿੰਗ ਦੋਸਤੋ ਜੇ ਗੱਲ ਕਰੀਏ ਤਾਂ ਇੱਥੇ ਜਿਹੜਾ ਹੈਗਾ ਤੁਹਾਡਾ 0.62 ਹੀ ਆਏਗਾ। ਉਸ ਤੋਂ ਬਾਅਦ ਦੋਸਤੋ ਹੁਣ ਦੇਖੋ ਅਗਲੇ ਪ੍ਰਸ਼ਨ ਨੇ ਤੁਹਾਡੇ ਭਾਗ ਆੜਾ ਦੇ ਪ੍ਰਸ਼ਨ ਨੇ। ਤਾਂ ਦੇਖੋ ਇਹਦੇ ਵਿੱਚ ਕੀ ਹੈ, 2 ਅੰਕ ਦੇ ਪ੍ਰਸ਼ਨ ਨੇ। ਜੇਕਰ ਮੰਮਾ ਸੱਸਾ ਬੱਬਾ ਯਾਨੀ ਕਿ ਜਿਹੜਾ ਹੈਗਾ ਤੁਹਾਡਾ HCF 360 ਤੇ 657 ਇਜ਼ ਇਕੁਅਲ ਟੂ 9 ਦਿੱਤਾ ਹੈ, ਤਾਂ ਜਿਹੜਾ ਹੈਗਾ ਲੱਲਾ ਸੱਸਾ ਬੱਬਾ ਯਾਨੀ ਕਿ ਦੋਸਤੋ LCM ਜਿਹੜਾ ਹੈਗਾ ਵਾ ਪਤਾ ਕਰੋ। ਤਾਂ ਦੋਸਤੋ ਚਲੋ ਇਸ ਨੂੰ ਆਪਾਂ LCM ਨੂੰ ਪਤਾ ਕਰਦੇ ਹਾਂ। ਤਾਂ ਆ ਰਿਹਾ ਦੋਸਤੋ ਤੁਹਾਡਾ ਜਿਹੜਾ ਹੈਗਾ ਆਨਸਰ ਆਹ ਇੰਨਾ ਜਿਹੜਾ ਹੈਗਾ ਤੁਹਾਡਾ ਆਨਸਰ ਹੈ। ਤਾਂ ਸੋਲੂਸ਼ਨ ਦੇਖੋ HCF 360 ਮਾਈਨਸ 657 ਇਜ਼ ਇਕੁਅਲ ਟੂ 9, ਠੀਕ ਹੈ ਜੀ। ਆਹ ਪਹਿਲਾ ਵਾ ਤੁਹਾਡੇ ਤੇ ਦੂਸਰਾ ਵਾ। ਤਾਂ LCM ਕੀ ਹੈ ਦੋਸਤੋ ਇਜ਼ ਇਕੁਅਲ ਟੂ 360 ਇੰਟੂ 657 ਵਟੇ ਦੇ ਵਿੱਚ 9, ਠੀਕ ਹੈ ਜੀ। ਤਾਂ ਇਸ ਨੂੰ ਕੱਟ ਕੇ ਜਿਹੜਾ ਹੈਗਾ ਵਾ ਕਿੰਨਾ ਆ ਗਿਆ ਆਨਸਰ 26,280 ਤੁਹਾਡਾ ਜਿਹੜਾ ਹੈਗਾ ਵਾ ਇੱਥੇ ਆਨਸਰ ਇਹ ਵਾਲਾ ਆ ਗਿਆ। ਇਸ ਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ। ਅਗਲਾ ਪ੍ਰਸ਼ਨ ਦੇਖੋ, 5ਵਾਂ ਪ੍ਰਸ਼ਨ ਹੈ ਦੋਸਤੋ ਕਿ 2 ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜਫਲ ਅਤੇ ਗੁਣਨਫਲ ਕ੍ਰਮਵਾਰ 0 ਅਤੇ ਜਿਹੜਾ ਹੈਗਾ √5 ਹੋਵੇ। ਤਾਂ ਦੇਖੋ ਦੋਸਤੋ ਇਹੀ ਤੁਹਾਡਾ ਪ੍ਰਸ਼ਨ ਆ ਸੇਮ। ਤੁਸੀਂ ਜਿਹੜਾ ਹੈਗਾ ਵਾ √5 ਤੇ 0, ਠੀਕ ਹੈ ਜੀ। ਤਾਂ ਸਿਫਰਾਂ ਦਾ ਜੋੜ ਯਾਨੀ ਕਿ 0, ਸਿਫਰਾਂ ਦੀ ਗੁਣਾ ਦੋਸਤੋ √5। ਮੰਨ ਲਓ ਬਹੁਪਦ ਜਿਹੜਾ ਹੈਗਾ ਦੋਸਤੋ ax² ਪਲੱਸ bx ਪਲੱਸ c, ਠੀਕ ਹੈ ਜੀ। ਤਾਂ ਲੈਟ ਦਾ ਪੋਲੀਨੋਮੀਅਲ ਤਾਂ ਅਲਫਾ ਪਲੱਸ ਹਾਂਜੀ ਅਲਫਾ ਪਲੱਸ ਬੀਟਾ ਇਜ਼ ਇਕੁਅਲ ਟੂ ਦੋਸਤੋ ਕੀ ਹੈ -b/a। ਤਾਂ ਅਲਫਾ ਬੀਟਾ ਇਜ਼ ਇਕੁਅਲ ਟੂ ਦੋਸਤੋ c/a। ਤੇ ਲੈਟ ਦਾ ਪੋਲੀਨੋਮੀਅਲ ਆ ਤਾਂ ਉਹੀ ਹੋ ਗਿਆ ਜਿਹੜਾ ਆਪਾਂ ਜਿਹੜਾ ਉੱਪਰ ਦੱਸਿਆ। ਤਾਂ ਇਹਦੇ ਬਾਅਦ ਦੋਸਤੋ ਕੀ ਹੈ -b/a ਇਜ਼ ਇਕੁਅਲ ਟੂ 0/1, ਠੀਕ ਹੈ ਜੀ। c/a ਯਾਨੀ ਕਿ √5/1, ਠੀਕ ਹੈ। ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਆਨਸਰ ਆ ਤੁਹਾਡਾ ਦੇਖ ਲਓ ਇਹਨਾਂ ਨੇ ਹੈਗਾ ਇਹ ਵੱਡੇ ਮੈਥਡ ਦੇ ਨਾਲ ਕੱਟਿਆ ਵਾ। ਸ਼ਾਰਟ ਮੈਥਡ ਵੀ ਤੁਹਾਨੂੰ ਦਿਖਾਵਾਂਗੇ, ਰੁਕੋ। a ਇਜ਼ ਇਕੁਅਲ ਟੂ 1, ਠੀਕ ਹੈ ਜੀ, -b ਇਜ਼ ਇਕੁਅਲ ਟੂ 0। ਤਾਂ ਫਿਰ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਵਾ 0 ਹੀ ਆਏਗਾ। -b ਇਜ਼ ਇਕੁਅਲ ਟੂ 0 ਹੈ ਤਾਂ ਦੋਸਤੋ ਇਹਦੀ ਜਿਹੜੀ ਹੈਗੀ ਵੈਲਿਊ ਤੁਹਾਡੀ 0 ਹੀ ਆਏਗੀ ਤੇ c ਦੀ ਜਿਹੜੀ ਹੈਗੀ ਵੈਲਿਊ √5 ਆਈ। ਉਸ ਤੋਂ ਬਾਅਦ ਦੋਸਤੋ ax² ਪਲੱਸ bx ਪਲੱਸ c ਇਜ਼ ਇਕੁਅਲ ਟੂ 1x² ਪਲੱਸ ਜਿਹੜਾ ਹੈਗਾ 0x ਪਲੱਸ √5। ਤਾਂ ਇੱਥੇ ਆ ਗਿਆ x² ਪਲੱਸ √5 ਆਨਸਰ ਆ ਗਿਆ। ਤੇ ਇਹੀ ਕੁਐਸਚਨ ਨੂੰ ਅਗਰ ਤੁਸੀਂ ਸ਼ਾਰਟ ਤਰੀਕੇ ਨਾਲ ਲਿਖਣਾ ਚਾਹੁੰਦੇ ਹੋ ਤਾਂ ਇੰਨਾ ਕਾ ਹੀ ਕਰ ਦੋਗੇ ਤਾਂ ਤੁਹਾਨੂੰ ਤਾਂ ਵੀ ਜਿਹੜੇ ਹੈਗੇ ਮਾਰਕਸ ਮਿਲ ਜਾਣਗੇ। ਕਿਉਂਕਿ ਦੋਸਤੋ ਇਹ ਜਿਹੜਾ ਪ੍ਰਸ਼ਨ ਆ 2 ਮਾਰਕਸ ਦਾ ਵਾ। ਤੁਸੀਂ ਜਿਹੜਾ ਹੈਗਾ ਵੱਡੇ ਵਾਲਾ ਕਰ ਲਓ ਪ੍ਰਸ਼ਨ, ਜਾਂ ਫਿਰ ਦੋਸਤੋ ਜਿਹੜਾ ਹੈਗਾ ਇਹ ਛੋਟਾ ਜਿਹਾ ਤੁਹਾਨੂੰ ਥੱਲੇ ਮੈਂ ਦਿਖਾਇਆ ਵਾ ਨੰਬਰ ਤੁਹਾਨੂੰ ਓਨੇ ਹੀ ਮਿਲਣੇ ਆ। ਛੋਟਾ ਕਰ ਲਓ ਚਾਹੇ ਵੱਡਾ ਕਰ ਲਓ, ਕਿਉਂਕਿ 2 ਅੰਕ ਦਾ ਹੀ ਇਹ ਤੁਹਾਡਾ ਪ੍ਰਸ਼ਨ ਹੈਗਾ। ਤਾਂ ਦੋਸਤੋ ਇੱਕ ਵਾਰੀ ਜਿਹੜਾ ਹੈਗਾ ਤੁਹਾਨੂੰ ਹੋਰ ਚੰਗੀ ਤਰ੍ਹਾਂ ਦਿਖਾ ਦਿੰਨੇ ਆ। ਆਹ ਵਾਲਾ ਜਿਹੜਾ ਹੈਗਾ ਤੁਹਾਡਾ ਆਨਸਰ ਸੀਗਾ, ਠੀਕ ਹੈ ਜੀ। ਵੱਡੇ ਤਰੀਕੇ ਨਾਲ ਇਹ ਵਾ, ਠੀਕ ਹੈ ਜੀ। ਤੇ ਛੋਟੇ ਤਰੀਕੇ ਨਾਲ ਕਰ ਲਓਗੇ ਤਾਂ ਉਹ ਬੈਸਟ ਆ, ਕਿਉਂਕਿ 2 ਮਾਰਕਸ ਦਾ ਹੀ ਹੈਗਾ ਵਾ। ਅਗਰ ਤੁਸੀਂ ਇੰਨਾ ਕਾ ਵੀ ਲਿਖ ਦਿੰਦੇ ਹੋ ਤਾਂ ਤੁਹਾਡਾ ਆਨਸਰ ਜਿਹੜਾ ਹੈਗਾ ਬਿਲਕੁਲ ਕਰੈਕਟ ਜਾਏਗਾ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਦੇਖੋ ਕਿ ਇੱਥੇ ਹਾਂਜੀ ਅਰਧ ਵਿਆਸ 21 ਸੈਂਟੀਮੀਟਰ ਵਾਲੇ ਚੱਕਰ ਦੀ ਇੱਕ ਚਾਪ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ। ਤਾਂ ਚਾਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਜਿਹੜਾ ਹੈਗਾ ਵਾ ਖੇਤਰਫਲ ਪਤਾ ਕਰੋ। ਤਾਂ ਆਹੀ ਤੁਹਾਡੇ ਤੋਂ ਪੁੱਛਿਆ ਹੋਇਆ ਨਾ ਕਿ ਅਰਧ ਵਿਆਸ ਜਿਹੜਾ ਹੈਗਾ 21 ਸੈਂਟੀਮੀਟਰ ਹੈ ਤੇ ਜਿਹੜਾ ਹੈਗਾ ਉਹ ਕੇਂਦਰ ਤੇ ਬਣੇ ਕੋਣ ਦਾ ਜਿਹੜਾ ਹੈਗਾ ਮਾਪ ਕੀ ਹੈ 60 ਡਿਗਰੀ ਹੈ, ਠੀਕ ਹੈ ਜੀ। ਤਾਂ ਦੇਖੋ ਚਾਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ ਕਿਵੇਂ ਆਏਗਾ, ਪਾਈ r ਦਾ ਸਕੁਅਰ, ਠੀਕ ਹੈ ਜੀ। ਤੇ ਇੱਥੇ ਦੋਸਤੋ ਜਿਹੜਾ ਹੈਗਾ ਆਪਣਾ 360 ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾ 22/7 ਇੰਟੂ 21 60/360 ਤੇ ਕੱਟ ਕਟਈਆ ਕਰਕੇ ਜਿਹੜਾ ਹੈਗਾ ਵਾ ਦੋਸਤੋ ਇੱਥੇ ਜਿਹੜਾ ਹੈਗਾ ਤੁਹਾਡਾ ਆਨਸਰ ਆ ਗਿਆ 231 ਸੈਂਟੀਮੀਟਰ ਦਾ ਸਕੁਅਰ। ਟ੍ਰਾਇੰਗਲ OAB ਸਮਦੁਭੁਜੀ ਹੈ ਜਿਸ ਦੇ ਵਿੱਚ ਦੋਸਤੋ ਜਿਹੜਾ ਹੈਗਾ ਤੁਹਾਡਾ ਇਹ 60 ਡਿਗਰੀ ਜਿਹੜਾ ਹੈਗਾ ਤੁਹਾਡਾ ਦਿੱਤਾ ਹੋਇਆ ਵਾ। ਤੇ ਆਹ ਡਾਇਗਰਾਮ ਵੀ ਦਿੱਤੀ ਹੋਈ ਹੈ, ਇੱਥੇ 60 ਲਿਖਿਆ ਹੋਇਆ ਵਾ ਇਹ, ਠੀਕ ਹੈ ਜੀ। 21 ਸੈਂਟੀਮੀਟਰ ਆ ਤਾਂ ਇੱਥੇ ਤੁਸੀਂ ਇਸ ਨੂੰ ਵੀ ਦੇਖ ਸਕਦੇ ਹੋ, ਠੀਕ ਹੈ ਜੀ। ਆਹ ਤੁਹਾਡਾ ਜਿਹੜਾ ਹੈਗਾ ਆਨਸਰ ਇੰਨਾ ਕਾ ਹੀ ਹੈਗਾ ਵਾ ਇਸ ਪ੍ਰਸ਼ਨ ਦਾ। ਇੱਕ ਵਾਰੀ ਚੰਗੀ ਤਰ੍ਹਾਂ ਤੁਸੀਂ ਦੇਖ ਲਵੋ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ ਇੱਥੇ ਆਪਣਾ, ਹਾਂਜੀ ਇਹ ਤਾਂ ਸਹੀ ਗਲਤ ਆ ਗਿਆ, ਫਿਰ ਥੱਲੇ ਆ ਗਿਆ ਲੱਗਦਾ ਮੈਨੂੰ ਆਪਾਂ, ਹਾਂਜੀ। ਤਾਂ ਅਗਲਾ ਪ੍ਰਸ਼ਨ ਦੋਸਤੋ ਕੀ ਸੀਗਾ ਇੱਥੇ, ਰੁਕੋ, ਹਾਂਜੀ। ਤਾਂ ਦੋਸਤੋ ਦੇਖੋ ਆਹ ਚਾਪ ਵਾਲਾ ਹੋ ਗਿਆ, ਚਾਪ ਵਾਲਾ ਅਸੀਂ ਤੁਹਾਨੂੰ ਕਰਾ ਦਿੱਤਾ ਸੀਗਾ। ਹੁਣ ਹੈਗਾ ਦੋਸਤੋ 52 ਪੱਤਿਆਂ ਦੀ ਜਿਹੜੀ ਹੈਗੀ ਚੰਗੀ ਤਰ੍ਹਾਂ ਜਿਹੜੀ ਹੈਗੀ ਫੈਂਟੀ ਗਈ
ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ ਤਾਂ ਹੇਠ ਲਿਖਿਆਂ ਵਿੱਚੋਂ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੈ? ਲਾਲ ਰੰਗ ਦਾ ਬਾਦਸ਼ਾਹ ਜਾਂ ਫਿਰ ਹੁਕਮ ਦਾ ਪੱਤਾ। ਤਾਂ ਦੋਸਤੋ ਚਲੋ ਦੇਖ ਲੈਂਦੇ ਹਾਂ ਇਸ ਦਾ ਆਨਸਰ ਵੀ। ਤਾਂ ਦੇਖੋ 52 ਪੱਤਿਆਂ ਦੀ ਜਿਹੜੀ ਹੈਗੀ ਆ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਜਿਹੜੀ ਹੈਗੀ ਦੋਸਤੋ ਇਹਦੇ ਬਾਰੇ ਇਹ ਦੱਸਿਆ ਹੋਇਆ ਵਾ, ਸਟੇਟਮੈਂਟ ਸੀਗਾ, ਤੁਹਾਡਾ ਕੁਐਸਚਨ ਸੀਗਾ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਲਾਲ ਰੰਗ ਦਾ ਜਿਹੜਾ ਹੈਗਾ ਵਾ ਦੋਸਤੋ ਕੀ ਹੈ ਇੱਥੇ ਪੁੱਛਿਆ ਹੋਇਆ ਸੀਗਾ, ਲਾਲ ਰੰਗ ਦਾ ਜਿਹੜਾ ਹੈਗਾ ਆਪਣਾ ਬਾਦਸ਼ਾਹ, ਠੀਕ ਹੈ ਜੀ। ਤਾਂ ਲਾਲ ਰੰਗ ਦਾ ਬਾਦਸ਼ਾਹ ਬਾਰੇ ਇੱਥੇ ਪੁੱਛਿਆ ਹੋਇਆ। ਤਾਂ ਦੇਖੋ ਸਭ ਤੋਂ ਪਹਿਲਾਂ ਇਹਦਾ ਕੀ ਹੈ ਕਿ ਬਈ ਹਾਂਜੀ ਤਾਂ ਦੇਖੋ ਜਿਹੜਾ ਹੈਗਾ ਵਾ ਤਾਸ਼ ਦੀ ਜਿਹੜੀ ਹੈਗੀ 52 ਪੱਤਿਆਂ ਵਾਲੀ ਜਿਹੜੀ ਹੈਗੀ ਆ ਗੁੱਟੀ ਵਿੱਚ ਲਾਲ ਰੰਗ ਦੇ ਬਾਦਸ਼ਾਹ ਹੁੰਦੇ ਹਨ, ਠੀਕ ਹੈ ਜੀ। ਤਾਂ ਅਨੁਕੂਲ ਜਿਹੜਾ ਹੈਗਾ ਵਾ ਪੱਤਿਆਂ ਦੀ ਸੰਖਿਆ 2। ਤਾਂ ਦੋਸਤੋ ਕੀ ਇੱਥੇ ਆਪਣਾ ਇੱਕ ਨਾਲ ਜਿਹੜਾ ਹੈਗਾ ਰੰਗ ਦਾ ਹਾਂਜੀ ਇੱਕ ਜਿਹੜਾ ਹੈਗਾ ਲਾਲ ਰੰਗ ਦਾ ਬਾਦਸ਼ਾਹ ਅਨੁਕੂਲ ਜਿਹੜੀ ਹੈਗੀ ਹੈ ਦੋਸਤੋ ਕੀ ਹੈ ਆਪਣੀ ਹਾਂਜੀ ਅਨੁਕੂਲ ਜਿਹੜੀ ਹੈਗੀ ਹੈ ਦੋਸਤੋ ਆਪਣਾ ਇੱਥੇ ਪੱਤਿਆਂ ਦੀ ਸੰਖਿਆ ਅਤੇ ਜਿਹੜਾ ਹੈਗਾ ਦੋਸਤੋ ਸਾਰੇ ਜਿਹੜੇ ਹੈਗੇ ਆ ਸੰਭਵ ਪੱਤਿਆਂ ਦੀ ਕੁੱਲ ਸੰਖਿਆ। ਤਾਂ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ 1/26 ਜਿਹੜਾ ਹੈਗਾ ਇੱਥੇ ਆਨਸਰ ਆ ਗਿਆ। ਅਗਰ ਇਸ ਨੂੰ ਵਧੀਆ ਹੀ ਤਰੀਕੇ ਨਾਲ ਤੁਹਾਨੂੰ ਕਰਾਉਣਾ ਚਾਹੇ ਤਾਂ ਤੁਸੀਂ ਇਸ ਦਾ ਆਨਸਰ ਇਸ ਪ੍ਰਕਾਰ ਕੁਛ ਲਿਖ ਸਕਦੇ ਹੋ ਦੋਸਤੋ। ਦੇਖੋ ਕੀ ਹੈ ਲਾਲ ਰੰਗ ਦਾ ਬਾਦਸ਼ਾਹ ਦਾ 1.1/26 ਤੇ ਲਾਲ ਰੰਗ ਦੇ ਬਾਦਸ਼ਾਹ ਭਾਵ ਪਾਨ ਦਾ ਬਾਦਸ਼ਾਹ ਅਤੇ ਇੱਟ ਦਾ ਬਾਦਸ਼ਾਹ ਲਾਲ ਰੰਗ ਦਾ ਬਾਦਸ਼ਾਹ ਪ੍ਰਾਪਤ ਕਰਨ ਦੀ ਸੰਭਾਵਨਾ 2/52 ਇੱਕ ਫਿਰ ਜਿਹੜਾ ਹੈਗਾ ਵਾ 1/26। ਤਾਂ ਲਾਲ ਰੰਗ ਦੇ ਬਾਦਸ਼ਾਹ ਦਾ ਜਿਹੜਾ ਹੈਗਾ 1/26 ਇੱਥੇ ਤੁਹਾਡਾ ਰਾਈਟ ਆਨਸਰ ਇੱਥੇ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਪਤਾ ਪੁੱਛਿਆ ਇਹਨਾਂ ਨੇ ਕਿ ਹੁਕਮ ਦਾ ਪੱਤਾ, ਠੀਕ ਹੈ ਜੀ। ਤਾਂ ਹੁਕਮ ਦਾ ਪੱਤਾ ਵੀ ਜਿਹੜਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਕਿ ਹੁਕਮ ਦੇ ਜਿਹੜੇ ਹੈਗੇ 13 ਪੱਤੇ ਹਨ। ਹੁਕਮ ਦਾ ਪੱਤਾ ਪ੍ਰਾਪਤ ਕਰਨ ਦੀ ਸੰਭਾਵਨਾ 13/52 ਹੈ, ਯਾਨੀ ਕਿ ਦੋਸਤੋ P ਹੁਕਮ ਦਾ ਪੱਤਾ 1/4, ਠੀਕ ਹੈ ਜੀ। ਤੇ ਇਸ ਨੂੰ ਤੁਸੀਂ ਜਿਹੜਾ ਹੈਗਾ ਵਾ ਨੋਟ ਕਰ ਸਕਦੇ ਹੋ, ਠੀਕ ਹੈ ਦੋਸਤੋ। ਅਸੀਂ ਤੁਹਾਨੂੰ ਦੋਨੋਂ ਕਰਾ ਦਿੱਤੇ, ਹੁਕਮ ਦਾ ਪੱਤਾ ਵੀ ਤੇ ਲਾਲ ਰੰਗ ਦਾ ਪੱਤਾ ਵੀ। ਤਾਂ ਆਹ ਕਰ ਲਓ ਹੁਕਮ ਦੇ ਜਿਹੜੇ ਹੈਗੇ ਆ ਪੱਤੇ ਬਾਰੇ, ਠੀਕ ਹੈ ਜੀ। ਤੇ ਇਹ ਜਿਹੜਾ ਹੈਗਾ ਸੀਗਾ ਤੁਹਾਡਾ ਲਾਲ ਪੱਤੇ ਲਾਲ ਰੰਗ ਦੇ ਬਾਦਸ਼ਾਹ ਬਾਰੇ, ਠੀਕ ਹੈ ਜੀ। ਆਹ ਤੁਸੀਂ ਕਰ ਲਓ। ਬਾਕੀ ਆਹ ਵਾਲਾ ਜਿਹੜਾ ਕਰਾਇਆ ਸੀਗਾ ਆ ਵੀ ਸਹੀ ਆ, 1/26 ਹੀ ਆ ਰਿਹਾ ਵਾ। ਇਹਦੀ ਰਾਈਟਿੰਗ ਕੁਝ ਜ਼ਿਆਦਾ ਹੀ ਜਿਹੜੀ ਹੈ ਟੇਢੀ ਮੇਢੀ ਲਿਖਿਆ ਤਾਂ ਤੁਹਾਨੂੰ ਸਮਝ ਨਹੀਂ ਆਏਗੀ, ਤਾਂ ਤੁਸੀਂ ਇਸ ਅਕੋਰਡਿੰਗ ਇਸ ਨੂੰ ਜਿਹੜਾ ਹੈਗਾ ਵਾ ਕਰ ਲੈਣਾ ਵਾ। ਤੇ ਅਗਲਾ ਪ੍ਰਸ਼ਨ ਦੇਖੋ ਹੁਣ ਕੀ ਹੈ ਇੱਥੇ। ਤਾਂ ਹੁਣ ਦੋਸਤੋ ਜਿਹੜਾ ਹੈਗਾ ਤੁਹਾਡਾ ਇੱਥੇ ਆਹ ਹੋ ਗਿਆ। ਹੁਣ ਹੈਗਾ ਵਾ ਭਾਗ ਸੱਸਾ ਵਾ। ਹਰੇਕ ਪ੍ਰਸ਼ਨ ਜਿਹੜਾ ਹੈਗਾ 4 ਅੰਕ ਦੇ ਹੈਗੇ ਆ। ਤਾਂ ਦੋ ਘਾਤੀ ਸਮੀਕਰਨ 3x ਦਾ ਸਕੁਅਰ -4√3x + 4 ਜਿਹੜਾ ਹੈਗਾ = 0 ਦੇ ਮੁੱਲਾਂ ਦੀ ਪ੍ਰਕਿਰਤੀ ਦਾ ਪਤਾ ਕਰੋ ਅਤੇ ਜੇਕਰ ਮੁੱਲ ਸੰਭਵ ਹਨ ਤਾਂ ਉਹਨਾਂ ਨੂੰ ਜਿਹੜਾ ਹੈਗਾ ਵਾ ਪਤਾ ਕਰੋ। ਤਾਂ ਦੇਖ ਲਓ ਆਨਸਰ ਦੋਸਤੋ ਇਹਦਾ ਕੀ ਹੈ ਆ ਰਿਹਾ ਦੋਸਤੋ 3x -4√3x + 4 = 0। ਸੇਮ ਸਟੇਟਮੈਂਟ ਆ ਮਿਲਾ ਲਓ ਚਾਹੇ ਇਸ ਦੀ ਕੀ ਹੈ ਦੋਸਤੋ ax ਦਾ ਸਕੁਅਰ + bx + c 0 ਨਾਲ ਜਿਹੜਾ ਹੈਗਾ ਤੁਲਨਾ ਕਰਨ ਤੇ a ਜਿਹੜਾ ਹੈਗਾ 3 b ਜਿਹੜਾ ਹੈਗਾ -4√3 c ਹੈਗਾ ਜਿਹੜਾ 4। ਤਾਂ d = b ਦਾ ਸਕੁਅਰ -4 ac, ਠੀਕ ਹੈ ਜੀ। ਤੇ ਦੇਖੋ ਇਹਦਾ ਫਾਰਮੂਲਾ ਭਰ ਕੇ ਵੈਲਿਊਜ਼ ਭਰ ਕੇ -4√3 ਦਾ ਸਕੁਅਰ -4 × 3 × 4। ਤਾਂ ਦੇਖੋ ਕੀ ਇੱਥੇ -4√3 ਜਿਹੜਾ ਹੈਗਾ ਦੋਸਤੋ -4√3, ਠੀਕ ਹੈ ਜੀ। ਤੇ -48 ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹ ਪਲੱਸ 4 × 4 √3 × √3 ਤਾਂ -48 16 × 3 -48 ਤਾਂ 48 -48 0। ਤਾਂ d = ਜਿਹੜਾ ਹੈਗਾ ਵਾ 0। ਤਾਂ ਦਿੱਤੀ ਗਈ ਦੋ ਘਾਤੀ ਦੇ ਮੁੱਲ ਜਿਹੜੇ ਹੈਗੇ ਆ ਵਾਸਤਵਿਕ ਅਤੇ ਬਰਾਬਰ ਹਨ। ਇਸ ਦੇ ਬਰਾਬਰ ਮੁੱਲ ਜਿਹੜਾ ਹੈਗਾ ਵਾ -b/2a ਅਤੇ ਜਿਹੜਾ ਹੈਗਾ -b/ ਜਿਹੜਾ ਹੈਗਾ 2a ਹਨ। ਯਾਨੀ ਕਿ ਦੋਸਤੋ ਭਾਵ ਜਿਹੜਾ ਹੈਗਾ ਵਾ ਦੋਸਤੋ ਇੱਥੇ ਆਪਣਾ ਹਾਂਜੀ ਤਾਂ ਦੇਖ ਸਕਦੇ ਹੋ ਦੋਸਤੋ ਕੀ ਹੈ ਹਾਂਜੀ ਇੱਥੇ ਤੁਹਾਡਾ ਇਹ ਦਿੱਤਾ ਹੋਇਆ ਵਾ ਬਈ ਕੀ ਤੁਹਾਡਾ ਜਿਹੜਾ ਹੈਗਾ 4 ਹਾਂਜੀ ਮਾਈਨਸ ਜਿਹੜਾ ਹੈਗਾ ਵਾ ਦੋਸਤੋ ਆਪਣਾ ਕਿੱਥੇ ਆ ਹਾਂਜੀ ਇੱਥੇ ਦੋਸਤੋ ਮਾਈਨਸ ਅੰਡਰ ਜਿਹੜਾ ਦਿੱਤਾ ਹੈ ਬ੍ਰੈਕਟ ਦੇ ਵਿੱਚ -4 ਦਾ ਸਕੁਅਰ ਸੌਰੀ ਮਾਈਨਸ ਤੇ ਜਿਹੜਾ ਹੈਗਾ ਵਾ ਆਪਣਾ 4√3 ਤੇ ਥੱਲੇ ਜਿਹੜਾ ਹੈਗਾ ਵਾ 2 × 3 ਤੇ ਇਸ ਨੂੰ ਜਿਹੜਾ ਹੈਗਾ ਫਿਰ ਜਿਹੜਾ ਕੱਟਿਆ ਵੀ ਗਿਆ ਵਾ। ਤਾਂ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਵਾ ਇਹਦੀ ਵੀ ਦਿੱਤੀ ਹੋਈ ਹੈ ਇੱਥੇ ਤੁਸੀਂ ਇਸ ਨੂੰ ਵੀ ਦੇਖ ਸਕਦੇ ਹੋ, ਠੀਕ ਹੈ ਜੀ। ਤੇ ਇਸ ਨੂੰ ਵੀ ਜਿਹੜਾ ਹੈਗਾ ਵਾ ਕੱਟਿਆ ਹੋਇਆ ਵਾ ਤਾਂ +2√3 ਵੱਟੇ ਦੇ ਵਿੱਚ 3 + 2 3√3 ਤਾਂ ਇੱਥੇ ਤੱਕ ਹੀ ਜਿਹੜਾ ਇਸ ਦਾ ਆਨਸਰ ਹੈ। ਤੁਸੀਂ ਇਸ ਨੂੰ ਜਿਹੜਾ ਹੈਗਾ ਵਾ ਦੇਖ ਸਕਦੇ ਹੋ, ਤੁਹਾਡਾ ਬਸ ਇੰਨਾ ਕੁ ਹੀ ਇਸ ਦਾ ਜਿਹੜਾ ਹੈਗਾ ਆਨਸਰ ਬਣੇਗਾ, ਠੀਕ ਹੈ ਜੀ। ਇੱਕ ਵਾਰੀ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਦੇਖ ਲਵੋ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਹੈ ਹਾਂਜੀ ਕਿ ਬਈ ਜੇਕਰ ਜਿਹੜਾ ਹੈਗਾ ਵਾ ਹਾਂਜੀ ਆਹ ਵਾਲਾ ਪ੍ਰਸ਼ਨ ਅਸੀਂ ਕਰ ਲਿਆ ਸੀਗਾ। ਤੇ ਹੁਣ ਹੈਗਾ ਦੋਸਤੋ ਅੰਕ ਗਣਿਤਕ ਲੜੀ ਵਿੱਚ ਜਿਹੜਾ ਹੈਗਾ ਵਾ ਕਿ ਬਈ 3 15 27 ਤੇ 39 ਡੈਸ਼ ਦਾ ਕਿੰਨਵਾਂ ਪਦ ਉਸਦੇ 94 ਪਦ ਤੋਂ 132 ਵੱਧ ਹੋਵੇਗਾ। ਤਾਂ ਦੇਖ ਲਓ ਦੋਸਤੋ ਇਹੀ ਸੇਮ ਪ੍ਰਸ਼ਨ ਆ 3 5 27 39 ਦੇਖ ਲਓ
ਤਿੰਨ 15 ਵਾ 3 15 27 39 देख लो इत्थे भी 3 15 27 39 हैगा वा। तो देखो इहदा हल किवें है कि a इक्वल टू 3 d इक्वल टू 15 माइनस 3 इक्वल टू 12। तो दोस्तों की है शर्त अनुसार दोस्तों ए एन इक्वल टू 132 ए 54, ठीक है जी। ए प्लस एन माइनस 1 डी इक्वल टू 132 ए प्लस 5 3 डी, ठीक है जी। तो 3 प्लस माइनस ਦੇ ਵਿੱਚ ਜਿਹੜਾ ਹੈਗਾ ਵਾ n ਮਾਈਨਸ 1 ਇੰਟੂ 12 ਇਜ਼ਕਲ ਟੂ 132 ਪਲਸ 132 प्लस 30 प्लस 53 इंटू 12। तो इतने फॉर्मूला लगा के इन्होंने जो लास्ट के जोड़ा है वा n माइनस 12 इजकल टू 132 प्लस 3 प्लस 636 माइनस 3 n माइनस 1 12 इजकल टू 768, ठीक है जी। तो n माइनस 1 768 जोड़ा है डिवाइडेड बाय 12 n माइनस 1 इजकल टू 64 n इजकल टू 64 प्लस 165। तो जोड़ा है आंसर इतने बड़ा आंसर कंप्लीट हो गया। अगला देखो दोस्तों की प्रश्न है इत्थे अपना, हाँ जी ये हो गया कि बिंदु जोड़ा है 4 1 ते 2 जोड़ा है अपना 4 माइनस 1 ਤੇ ਜਿਹੜਾ ਹੈਗਾ ਵਾ -2 ਤੇ -3 ਨੂੰ ਮਿਲਾਉਣ ਵਾਲੇ ਰੇਖਾ ਖੰਡ ਨੂੰ 3 ਸਮਾਨ ਭਾਗਾਂ ਵਿੱਚ ਜਿਹੜਾ ਹੈਗਾ ਵਾ ਵੰਡਣ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਜਿਹੜਾ ਹੈਗਾ ਵਾ ਪਤਾ ਕਰੋ। ਤਾਂ ਦੇਖ ਲੈਂਦੇ ਆ ਦੋਸਤੋ ਇਹਦਾ ਆਨਸਰ ਵੀ ਆਹੀ ਆ ਦੋਸਤੋ ਸੇਮ ਤੁਹਾਡਾ, ਠੀਕ ਹੈ ਜੀ। ਆ ਦੇਖ ਲਓ ਚਾਹੇ ਤੇ 49 ਤੇ 17 ਆਹੀ ਦਿੱਤਾ ਹੋਇਆ ਵਾ, ਇੱਕ ਵਾਰੀ ਦੇਖ ਲਓ ਇਹਨੂੰ ਇੱਥੇ, हाँ जी। तो 49 ਤੇ 17 ਇਹ ਵਾਲਾ ਜਿਹੜਾ ਹੈਗਾ ਕੁਝ ਅਲੱਗ ਹੈ, ਰੁਕੋ ਜੋ ਮੈਂ ਇਸ ਨੂੰ ਚੈੱਕ ਕਰ ਲੈਣਾ। ਸੌਰੀ ਦੋਸਤੋ ਇਹ ਵਾਲਾ ਆਪਾਂ ਪ੍ਰਸ਼ਨ ਸਿੱਧਾ ਕਰਨ ਲੱਗੇ, ਆ ਤਾਂ ਰਹਿ ਗਿਆ ਆਹੀ ਪ੍ਰਸ਼ਨ ਸੀਗਾ। ਜੇ ਦੇਖ ਲਓ ਇਹਦੇ ਵਿੱਚ ਲਿਖਿਆ ਹੈ ਨਾ 49 7 17 200 ਜਿਹੜਾ ਹੈਗਾ 289, ਤਾਂ ਇੱਥੇ ਦੇਖ ਲਓ ਆਹੀ ਆ 17 49 17, ਠੀਕ ਹੈ ਜੀ। 289 ਇੱਥੇ ਲਿਖਿਆ ਹੋਇਆ ਵਾ, ठीक है जी दोस्तों। इत्थे आपां जिहड़ा हैगा कन्फ्यूजन दे विच चल गए सी कि क्वेश्चन जिहड़ा हैगा अपने इत्थे रह गया सीगा। तो देखो हल की है इत्थे जिहड़ा हैगा अपना दिता होया वा दोस्तों की है S7 इजकल टू 49 S17 इजकल टू दोस्तों जिहड़ा हैगा 299 या 289। तो S/2, ठीक है जी, सॉरी 7/2 ते इहदा जिहड़ा हैगा वा 2a प्लस 7 माइनस 1 D इजकल टू 49, ठीक है जी। तो उस तो बाद जिहड़ा हैगा वा तुहाडी 2a प्लस 6d इजकल टू 49 इंटू 2, तो उस तो बाद जिहड़ा हैगा बटे दे विच 7 2a प्लस 6d इजकल टू 14। ये तुहाडी पहली इक्वेशन बन गई। इसके बाद दोस्तों इन्होंने आह जिहड़ी दूसरी इक्वेशन बनाई है इसनूं भी देख लो। उस तो बाद फिर जिहड़ा हैगा वा इत्थे इन्होंने लिखिया कि 2 विचों 1 नूं घटाउण ते, ठीक है जी, 2 विचों जिहड़ा हैगा वा 1 नूं घटाउण ते आह वाला तो 10d इजकल टू 20, तो d इजकल टू 20 बटे 10, तो 2 आ गया d इजकल टू 2। तो डी का जोड़ा है मुल 1 विच भरन ते 20a प्लस 6 इंटू 2 14 20। तो उस तो बाद दोस्तों की है 2a 20 नहीं गा दोस्तों इतने 2a गलती नाल बोलिया गया मेरे तो 2a प्लस 12 इजकल टू 14 2a इजकल टू 14 माइनस 12, तो 2a इजकल टू 2, ठीक है जी। तो a इजकल टू 2/2 2/1 2/2, तो इतने 1 आ गया थोड़ा a की वैल्यू a इजकल टू 1। उस तो बाद दोस्तों SN इजकल टू n/2 BA प्लस n माइनस 1D आ फार्मूला ला दिता, ठीक है जी। उस तो बाद वैल्यूज पुट कर दी, आंसर देख लो की आ गया SN इजकल टू N2, ठीक है जी। तो यह जोड़ा है फुल फ्लैज आंसर है, एक बार चंगी तरह जो है आंसर में देख लो। यह जोड़ा है क्वेश्चन के आंसर है, तुम इस नोट कर सकते हो। सब तो पहला जो है अपना कापी पेन कड्डो, खुद इसनूं सॉल्व करने की कोशिश करो, तो फिर जो है तुम इसके आंसर दबो। तो देखो बिंदु 4 -1 ਅਤੇ ਜਿਹੜਾ ਹੈਗਾ -2 ਤੇ -3 ਨੂੰ ਮਿਲਾਉਣ ਵਾਲੇ ਰੇਖਾ ਖੰਡ ਨੂੰ 3 ਸਮਾਨ ਭਾਗਾਂ ਵਿੱਚ ਵੰਡਣ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਪਤਾ ਕਰੋ। ਤਾਂ ਦੇਖ ਲਓ ਆਨਸਰ ਇਹੀ ਆ ਤੁਹਾਡਾ ਸੇਮ ਨਿਰਦੇਸ਼ ਅੰਕ ਜਿਹੜਾ ਹੈਗਾ ਵਾ ਪਤਾ ਕਰਨੇ ਹਨ 4 -1 ਤੇ -2 ਤੇ 3 ਆਹੀ ਸੇਮ ਹੈਗਾ ਵਾ। ਤਾਂ ਦੇਖੋ ਕੀ ਹੈ ਆਹ ਤੁਹਾਡਾ ਦਿੱਤਾ ਹੋਇਆ ਵਾ A, ठीक है जी, तो PXY तो QXY तो आह तुहाडा B, तो इत्थे दिता है 4 - 1 1:2 2:1, तो इत्थे दोस्तों -2 तो -3। उस तो बाद दोस्तों देखो PXY पता करन लई टू फाइंड PXY, तो देखो 4 - 1, ठीक है जी। तो यदा जोड़ा है वा की आ जाएगा 2 रेशियो के नाल, इत्थे 1 रेशियो जोड़ा है वा उसका आ जाएगा इत्थे अपना ये वाले दे नाल, यानी कि दोस्तों तुसीं देख सकते हो एक जोड़ा है वा अपना -2 ते -3, तो इत्थे दोस्तों A ते B PXY। तो यदा आंसर जोड़ा तुसीं आह खुद ही नोट कर सकते हो दोस्तों। आह वाला जोड़ा प्रश्न का आंसर है, तो तुसीं इसनूं देख सकते हो। एक्स की वैल्यू जी है 2 कट दी इन्होंने इत्थों, ए वाले की जी है इत्थे एक्स की वैल्यू जी है 0 आ, वाई की वैल्यू ये दोस्तों जी है -7/3, तो इत्थे जी है वाई की वैल्यू है -5/3। उस तो बाद दोस्तों तुसीं आह देख सकते हो P की वैल्यू जी है इत्थे इन्होंने आंसर कर दिता, तो Q का भी जोड़ा है इत्थे आंसर
आ गया। तो इत्थे जिहड़ा हैगा फुल फ्लैज आंसर है। एक बार तुसीं जिहड़ा हैगा इसनूं चंगी तरह जिहड़ा हैगा नोट कर लो या इसनूं स्क्रीनशॉट ले लो या सब तो पहला खुद ही सॉल्व करके देखो। उस तो बाद दोस्तों दिता है ट्रायंगल ओ पी क्यू विच जिसका कोण पी समकोण है ओ पी इज इक्वल टू 7 सेंटीमीटर है तो ओ क्यू माइनस पी क्यू इज इक्वल टू 1 सेंटीमीटर है। तो साइन क्यू ਅਤੇ कॉस क्यू के मुल पता करो। आह तुहाडी डायग्राम दिती हुई आ। तो चलो आंसर देख लेने इहदा। तो देखो दोस्तों ट्रायंगल ओ पी क्यू विच जिसका कोण दोस्तों पी समकोण है ओ पी इज इक्वल टू 7 सेंटीमीटर है ओ क्यू आह तुहाडी स्टेटमेंट आ। तो सोल्यूशन देखो ट्रायंगल ओ पी क्यू ट्रायंगल जिहड़ा हैगा दोस्तों अपना ओ पी जिहड़ा हैगा वा क्यू। तो आह जिहड़ी लाइन वजी हुई है ना इहदे विच आह वाली कट दिओ दोस्तों। आह गलती नाल जिहड़ी हैगी हो गई है आह वाली, ठीक है जी। आह लाइन गलती नाल तुहाडी इहदे विच हो गई है। तो देखो दोस्तों की है, हाँ जी आह 7 सेंटीमीटर दिता होया वा तो आह जिहड़ा हैगा पी ओ क्यू आह दिता होया तुहाडा ओ पी क्यू सॉरी ओ पी क्यू एम ए आहे। तो देखो ओ पी क्यू तो सानू मिलता है ओ क्यू द स्केयर इज इक्वल टू पी ओ पी द स्केयर प्लस पी क्यू द स्केयर 1 प्लस पी क्यू द स्केयर इज इक्वल टू ओ पी द स्केयर प्लस पी क्यू द स्केयर 1 प्लस पी क्यू द स्केयर प्लस 2 पी क्यू इज इक्वल टू ओ पी द स्केयर प्लस जिहड़ा हैगा वा पी ए, ठीक है जी द स्केयर। उस तो बाद दोस्तों इन्होंने लिखा कि भाव 1 प्लस 2 पी क्यू इज इक्वल टू जिहड़ा हैगा 7 द स्केयर पी क्यू जिहड़ा हैगा वा इत्थे, हाँ जी पी क्यू इत्थे जिहड़ा हैगा दोस्तों तुसीं क्यू लिखना वा इत्थे या फिर हो सकता है इत्थे जिहड़ा हैगा इन्होंने जिवें दिता होया वा ना ये। तो दोस्तों जिहड़ा हैगा ये क्यू ही आ, ठीक है जी क्यू द स्केयर आ। तो उस तो बाद दोस्तों भाव 1 प्लस 2 पी क्यू इज इक्वल टू 7 द स्केयर पी क्यू इज इक्वल टू दोस्तों 24 सेंटीमीटर अते जिहड़ा हैगा वा ओ क्यू 1 प्लस पी क्यू इज इक्वल टू 25 सेंटीमीटर। इसलिए दोस्तों जिहड़ा हैगा साइन क्यू इज इक्वल टू 7/25 अते कॉस क्यू जिहड़ा हैगा वा 24/25। तो तुहाडा जिहड़ा हैगा आंसर ये हैगा वा तुसीं एक बार इसनूं देख लो छोटा जिहा ही आंसर तुहाडा ये हैगा वा आ वाले प्रश्न दा, ठीक है जी जिहड़ा आह वाला हैगा वा तुहाडा प्रश्न। उस तो बाद दोस्तों तुहाडी आह प्रश्न है एक सिद्ध करो साइन थीटा माइनस कॉस थीटा प्लस 1 बटे दे विच साइन थीटा प्लस कॉस थीटा माइनस 1 इज इक्वल टू 1 सैक थीटा माइनस 10 जिहड़ा हैगा तुहाडा थीटा, ठीक है जी। तो यह तुहाडा जिहड़ी स्टेटमेंट देख लो सेम स्टेटमेंट आ, ठीक है जी। तो यदा हल देखो क्योंकि असी सैक थीटा ते टेन थीटा नाल संबंधित जिहड़े हैगे तत्त समक वरतनी है, ठीक है जी। इसलिए आओ पहले खब्बे पासे दे अंश अते हर नूं जिहड़ा हैगा कॉस थीटा नाल भाग करके खब्बे पासे सैक थीटा अते जिहड़ा हैगा टेन थीटा दे पदां विच बदलीए, ठीक है जी। आह जिहड़ा हैगा फार्मूला वा इन्हां दे खब्बे पासे दा, ठीक है जी। उस तो बाद जिहड़ा हैगा वा इन्हां ने इत्थे जिहड़ी हैगी आ अगे फार्मूला तां नहीं दोस्तों ये एवें ही सॉल्व हुंदे ने, ठीक है जी। तो तुसीं आह देख लो पॉइंट ये फस्ट हो गया। उस तो बाद दोस्तों इत्थे तक ये सोल्यूशन आ तुसीं इसनूं देख सकते हो, ठीक है जी। आह तुहाडा पूरा आंसर हैगा वा आ वाले प्रश्न का। एक तो तुहाडा इत्थों तो लैके इत्थे तक आ वाला पॉइंट हो गया एक, ठीक है जी। उस तो बाद दोस्तों तुहाडा ये प्रश्न का आंसर हो गया। तो इत्थों दोस्तों सिद्ध हो जाता है कि जो कि सिद्ध की जाने वाली लोड़ींदी दस्तमक हाँ जी तत्त समक का जिहड़ा हैगा सज्जा पासा है। तो इत्थे दोस्तों तुहाडा आंसर ये वाला इहदा प्रश्न का हो गया। उस तो बाद दोस्तों अपना अगला प्रश्न देखो कि बई जमीन के एक बिंदु तो एक 20 मीटर उच्ची इमारत के सिखर ते लगे संचार मीनार के दे तल अते जिहड़े हैगे सिखर के उचान कोण क्रमवार 45 डिग्री अते 60 डिग्री हैं। संचार मीनार की उचाई पता जिहड़ी हैगी आ करो। तो दोस्तों चलो देखते हैं इहदा आ रहा जमीन ते एक बिंदु यही सेम प्रश्न आ, चाहे स्टेटमेंट तुसीं मिला लो स्टेटमेंट ते जिहड़े वैल्यूज दित्ती होनी मिला लो। तो देखो दोस्तों की है इहदे विच, हाँ जी आंसर देखो की है ट्रायंगल डी बी सी विच इन ट्रायंगल डी बी सी 1045 इज इक्वल टू पी बटे बी एक इज इक्वल टू जिहड़ा हैगा दोस्तों अपना बी बटे वाई। तो इत्थे जिहड़ा हैगा वाई इज इक्वल टू बी आंसर इत्थे आ गया। उस तो बाद दोस्तों तुसीं इत्थे देख सकते हो ट्रायंगल ए बी सी विच दोस्तों इन ट्रायंगल ए बी सी 1060 इज इक्वल टू पी बटे बी √3 इज इक्वल टू एक्स प्लस 20 इज जिहड़ा हैगा बटे दे विच वाई। तो वाई √3 इज इक्वल टू एक्स प्लस बी √3 इज इक्वल टू एक्स प्लस 20। तो बी √3 माइनस 20 इज इक्वल टू जिहड़ा हैगा वा एक्स इज इक्वल टू 20 √3 माइनस 1 मीटर दे विच। तो ये तुहाडा जिहड़ा हैगा आंसर हो गया। इन्ना का ही छोटा जिहा ही आंसर सीगा आ वाले प्रश्न का, ठीक है जी। उस तो बाद जे गल करिए ये तुहाडा प्रश्न हो गया। हुण हैगा दोस्तों कि एक जिहड़ा हैगा वा पिंड विच एक बिजली का खंभा है जो कि 5 मीटर लंबा है, ठीक है। उहदे विच खराबी आ जाती है, उस खराबी नूं दूर करन लई एक इलैक्ट्रीशियन नूं बुलाया जाता है। इलैक्ट्रीशियन वालों दस्सिया जाता है कि खब्बे उपर, ठीक है जी, खब्बे उपर तारां नूं ठीक करन लई मैनूं जमीन नाल 60 डिग्री का जिहड़ा हैगा कोण बनाउंदे होए एक पौड़ी लगाउणी पवेगी जो कि खंबे दे उपरले सिरे तो 1.3 मीटर हेठा तक जिहड़ी हैगी चुकी
हाँ जी पहुँच की लिखा है दोस्तों, हाँ जी 1.3 मीटर हेठा तक पहुँचे। ਤਾਂ ਇਹਦਾ ਆਨਸਰ ਦੇਖ ਲੈਂਦੇ ਆ। ਤਾਂ ਦੇਖੋ ਤੁਹਾਡਾ ਜਿਹੜਾ ਹੈਗਾ ਵਾ ਇਹੀ ਆਨਸਰ ਆਏਗਾ, ਠੀਕ ਹੈ ਜੀ। ਸੇਮ ਆਹ ਜਿਹੜਾ ਪ੍ਰਸ਼ਨ ਆ ਨਾ, ਆਹ ਦੇਖ ਲਓ ਵੈਲਿਊ ਜਿਹੜੀ ਸੇਮ ਨੇ 5 ਮੀਟਰ 1.3 60 ਡਿਗਰੀ। ਤੇ ਆਹ ਤੁਹਾਡਾ ਜਿਹੜਾ ਹੈਗਾ ਆਹ ਜਿਹੜੀ ਡਾਇਗਰਾਮ ਦਿੱਤੀ ਹੈ ਪੌੜੀ ਜਿਹੜੀ ਵਿੱਚ ਚੜ ਰਿਹਾ ਵਾ, ਆਹ ਦੇਖ ਲਓ ਥੱਲੇ ਇਹਨਾਂ ਨੇ ਡਾਇਗਰਾਮ ਵੀ ਦਿੱਤੀ ਹੋਈ ਆ, ਠੀਕ ਹੈ ਜੀ। ਤਾਂ ਇਹਦੇ ਆਨਸਰ ਜਿਹੜਾ ਹੈਗਾ ਦੋਸਤੋ ਇੱਕ ਨਾ ਕਿਹੋ ਕਿ ਹੁਣ ਵੀ ਇਹਦੇ ਵਿੱਚ ਇੱਕ ਪਿੰਡ ਨਹੀਂ ਲਿਖਿਆ ਹੋਇਆ ਵਾ, ਆਹ ਦੇਖ ਲਓ ਇੱਥੇ ਜਿਹੜਾ ਹੈਗਾ ਇੱਕ ਬਿਜਲੀ ਵਾਲੇ ਬਾਰੇ ਲਿਖਿਆ ਹੋਇਆ ਵਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਸੇਮ ਕੁਐਸਚਨ ਆ, ਬਸ ਇੱਥੇ ਜਿਹੜਾ ਹੈਗਾ ਵਾ ਇਹ ਨਹੀਂ ਲਿਖਿਆ ਹੋਇਆ ਕਿ ਇੱਕ ਪਿੰਡ ਦੇ ਵਿੱਚ, ਬਾਕੀ ਅੰਦਰਲਾ ਮਟੀਰੀਅਲ ਸੇਮ ਆ। ਤਾਂ ਇਹਦਾ ਆਨਸਰ ਦੇਖੋ ਦੋਸਤੋ ਕਿਸ ਤਰ੍ਹਾਂ ਵਾ ਪ੍ਰਕਾਰ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਵਾ ਇਹਦੇ ਵਿੱਚ ਪੁੱਛਿਆ ਕੀ ਗਿਆ ਵਾ, ਤਾਂ ਦੋਸਤੋ ਇਹਦੇ ਵਿੱਚ ਜਿਹੜਾ ਹੈਗਾ ਵਾ ਆਹੀ ਪੁੱਛਿਆ ਹੋਇਆ ਵਾ ਕਿ ਜਿਹੜਾ ਹੈਗਾ ਵਾ ਜਿਸ ਬਿੰਦੂ ਤੱਕ ਪੌੜੀ ਲਗਾਈ ਜਾਣੀ ਹੈ ਉਹ ਜ਼ਮੀਨ ਤੋਂ ਕਿੰਨਾ ਉੱਪਰ ਹੈ, ਪੌੜੀ ਦੀ ਲੰਬਾਈ ਕਿੰਨੀ ਜਿਹੜੀ ਹੈਗੀ ਆ ਹੋਵੇਗੀ, ਠੀਕ ਹੈ ਜੀ। ਆਹੀ ਉਹਨਾਂ ਨੇ ਪੁੱਛਿਆ ਹੋਇਆ ਵਾ। ਤਾਂ ਦੇਖੋ ਇਹਦਾ ਹੱਲ ਕੀ ਹੈ, ਤਾਂ ਦੇਖੋ ਕੀ ਹੈ ਬਈ ਬਿਜਲੀ ਮਿਸਤਰੀ ਨੂੰ ਖੱਬੇ ਏਡੀ ਤੇ ਬਿੰਦੂ B ਤੱਕ ਪਹੁੰਚਣਾ ਹੈ, ਠੀਕ ਹੈ ਜੀ। ਇਸ ਲਈ ਜਿਹੜਾ ਹੈਗਾ ਵਾ BD = AD - AB 5 - 13 ਮੀਟਰ = 3.7 ਮੀਟਰ। ਤਾਂ ਇੱਥੇ BC ਜਿਹੜੀ ਕਿ ਪੌੜੀ ਨੂੰ ਦਰਸਾਉਂਦਾ ਹੈ। ਸਾਨੂੰ ਇਸ ਦੀ ਲੰਬਾਈ ਭਾਵੇਂ ਸਮਕੋਣ ਤ੍ਰਿਭੁਜ BDC ਦਾ ਜਿਹੜਾ ਹੈਗਾ ਦੋਸਤੋ ਕਰਨ ਪਤਾ ਕਰਨਾ ਹੈ। ਹੁਣ ਤੁਸੀਂ ਜਿਹੜਾ ਹੈਗਾ ਵਾ ਦੱਸ ਸਕਦੇ ਹੋ ਕਿ ਸਾਨੂੰ ਜਿਹੜੀ ਹੈਗੀ ਆ ਤਿਕੋਣੋਮਿਤੀ ਅਨੁਪਾਤ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਹ ਜਿਹੜਾ ਹੈਗਾ ਤਿਕੋਣੋਮਿਤੀ ਅਨੁਪਾਤ sin 60 ਡਿਗਰੀ ਜਿਹੜਾ ਹੈਗਾ ਹੋਣਾ ਚਾਹੀਦਾ ਹੈ। ਇਸ ਲਈ ਜਿਹੜਾ ਹੈਗਾ ਵਾ BD / BC = sin 60 ਡਿਗਰੀ, ਜਾਂ ਫਿਰ ਦੋਸਤੋ 3.7 / BC = √3/2। ਇਸ ਲਈ ਜਿਹੜਾ ਹੈਗਾ BC 37 × 2 √3 = 4.28 m ਲਗਾਤਾਰ, ਠੀਕ ਹੈ ਜੀ, ਲਗਭਗ ਸੌਰੀ। ਤੇ ਉਸ ਤੋਂ ਬਾਅਦ ਭਾਵ ਪੌੜੀ ਦੀ ਲੰਬਾਈ ਜਿਹੜੀ ਹੈਗੀ 4.28 ਮੀਟਰ ਹੋਣੀ ਚਾਹੀਦੀ ਹੈ। ਹੁਣ ਜਿਹੜਾ ਹੈਗਾ DC / BD = cot 60 ਡਿਗਰੀ ਜਿਹੜਾ ਹੈਗਾ = 1/√3। ਭਾਵ ਦੋਸਤੋ DC ਜਿਹੜਾ ਹੈਗਾ ਆਪਣਾ 3.7 √3 = 2.14 ਲਗਭਗ। ਇਸ ਲਈ ਜਿਹੜਾ ਹੈਗਾ ਇਸ ਪੌੜੀ ਦੇ ਪੈਰ ਨੂੰ ਖੱਬੇ ਪੈਰ ਤੋਂ ਬਿੰਦੂ 2.14 ਮੀਟਰ ਦੀ ਦੂਰੀ ਤੇ ਰੱਖਣਾ ਚਾਹੀਦਾ ਹੈ, ਠੀਕ ਹੈ ਜੀ। ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ। ਉਸ ਤੋਂ ਬਾਅਦ ਦੇਖੋ ਕਿ ਬਈ ਤੁਹਾਡਾ ਜਿਹੜਾ ਹੈਗਾ ਲੱਕੜੀ ਦੇ ਇੱਕ ਠੋਸ ਬੇਲਣ ਦੇ ਹਰੇਕ ਸਿਰੇ ਤੇ ਇੱਕ ਜਿਹੜਾ ਹੈਗਾ ਅਰਧ ਗੋਲਾ ਕੱਢਦੇ ਹੋਏ ਇੱਕ ਵਸਤੂ ਬਣਾਈ ਗਈ ਹੈ, ਜਿਵੇਂ ਕਿ ਦੋਸਤੋ ਚਿੱਤਰ ਵਿੱਚ ਜਿਹੜਾ ਹੈਗਾ ਵਿਖਾਇਆ ਗਿਆ ਹੈ। ਜੇਕਰ ਬੇਲਣ ਦੀ ਉਚਾਈ 10 ਸੈਂਟੀਮੀਟਰ ਹੈ ਤਾਂ ਆਧਾਰ ਅਰਧ ਵਿਆਸ ਤੇ 3.5 ਸੈਂਟੀਮੀਟਰ ਹੈ। ਤਾਂ ਇਸ ਵਸਤੂ ਦਾ ਜਿਹੜਾ ਹੈਗਾ ਕੁੱਲ ਸਤ੍ਹਾ ਦਾ ਜਿਹੜਾ ਹੈਗਾ ਖੇਤਰਫਲ ਪਤਾ ਕਰੋ। ਤਾਂ ਦੋਸਤੋ ਦੇਖੋ ਆਹੀ ਤੁਹਾਡਾ ਸੇਮ ਆ 10 ਸੈਂਟੀਮੀਟਰ 3.5 ਤੇ ਆਹੀ ਤੁਹਾਡਾ ਦਿੱਤੀ ਹੋਈ ਸਟੇਟਮੈਂਟ ਦੇ ਵਿੱਚ ਦੇਖ ਲਓ ਆ ਰਿਹਾ ਤੁਹਾਡਾ ਜਿਹੜਾ ਹੈਗਾ ਵਾ 10, ਠੀਕ ਹੈ ਜੀ, ਤੇ 3.5 ਸੇਮ ਆ। ਇਹਦੇ ਵਿੱਚ ਡਾਇਗਰਾਮ ਵੀ ਬਣਾ ਕੇ ਦਿੱਤੀ ਹੋਈ ਹੈ ਇਹਨਾਂ ਨੇ ਸੇਮ ਆ ਦੇਖ ਲਓ। ਤਾਂ ਇਸ ਨੂੰ ਕਿਵੇਂ ਸੋਲਵ ਕੀਤਾ ਇਹਨਾਂ ਨੇ, ਵੈਰੀ ਈਜ਼ੀ ਆ। ਤਾਂ ਦੋਸਤੋ ਦੇਖੋ ਕਿ ਇਹ ਬੇਲਣਕਾਰ ਭਾਗ ਦੀ ਉਚਾਈ H = 10 ਸੈਂਟੀਮੀਟਰ, ਬੇਲਣਕਾਰ ਜਿਹੜਾ ਹੈਗਾ ਭਾਗ ਦੇ ਆਧਾਰ ਤਾਂ ਦੋਸਤੋ ਅਰਧ ਵਿਆਸ ਜਿਹੜਾ ਹੈਗਾ R = 3.5 ਸੈਂਟੀਮੀਟਰ। ਬੇਲਣਕਾਰ ਭਾਗ ਦੀ ਵਕਰ ਸਤ੍ਹਾ ਦਾ ਖੇਤਰਫਲ ਜਿਹੜਾ ਕੀ ਹੈ 2πr ਦਾ H। ਤਾਂ 2 × π/7 × 3.5 ਜਿਹੜਾ ਹੈਗਾ 10 ਕੱਟਿਆ ਕਰਕੇ ਜਿਹੜਾ ਹੈਗਾ 220 ਸੈਂਟੀਮੀਟਰ ਦਾ ਜਿਹੜਾ ਹੈਗਾ ਇੱਥੇ ਆਨਸਰ ਆਇਆ। ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਵਾ ਅਰਧ ਗੋਲਾਕਾਰ ਭਾਗ ਦਾ ਜਿਹੜਾ ਹੈਗਾ ਅਰਧ ਵਿਆਸ ਤਾਂ ਕੀ ਹੈ ਬੇਲਣ ਦਾ ਅਰਧ ਵਿਆਸ 3.5 ਸੈਂਟੀਮੀਟਰ। ਅਰਧ ਗੋਲਾਕਾਰ ਭਾਗ ਦਾ ਜਿਹੜਾ ਹੈਗਾ ਵਕਰ ਸਤ੍ਹਾ ਦਾ ਖੇਤਰਫਲ 2πr ਦਾ ਸਕੁਅਰ ਤੇ ਵੈਲਿਊ ਉੱਪਰ ਹੀ ਇਹਨਾਂ ਨੇ 2 × π/7 × 3.5 ਦਾ ਸਕੁਅਰ। ਤਾਂ ਇੱਥੇ ਜਿਹੜਾ ਹੈਗਾ ਇਹਦਾ ਆਨਸਰ ਆ ਗਿਆ 77 ਸੈਂਟੀਮੀਟਰ। ਤਾਂ ਕਿਉਂਕਿ ਦੋਸਤੋ ਜਿਹੜਾ ਹੈਗਾ ਵਾ ਦੋ ਜਿਹੜੇ ਹੈਗੇ ਅਰਧ ਗੋਲਾਕਾਰ ਭਾਗ ਹਨ, ਤਾਂ ਫਿਰ ਦੋਸਤੋ ਕੀ ਹੈ ਦੋਵੇਂ ਅਰਧ ਗੋਲਾਕਾਰ ਭਾਗਾਂ ਦੀ ਜਿਹੜੀ ਹੈਗਾ ਵਕਰ ਸਤ੍ਹਾ ਦਾ ਖੇਤਰਫਲ ਜਿਹੜਾ ਹੈਗਾ 77 × 2 154 ਸੈਂਟੀਮੀਟਰ ਦਾ ਸਕੁਅਰ, ਯਾਨੀ ਕਿ ਵਸਤੂ ਦਾ ਕੁੱਲ ਸਤ੍ਹਾ ਖੇਤਰਫਲ ਜਿਹੜਾ ਹੈਗਾ 220 + 154 ਯਾਨੀ ਕਿ 374 ਜਿਹੜਾ ਹੈਗਾ ਵਾ ਆਪਣਾ ਸੈਂਟੀਮੀਟਰ ਦਾ ਸਕੁਅਰ ਇੱਥੇ ਆਨਸਰ ਆਇਆ ਵਾ। ਤੁਸੀਂ ਇੱਕ ਵਾਰੀ ਇਹ ਜਿਹੜਾ ਪ੍ਰਸ਼ਨ ਆ ਇਸ ਦਾ ਜਿਹੜਾ ਹੈਗਾ ਵਧੀਆ ਤੋਂ ਇਸ ਨੂੰ ਦੇਖ ਲਵੋ। ਆਹ ਇਸ ਦਾ ਜਿਹੜਾ ਹੈਗਾ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਦੇਖੋ। ਤਾਂ ਦੋਸਤੋ ਹੁਣ ਇੱਥੇ ਜਿਹੜਾ ਹੈਗਾ ਅਗਲਾ ਪ੍ਰਸ਼ਨ ਤੁਹਾਡੇ ਭਾਗ ਸੱਸੇ ਦੇ ਵਿੱਚੋਂ ਯਾਨੀ ਕਿ ਵੱਡੇ ਪ੍ਰਸ਼ਨ ਉੱਤਰ ਨੇ। ਤਾਂ ਪੜਤਾਲ ਕਰੋ ਕਿ ਹੇਠਾਂ ਦਿੱਤੇ ਸਮੀਕਰਨਾਂ ਦਾ ਜੋੜਾ ਸੰਗਤ ਹੈ ਜਾਂ ਫਿਰ ਅਸੰਗਤ। x + 3y = 6 2x - 3y = 12। ਜੇਕਰ ਇਹ ਸੰਗਤ ਹੈ ਤਾਂ ਇਸ ਦਾ ਕਿਹੜਾ ਹੱਲ ਹੋਵੇਗਾ, ਉਹ ਹੱਲ ਜਿਹੜਾ ਹੈਗਾ ਵਾ ਪਤਾ ਕਰੋ। ਤਾਂ ਦੋਸਤੋ ਆ ਦੇਖ ਲਓ ਆਹੀ ਤੁਹਾਡੀ ਸੇਮ ਸਮੀਕਰਨ ਆ, ਠੀਕ ਹੈ ਜੀ, ਦੋਨੋਂ ਚਾਹੇ ਮਿਲਾ ਲਓ ਇਸ ਨੂੰ। ਤਾਂ ਦੇਖੋ ਸੰਗਤ ਹੈ, ਜੇਕਰ ਇਹ ਜਿਹੜਾ ਹੈਗਾ ਸੰਗਤ ਹੈ, ਜੇਕਰ ਇਸ ਤਰ੍ਹਾਂ ਹੈ ਤਾਂ ਇਹਨਾਂ ਨੂੰ ਗ੍ਰਾਫ ਦੁਆਰਾ ਜਿਹੜਾ ਹੈਗਾ ਹੱਲ ਕਰੋ। ਤਾਂ ਦੇਖੋ ਦੋਸਤੋ ਕੀ ਹੈ, ਆਓ ਸਮੀਕਰਨਾਂ 1 ਅਤੇ 2 ਨੂੰ ਜਿਹੜਾ ਹੈਗਾ ਗ੍ਰਾਫ ਖਿੱਚੀਏ ਅਤੇ ਇਸ ਦੇ ਅਸੀਂ ਹਰੇਕ ਸਮੀਕਰਨ ਦੇ ਜਿਹੜੇ ਹੈਗੇ 2 ਹੱਲ ਪਤਾ ਕਰਦੇ ਹਾਂ। ਜਿਵੇਂ ਕਿ x, ਠੀਕ ਹੈ ਜੀ, ਤਾਂ ਇਹਦੇ ਵਿੱਚ ਦੋਸਤੋ y 6 - x 3, ਠੀਕ ਹੈ 0 2, ਠੀਕ ਹੈ ਜੀ, ਤੇ ਇੱਥੇ ਆਪਣਾ 60 ਇੱਥੇ ਦਿੱਤਾ ਹੋਇਆ ਵਾ ਤੇ x ਦਾ ਦੋਸਤੋ ਇਹਨਾਂ ਨੇ ਵੀ ਦਿੱਤਾ ਹੋਇਆ ਵਾ ਦੇਖ ਲਓ
ਤੇ x y ਇਕੁਅਲ ਟੂ 2x ਮਾਈਨਸ 12 ਬਟੇ ਦੇ ਵਿੱਚ 3 ਤੇ 0 3 0 ਮਾਈਨਸ 4 ਤੇ 3 ਜਿਹੜਾ ਹੈਗਾ ਵਾ ਮਾਈਨਸ 2। ਤੇ ਦੋਸਤੋ ਇੱਕ ਗ੍ਰਾਫ ਪੇਪਰ ਤੇ ਬਿੰਦੂਆਂ A ਅਤੇ 2 ਠੀਕ ਹੈ ਜੀ, ਤੇ B ਦਾ ਜਿਹੜਾ ਹੈਗਾ 6 ਤੇ ਆਪਣਾ ਜਿਹੜਾ ਹੈਗਾ ਵਾ 2। ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਵਾ P ਦਾ ਜਿਹੜਾ ਦਿੱਤਾ ਹੋਇਆ ਇਹਨਾਂ ਨੇ, B ਦਾ ਜਿਹੜਾ ਹੈਗਾ 6 2, P ਦਾ ਜਿਹੜਾ ਹੈਗਾ 0 ਤੇ ਮਾਈਨਸ 4 ਤੇ Q ਦਾ ਜਿਹੜਾ ਹੈਗਾ 3 ਤੇ ਮਾਈਨਸ 2 ਨੂੰ ਆਲੇਖਿਤ ਕਰੋ ਅਤੇ ਬਿੰਦੂਆਂ ਨੂੰ ਮਿਲਾ ਕੇ ਰੇਖਾ AB ਅਤੇ PQ ਜਿਹੜਾ ਹੈਗਾ ਚਿੱਤਰ ਬਣਾਓ। ਤਾਂ ਆਹ ਜਿਹੜਾ ਤੁਹਾਡਾ ਰਿਹਾ ਚਿੱਤਰ ਵੀ ਬਣਾ ਦਿੱਤਾ ਸੀ, ਠੀਕ ਹੈ ਜੀ। ਚੰਗੀ ਤਰ੍ਹਾਂ ਤੁਸੀਂ ਇਸ ਚਿੱਤਰ ਨੂੰ ਦੇਖ ਲਓ। ਉਸ ਤੋਂ ਬਾਅਦ ਦੋਸਤੋ ਅਸੀਂ ਦੇਖਦੇ ਹਾਂ ਕਿ ਰੇਖਾਵਾਂ AB ਅਤੇ ਜਿਹੜਾ ਹੈਗਾ ਵਾ PQ ਸਾਂਝਾ ਬਿੰਦੂ B6 0 ਹੈ। ਇਸ ਲਈ ਰੇਖੀ ਸਮੀਕਰਨ ਜੋੜੇ ਦਾ ਹੱਲ x 6 y 0 ਹੈ, ਭਾਵ ਸਮੀਕਰਨ ਜੋੜਾ ਸੰਗਤ ਹੈ, ਠੀਕ ਹੈ ਜੀ। ਤਾਂ ਅਸੀਂ ਪਹਿਲਾਂ ਹੀ ਦੱਸਤਾ ਸੀ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਕੀ ਹੈ ਕਿ 5 ਸਾਲ ਪਹਿਲਾਂ ਨੂਰੀ ਦੀ ਉਮਰ ਸੋਨੂ ਦੀ ਉਮਰ ਨਾਲੋਂ ਜਿਹੜੀ ਹੈਗੀ ਹੈ 3 ਗੁਣਾ ਸੀ। 10 ਸਾਲ ਬਾਅਦ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 2 ਗੁਣਾ ਹੋ ਜਾਵੇਗੀ। ਨੂਰੀ ਅਤੇ ਸੋਨੂ ਦੀ ਵਰਤਮਾਨ ਉਮਰ ਕਿੰਨੀ ਹੈ? ਤਾਂ ਦੋਸਤੋ ਵੈਰੀ ਈਜ਼ੀ ਕੁਐਸਚਨ ਆ। ਤਾਂ ਦੇਖ ਲਓ, ਸਭ ਤੋਂ ਪਹਿਲਾਂ ਤਾਂ ਸਟੇਟਮੈਂਟ ਮਿਲਾ ਲਓ, ਸੇਮ ਉਹੀ ਕੁਐਸਚਨ ਇੱਕ ਵਾਰੀ ਤੁਸੀਂ ਸਕਰੀਨ ਨੂੰ ਰੋਕ ਕੇ ਮਿਲਾ ਲਓ। ਤਾਂ ਦੇਖੋ ਕੀ ਹੈ ਦੋਸਤੋ, ਮੰਨ ਲਓ ਵਰਤਮਾਨ ਉਮਰ x ਸਾਲ, ਮੰਨ ਲਓ ਜਿਹੜੀ ਹੈਗੀ ਆ ਨੂਰੀ ਦੀ ਜਿਹੜੀ ਹੈ x ਸਾਲ ਆ, ਤੇ ਜਿਹੜਾ ਮੋਨੂ ਆ ਉਹਦੀ ਜਿਹੜੀ ਹੈਗੀ y ਸਾਲ ਹੈ। ਤਾਂ ਦੇਖੋ ਸਭ ਤੋਂ ਪਹਿਲਾਂ ਕੀ ਹੈ ਇੱਥੇ ਆਪਣਾ, ਹਾਂਜੀ। ਤਾਂ ਦੇਖੋ ਕੇਸ 1 ਦੇ ਵਿੱਚ x ਮਾਈਨਸ 5 ਇਜ਼ ਇਕੁਅਲ ਟੂ 3 y ਮਾਈਨਸ 5 x ਮਾਈਨਸ 5 ਇਜ਼ ਇਕੁਅਲ ਟੂ 3 ਮਾਈਨਸ 3y ਮਾਈਨਸ 15। ਤਾਂ x ਮਾਈਨਸ 3y ਇਜ਼ ਇਕੁਅਲ ਟੂ ਮਾਈਨਸ 15 ਪਲਸ 0.5। ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਲਿਖਿਆ ਹੋਇਆ ਕਿ x ਮਾਈਨਸ 3y ਇਜ਼ ਇਕੁਅਲ ਟੂ ਮਾਈਨਸ 10। ਆਹ ਤੁਹਾਡੀ ਫਸਟ ਇਕੁਏਸ਼ਨ ਬਣ ਗਈ। ਇੱਥੇ ਜਿਹੜੀ ਹੈਗੀ ਇਹਨਾਂ ਨੇ ਕੇਸ 2 ਯਾਨੀ ਕਿ ਦੂਸਰੀ ਇਕੁਏਸ਼ਨ ਬਣਾਈ ਆ। ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਵਾ ਵਿਲੋਪਨ ਵਿਧੀ ਰਾਹੀਂ ਦੋਸਤੋ ਜਿਹੜਾ ਹੈਗਾ ਇਹਨਾਂ ਨੇ ਇੱਥੇ ਵੈਲਿਊ ਕੱਢ ਦਿੱਤੀ 20 ਸਾਲ y ਦੀ, ਠੀਕ ਹੈ ਜੀ। ਤੇ y ਜਿਹੜਾ ਹੈਗਾ ਵਾ b ਨੂੰ ਇੱਕ ਵਿੱਚ ਭਰਨ ਤੇ ਦੋਸਤੋ ਜਿਹੜਾ ਹੈਗਾ ਵਾ x ਦੀ ਵੀ ਜਿਹੜੀ ਹੈਗੀ 50 ਸਾਲ ਦੀ ਜਿਹੜੀ ਹੈਗੀ ਉਮਰ ਆ ਗਈ। ਤਾਂ 20 ਸਾਲ ਤੇ 50 ਸਾਲ, ਠੀਕ ਹੈ ਜੀ। ਤਾਂ ਇੱਥੇ ਜਿਹੜਾ ਹੈਗਾ ਤੁਸੀਂ ਇੱਥੇ ਆਨਸਰ ਇਹਨਾਂ ਨੇ ਕੱਢ ਦਿੱਤਾ। ਤਾਂ ਦੋਸਤੋ ਜਿਹੜਾ ਹੈਗਾ ਵਾ y ਕਿਹਦੀ ਵੈਲਿਊ ਸੀਗੀ, y ਸੀਗੀ ਦੋਸਤੋ ਜਿਹੜਾ ਹੈਗਾ ਮੋਨੂ ਦੀ, ਤਾਂ 20 ਸਾਲ ਆ। ਤੇ ਜਿਹੜਾ x ਸੀਗਾ ਦੋਸਤੋ ਉਹ ਕੌਣ ਸੀਗਾ ਆਪਣਾ ਇੱਥੇ ਨੂਰੀ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਨੂਰੀ ਦੀ ਜਿਹੜੀ ਹੈਗੀ 50 ਸਾਲ ਉਮਰ ਹੈ, ਇਹਦੀ ਜਿਹੜੀ ਹੈਗੀ ਆ 20 ਸਾਲ ਹੈ। ਤਾਂ ਇੱਥੇ ਜਿਹੜਾ ਹੈਗਾ ਆਨਸਰ ਪੂਰਾ ਸੋਲਵ ਹੋ ਗਿਆ। ਇੱਕ ਵਾਰੀ ਦੇਖ ਲਓ ਕੇਸ 1 ਤੇ ਕੇਸ 2, ਇੱਥੇ ਜਿਹੜਾ ਹੈਗਾ ਵਿਲੋਪਨ ਵਿਧੀ ਲਾਈ ਆ ਤੇ ਇੱਥੇ ਜਿਹੜੇ ਹੈਗੇ ਤੁਹਾਡੇ ਆਨਸਰ ਕੱਢੇ ਗਏ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਉਸ ਤੋਂ ਬਾਅਦ ਦੋਸਤੋ ਤੁਹਾਡਾ ਹੈਗਾ ਵਾ ਸਿੱਧ ਕਰੋ ਕਿ ਜੇਕਰ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਬਾਕੀ ਦੋ ਭੁਜਾਵਾਂ ਨੂੰ 3 ਭੁਜਾਵਾਂ ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ ਜਾਵੇ, ਜਾਂ ਫਿਰ ਦੋਸਤੋ ਬਾਕੀ ਦੋ ਭੁਜਾਵਾਂ ਇੱਕ ਹੀ ਜਿਹੜੀ ਹੈਗੀ ਆ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਤਾਂ ਦੋਸਤੋ ਇਹ ਤੁਹਾਡੀ ਥੇਲਸ ਥਿਊਰਮ ਆ, ਸਿੱਧੀ ਜੀ ਗੱਲ ਆ, ਇਹ ਥੇਲਸ ਥਿਊਰਮ ਤੁਹਾਡੀ ਹੈਗੀ ਆ। ਤਾਂ ਦੇਖੋ ਦੋਸਤੋ ਇਸ ਨੂੰ ਜਿਹੜਾ ਹੈਗਾ ਵਾ ਥੇਲਸ ਥਿਊਰਮ ਜਾਂ ਫਿਰ ਸਮਾਨ ਅਨੁਪਾਤ ਥਿਊਰਮ ਵੀ ਕਹਿੰਦੇ ਹਨ। ਤਾਂ ਦੇਖੋ ਕੀ ਹੈ ਇਹਦੇ ਵਿੱਚ, ਆਹੀ ਤੁਹਾਡਾ ਹੈਗਾ ਵੀ ਸੇਮ ਮਿਲਾ ਲਓ ਪਰਿਭਾਸ਼ਾ। ਤਾਂ ਦੋਸਤੋ ਦਿੱਤਾ ਗਿਆ ਹੈ ਆਪਣਾ ਟ੍ਰਾਇੰਗਲ ABC ਵਿੱਚ D ਪੈਰਲਲ ਜਿਹੜਾ ਹੈਗਾ ਦੋਸਤੋ ਕੀ ਹੈ ਆਪਣਾ BC, ਤੇ ਸਿੱਧ ਕਰਨਾ ਹੈ ਦੋਸਤੋ AD ਵਟੇ DB ਇਜ਼ ਇਕੁਅਲ ਟੂ ਦੋਸਤੋ AE ਵਟੇ ਜਿਹੜਾ ਹੈਗਾ ਵਾ ਆਪਣਾ EC। ਤਾਂ ਦੋਸਤੋ ਦੇਖੋ ਕੀ ਹੈ, ਬਿੰਦੂ D ਤੋਂ DG AE ਖਿੱਚੋ, ਬਿੰਦੂ E ਤੋਂ EF AD ਖਿੱਚੋ, ਬਿੰਦੂ D ਨੂੰ C ਨਾਲ ਜਿਹੜਾ ਹੈਗਾ ਵਾ B ਨੂੰ E ਨਾਲ ਮਿਲਾਓ। ਤੇ ਸਬੂਤ ਕੀ ਹੈ ਦੋਸਤੋ, ਜਿਹੜਾ ਹੈਗਾ ਤਿਕੋਣ ਦਾ ਖੇਤਰਫਲ 1/2 ਇੰਟੂ ਆਧਾਰ ਇੰਟੂ ਲੰਬ। ਤਾਂ ਹੁਣ ਜਿਹੜਾ ਹੈਗਾ ਟ੍ਰਾਇੰਗਲ ADE ਅਤੇ ਜਿਹੜਾ ਹੈਗਾ ਟ੍ਰਾਇੰਗਲ BDE ਵਿੱਚ ADE, ਠੀਕ ਹੈ ਜੀ। ਤਾਂ ਦੇਖ ਲਓ ਦੋਸਤੋ ਆਪਣਾ ADE, ਤਾਂ ਇੱਥੇ ਕਿੱਥੇ ਆਪਣਾ ADE, ਤੇ ਉਸ ਤੋਂ ਬਾਅਦ ਦੋਸਤੋ ਕੀ ਹੈ ਇੱਥੇ ਆਪਣਾ, ਹਾਂਜੀ BDE, ਠੀਕ ਹੈ ਜੀ। ਤਾਂ ਇੱਥੇ ਹੁਣ ਜਿਹੜਾ ਹੈਗਾ ਆਪਣਾ BDE ਆਹ ਵਾਲਾ, ਠੀਕ ਹੈ ਜੀ। ਤੇ ਇਸ ਦੇ ਵਿੱਚ ਦੋਸਤੋ ਇਹਨਾਂ ਨੇ ਕੀ ਕਿਹਾ ਹੋਇਆ ਵਾ ਕਿ, ਹਾਂਜੀ, ਤਾਂ ਇਹਦੇ ਵਿੱਚ ਦੋਸਤੋ ਕੀ ਹੈ ਜਿਹੜਾ ਹੈਗਾ ਵਾ ਆਪਣਾ ADE ਟ੍ਰਾਇੰਗਲ AD ਵਟੇ ਟ੍ਰਾਇੰਗਲ BD ਇਜ਼ ਇਕੁਅਲ ਟੂ 1/2 ਇੰਟੂ AD ਇੰਟੂ ਜਿਹੜਾ ਹੈਗਾ ਵਾ EF ਤੇ ਵਟੇ ਦੇ ਵਿੱਚ 1/2, ਠੀਕ ਹੈ ਜੀ, ਇੰਟੂ BD ਇੰਟੂ EF। ਤਾਂ ਇਹ ਜਿਹੜੀ ਹੈਗੀ ਤੁਹਾਡੀ ਫਸਟ ਇਕੁਏਸ਼ਨ ਬਣ ਗਈ ਆਹ ਵਾਲੀ AD ਵਟੇ BD। ਤੇ ਹੁਣ ਟ੍ਰਾਇੰਗਲ ADE ਅਤੇ ਜਿਹੜਾ ਹੈਗਾ CDE ਵਿੱਚ ਜਿਹੜਾ ਹੈਗਾ ਵਾ ADE ਇਜ਼ ਇਕੁਅਲ ਟੂ 1/2 ਇੰਟੂ AE ਇੰਟੂ DG। ਤੇ ਇਹਦੇ ਵਿੱਚ ਵੀ ਦੋਸਤੋ ਆਹ ਬੱਟੇ ਦੇ ਵਿੱਚ ਦਿੱਤੇ ਹੋਏ ਹਨ 1/2 ਇੰਟੂ CE ਅਤੇ DG, ਤੇ ਆਹ ਥੱਲੇ CDE ਦਿੱਤਾ ਹੋਇਆ ਵਾ। ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਹੈਗਾ ਟ੍ਰਾਇੰਗਲ ADE
ਤੇ ਜਿਹੜਾ ਹੈਗਾ ACD ਤਾਂ AR ਬਟੇ ਦੇ ਵਿੱਚ C ਤਾਂ ਇਹ ਦੂਸਰੀ ਬਣ ਗਈ, ਕਿਉਂਕਿ ਦੋਸਤੋ ਜਿਹੜਾ ਹੈਗਾ ਵਾ ਇੱਕੋ ਆਧਾਰ ਅਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਬਣੀਆਂ ਤ੍ਰਿਭੁਜਾਂ ਦੇ ਖੇਤਰਫਲ ਬਰਾਬਰ ਹੁੰਦੇ ਹਨ। ਇਸ ਲਈ ਜਿਹੜਾ ਹੈਗਾ ਟ੍ਰਾਇੰਗਲ ਜਿਹੜਾ ਹੈਗਾ ਆਪਣਾ BDE ਇਜ਼ਕਲ ਟੂ ਦੋਸਤੋ ਟ੍ਰਾਇੰਗਲ CD ਹੈ, ਇਹ ਤੀਸਰੀ ਬਣ ਗਈ। ਸਮੀਕਰਨ 1 2 ਅਤੇ 3 ਤੋਂ ਜਿਹੜਾ ਹੈਗਾ ਵਾ ਇਹ ਸਾਫ਼ ਹੁੰਦਾ ਵਾ ਕਿ AD बटे DB इजकल टू AE बटे EC है। तो ये तुहाडा जिहड़ा हैगा तुसीं एक बार इसनूं चंगी तरह जिहड़ा हैगा देख लो। तुहाडी थेल्स थ्योरम या जिहड़ा हैगा वा समान स्वरूप जिहड़ी हैगी तुहाडी ये थ्योरम आ, इसनूं जिहड़ा हैगा चंगी तरह तुसीं कर लेना वा। इहदे विच कोई ना कोई जिहड़ी हैगी पाइथागोरस थ्योरम सिमिलर थ्योरम वगैरह आ ही जाती है। तो ये तुहाडा जिहड़ा हैगा आंसर हो गया वाले प्रश्न। तो दोस्तों हुण देखो इत्थे प्रश्न की है कि दिते हुए चित्र विच XY ਅਤੇ XY ਕੇਂਦਰ O ਵਾਲੇ ਕਿਸੇ ਚੱਕਰ ਦੇ ਦੋ ਸਮਾਂਤਰ ਸਪਰਸ਼ ਰੇਖਾਵਾਂ ਹਨ ਅਤੇ ਸਪਰਸ਼ ਬਿੰਦੂ C ਤੇ ਸਪਰਸ਼ ਰੇਖਾ AB XY ਨੂੰ ਜਿਹੜਾ ਹੈਗਾ ਵਾ A ਅਤੇ XY ਨੂੰ ਜਿਹੜਾ ਹੈਗਾ ਵਾ ਹਾਂਜੀ X ਡੈਸ਼ ਅਤੇ Y ਡੈਸ਼ B ਤੇ ਕੱਟਦੀ ਹੈ। ਸਿੱਧ ਕਰੋ ਕਿ ਜਿਹੜਾ ਹੈਗਾ ਕੋਣ AOB 90 ਡਿਗਰੀ ਤੇ ਹੈ। ਆ ਤੁਹਾਡੀ ਡਾਇਗਰਾਮ ਦਿੱਤੀ ਹੋਈ ਆ। ਤਾਂ ਚਲੋ ਦੋਸਤੋ ਇਸ ਦੇ ਹੀ पूरा आंसर जिहड़ा हैगा असीं लभ लिया है। आ देखो दोस्तों दिता है XY ਅਤੇ X डैश Y डैश दो स्पर्श रेखावां ਹਨ जो कि दोस्तों तुसीं आह डायग्राम ते विच देख सकते हो X डैश Y डैश ठीक है जी। तो इत्थे दोस्तों जिहड़ा हैगा तुहाडा ये इन्हां ने दिता होया वा। तो उस तो बाद दोस्तों देख लो की लिखा हुआ जो कि केंद्र O वाले चक्कर ते स्थित हैं। एक होर स्पर्श रेखा AB है जो कि बिंदु ते स्पर्श जिहड़ी हैगी करदी हुई XY नू A अते XY नू बिंदु B ते कटदी है। तो सिद्ध करना वा दोस्तों कोण AOB 90 डिग्री ते है। रचना की दोस्तों OC नू मिलाना है। सबूत की है OC चक्कर दा अर्ध व्यास है अते जिहड़ा हैगा AB बिंदु C ते स्पर्श रेखा है। तो देखो की है ट्रायंगल कोण OCA 90 डिग्री। इस तरह दोस्तों कोण जिहड़ा हैगा OPA वो भी 90 डिग्री। समकोण दोस्तों OAC अते जिहड़ा हैगा वा अपना OAP विच जिहड़ा हैगा कोण 5 ते कोण 6 आ ना बराबर ने 90 डिग्री ते OA बराबर आ दोस्तों OA दे सांझी भुजा वा। OC इक्वल टू OP यानी कि अर्ध व्यास आ। ट्रायंगल OAC कंग्रुएंस ट्रायंगल OAP RHS ਸਰਬੰਗ ਸਮਤਾ ਦੇ ਅਨੁਸਾਰ ਤਾਂ ਕੋਣ 1 ਇਜ਼ਕਲ ਟੂ ਕੋਣ 2 CPCT ਰਾਹੀਂ ਤਾਂ ਕੋਣ 2 ਇਜ਼ਕਲ ਟੂ 1/2 ਜਿਹੜਾ ਹੈਗਾ ਕੋਣ A ਤਾਂ ਪਹਿਲੀ ਬਣ ਗਈ ਤੁਹਾਡੀ ਇਕੁਏਸ਼ਨ। ਇਸੇ ਤਰ੍ਹਾਂ ਦੋਸਤੋ ਕੋਣ 3 ਇਜ਼ਕਲ ਟੂ 1/2 ਤੇ ਜਿਹੜਾ ਹੈਗਾ ਵਾ ਕੋਣ B 1 ਅਤੇ 2 ਨੂੰ ਜੋੜਨ ਤੇ ਦੋਸਤੋ ਜਿਹੜਾ ਹੈਗਾ ਵਾ ਕੋਣ 2 ਪਲੱਸ ਜਿਹੜਾ ਹੈਗਾ ਕੋਣ 3 ਤੇ ਇਜ਼ਕਲ ਟੂ 1/2 ਤੇ ਬ੍ਰੈਕਟ ਦੇ ਵਿੱਚ ਦੋਸਤੋ ਜਿਹੜਾ ਹੈਗਾ ਵਾ ਕੋਣ A ਪਲੱਸ ਜਿਹੜਾ ਹੈਗਾ ਕੋਣ B। तो दूसरा दोस्तों दिता है इत्थे अपना की है कोण 2 प्लस कोण 3 ठीक है जी इजकल टू 1/2 इंटू जिहड़ा है 180। तो उस तो बाद दोस्तों ट्रायंगल OAB विच देख सकते हो दोस्तों जिहड़ा है अपना कोण AOB प्लस जिहड़ा है अपना कोण 2 प्लस 3 180 डिग्री। तो दोस्तों कोण AOB विच 90 डिग्री प्लस करना वा इज इक्वल टू 180 डिग्री। तो दोस्तों की है कोण AOB इज इक्वल टू 180 माइनस 90 यानी कि कोण AOB का जिहड़ा हैगा 90 डिग्री आ गया। तो इत्थे आह दोस्तों लिखा हुआ इन्होंने XY पैरेलल X डैश Y डैश अते AB एक जिहड़ी कि कट भी रेखा है इसलिए जिहड़ा हैगा कोण A प्लस B 180 डिग्री ते हैगा वा। तां इह तुहाडा जिहड़ा हैगा चंगी तरह इस आंसर नूं देख लो। आ इत्थों तो तुसीं शुरू करना सीगा। आह तुहाडा आंसर है ठीक है जी। आह पहला हो गया सांझी भुजा तक इत्थे तक कर लो एक बार देख लो इसनूं चंगी तरह खुद पेन और कापी नाल जिहड़ा हैगा दोस्तों इसनूं सॉल्व करने की कोशिश करो। तो आ देख लो दोस्तों सांझी भुजा तो लैके इत्थे तक पूरा राइट आंसर तुहाडा इत्थे ये वाला हो गया। उस तो बाद दोस्तों अपना हुण देखो की है कि बई दिते पौदियां दीयां 40 पत्तियां दी लंबाई लगभग जिहड़ी हैगी आ मिलीमीटर विच मापी जाती है। प्राप्त अंकड़ियां नूं हेठ दिते सारणी रूप विच दर्शाया जाता है। जिवें कि दोस्तों लंबाई दी हुई है मिलीमीटर दे विच 118 126 ते 3 5 9 12 5 4 2। तो जिहड़े है पत्तियां दी मध्यिका लंबाई पता करो ठीक है जी। तो चलो करते हैं दोस्तों देखो आही तुहाडा सेम प्रश्न आ ठीक है जी। 118 तो 126 आही आ चाहे तुसीं मिला लो जिवें कि 3 5 9 ठीक है जी 3 5 9 12 5 4 2 3 5 9 ठीक है जी 3 5 9 12 5 4 2 देख लो 12 5 4 2 12 5 4 2। तो ये दोस्तों की किया 100 इत्थे कितना सीगा 118 सी तो इत्थे जिहड़ा हैगा वा 0.5 घटा दिता इन्होंने तो 117 पॉइंट जिहड़ा हैगा 5 हो गया 126.5 इत्थे हैगा वा यानी कि ये दोस्तों जिहड़ा हैगा जिहड़ा घटाया सीगा इहदे विच ही वधा दिता ठीक है जी। तो इत्थे तुसीं आह देख सकते हो इत्थे जिहड़ा 127 सी तो इत्थे जिहड़ा हैगा वा 126.5 हो गया इत्थे 135 सी तो इत्थे 0.5 वध गया ठीक है जी। इसी तरह दोस्तों सारे दे विच इन्हां ने कीता होया वा
उस तो बाद दोस्तों जिहड़ा हैगा 3 आ गया, ठीक है जी। 5 + 3 कितना हुंदा 8, ठीक है जी। उस तो बाद जिहड़ा हैगा वा अपना इत्थे दोस्तों की है अपना 9 + 8 कितना हुंदा 17, ठीक है जी। तो उस तो बाद दोस्तों जिहड़ा हैगा वा अपना इत्थे एवें इन्होंने प्लस किया वा, ठीक है। तो उस तो बाद जिहड़ा हैगा वा इत्थे अपना हो गया 17 + 12 कितना हुंदा वा 17 ते + 12 किन्ने हुंदे आ 29, ते 5 + 29 किन्ने हुंदे 34, 4 + 34 किन्ने हुंदे 38, 38 ते 2 किन्ने हुंदे 40। उस तो बाद दोस्तों इसका टोटल कर लिया इन्होंने n = 40, n/2 दोस्तों जिहड़ा हैगा किन्नी हैगी 20 जिहड़ा हैगा दोस्तों तुहाडा इत्थे अंतराल आ, ठीक है जी। 144.5 माइनस 153.5 विचों जिहड़ा हैगा वा वर्ग अंतराल = 144.5 माइनस 153.5। तो दोस्तों जिहड़ा L = 144, CF जिहड़ा हैगा वा 17 वा, F जिहड़ी 12 वा, बस फिर की H 9 वा। फार्मूला लाया, फार्मूले विच वैल्यूज पुट कीतियां, आंसर जिहड़ा 146.75 मिली दे विच mm दे विच आंसर आ गया, ठीक है जी। तो यह तुसीं एक बार चंगी तरह देख लो, ये पूरा आंसर इन्होंने चंगी तरह जिहड़ा हैगा वा कढ़िया वा, ठीक है जी। आह पहला स्टैप उपरों देख लो, ठीक है जी। तो उस तो बाद दोस्तों जिवें कि तुसीं आह थल्ले भी देख सकते हो, आह पूरा जिहड़ा हैगा सलूशन हैगा क्वेश्चन दा। तो आह वाला हो गया। उस तो बाद दोस्तों हुण हैगा वा अपना की है हेठ दिते सारणी किसी मुहल्ले विच 25 परिवारां दे भोजन उपर होने वाले जिहड़े हैगा रोज़ाना खर्च नूं दर्शाउंदी है। रोज़ाना खर्च दोस्तों जिहड़ा हैगा वा रुपए विच 100, 150 ते इहदी हैगी है 4, 150, 200, 200, 250, 250, 300 ते 300, 350 ते परिवारां दी संख्या जिहड़ी हैगी 4, 5, 12, 2, 2, ठीक है जी। तो आह ही देख लो सेम क्वेश्चन का दोस्तों असी जिहड़ा हैगा सलूशन लैके आ चुके हैं, बस इन्ना का ही सलूशन है 100, 150, 4, 5, 12, 2, 2, ठीक है जी। ये स्टेटमेंट मिला लो, आ देखो 2, 2 दिता है ना 12, 2, 2, ठीक है जी। तो 4, 5, 12, 12, 2, 2, ठीक है जी। आ रहा 4, 5, 12, 12। तो तुसी इसनूं जिहड़ा हैगा वा नोट कर लेना वा, यह तुहाडा दिता है वा। तो ये दोस्तों इन्होंने आह जिहड़ी हैगी आंसर देख लो कितना कढ़िया है वा इत्थे कि भोजन ते होए हाँ जी होए खर्चे का जिहड़ा हैगा मध्यमान 211 हैगा वा, ठीक है जी। तो तुसी इसका आंसर जिहड़ा हैगा इत्थे नोट कर सकते हो, इहदा जिहड़ा हैगा फुल फ्लैज यह आंसर हैगा वा, ठीक है जी। तो इत्थे जिहड़ा हैगा मध्यमान इन्होंने कढ़ दिता वा। तो तुसी आ देख लो इन्होंने हैगे जिहड़े वर्ग चिन्ह ते आह जिहड़ा हैगा वा आ कढ़ियां हुईयां ਹਨ। ਤਾਂ ਦੋਸਤੋ ਤੁਹਾਨੂੰ ਮੈਂ ਦੱਸ ਵੀ ਦੇਣਾ, ਜਿਵੇਂ ਕਿ ਆ ਦੇਖ ਲਓ ਇਹਨਾਂ ਨੇ ਆ ਜਿਹੜਾ ਇਹ ਆ ਇਹਦਾ ਗਿਵਨ ਹੀ ਸੀਗਾ ਕੁਐਸਚਨ ਦੇ ਵਿੱਚ, ਇਹ ਕਿਵੇਂ ਕੱਢਿਆ 125। ਤਾਂ ਦੇਖੋ 100 ਤੇ 150 ਜੋੜਿਆ ਕਿੰਨਾ ਹੋ ਗਿਆ ਆਪਣਾ 250। 250 ਨੂੰ ਜਿਹੜਾ ਹੈਗਾ ਵਾ 2 ਨਾਲ ਡਿਵਾਈਡ ਕਰਨਾ ਵਾ ਸਾਰਿਆਂ ਨੂੰ ਹੀ, ਠੀਕ ਹੈ ਜੀ। ਜਿਵੇਂ ਕਿ ਇਹਨੂੰ 250 ਨਾਲ 2 ਨੂੰ ਡਿਵਾਈਡ ਕੀਤਾ 125 ਆ ਗਿਆ, ਤੇ 150 ਤੇ 200 ਕਿੰਨਾ ਹੋ ਗਿਆ 350, ਇਹਨੂੰ ਡਿਵਾਈਡ ਕੀਤਾ 175। ਇਸੇ ਤਰ੍ਹਾਂ ਦੋਸਤੋ ਸਾਰਿਆਂ ਨੂੰ ਦੋਨਾਂ ਨੂੰ ਜੋੜ ਕੇ 2 ਨਾਲ ਡਿਵਾਈਡ ਕੀਤਾ ਤਾਂ ਆਹ ਵੈਲਿਊਜ਼ ਆ ਗਈਆਂ। ਉਸ ਤੋਂ ਬਾਅਦ ਦੋਸਤੋ ਫਿਰ ਕੀ ਹੋਇਆ ਕਿ ਬਈ ਇਹਦੇ ਵਿੱਚ ਜਿਹੜਾ ਹੈਗਾ ਇੱਕ ਨਾ ਕਾਮਨ ਲੈਣਾ ਪੈਂਦਾ ਵਾ ਕਿ ਜਿਹਨੂੰ ਆਪਾਂ ਘਟਾਉਣਾ ਵਾ, ਤਾਂ 225 ਇਹਨਾਂ ਨੇ ਇੱਥੇ ਲੈ ਲਿਆ, ਠੀਕ ਹੈ ਜੀ। ਫਿਰ ਜਿਹੜੀਆਂ ਵੈਲਿਊਜ਼ ਨੇ, ਠੀਕ ਹੈ ਜੀ, ਇਹ ਜਿਹੜੀਆਂ ਨਿਕਲੀਆਂ ਸੀਗੀਆਂ 225 ਜਿਹੜਾ 125 ਦੇ ਵਿੱਚ ਅਗਰ 225 ਮਾਈਨਸ ਕਰਾਂਗੇ ਤਾਂ ਕਿੰਨਾ ਹੋਊਗਾ ਮਾਈਨਸ ਦੇ ਵਿੱਚ ਜਿਹੜਾ ਹੈਗਾ 100 ਆ ਗਿਆ। ਫਿਰ ਜਿਹੜਾ ਹੈਗਾ 225 ਨੂੰ 175 ਦੇ ਵਿੱਚ ਮਾਈਨਸ ਕਰਾਂਗੇ ਤਾਂ ਮਾਈਨਸ ਦੇ ਵਿੱਚ 50 ਆ ਗਿਆ। 225 ਨੂੰ ਜਿਹੜਾ ਹੈਗਾ 225 ਦੇ ਵਿੱਚ ਮਾਈਨਸ ਕੀਤਾ ਤਾਂ 0, 275 ਦੇ ਵਿੱਚ 225 ਨੂੰ ਗਿਆ ਤਾਂ 50, ਠੀਕ ਹੈ ਜੀ। ਤੇ 325 ਤੇ 225 ਦੇ ਵਿੱਚ ਜਿਹੜਾ ਹੈਗਾ ਵਾ 225 ਨੂੰ ਜਿਹੜਾ ਹੈਗਾ ਵਾ 325 ਦੇ ਵਿੱਚ ਘਟਾਇਆ ਤਾਂ 100 ਆ ਗਿਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਫਿਰ ਕਿਵੇਂ ਆਪਣਾ 400 ਆ ਗਿਆ। ਇਹ ਕਿਵੇਂ ਆਇਆ ਦੋਸਤੋ ਇੱਥੇ ਆਪਣਾ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਨਾ ਵਾ ਤੇ ਇਹਨੂੰ ਇਹਦੇ ਨਾਲ ਕਰਨਾ ਵਾ, ਠੀਕ ਹੈ। ਇਹਨੂੰ ਇਹਦੇ ਨਾਲ ਕੀਤਾ ਤਾਂ 0 ਆ ਗਿਆ, ਠੀਕ ਹੈ ਜੀ। 2 ਨੂੰ 5 ਨਾਲ 50 ਨਾਲ ਕੀਤਾ 100, 2 ਨੂੰ ਜਿਹੜਾ ਹੈਗਾ 100 ਨਾਲ ਕੀਤਾ 200। ਇਸੇ ਤਰ੍ਹਾਂ ਦੋਸਤੋ ਆਹ ਜਿਹੜਾ ਹੈਗਾ 4 ਨੂੰ ਜਿਹੜਾ ਹੈਗਾ ਵਾ 125 ਨਾਲ ਕੀਤਾ ਤਾਂ 4 ਨੂੰ 100 ਨਾਲ ਕੀਤਾ ਤਾਂ 400, 5 ਨੂੰ ਜਿਹੜਾ ਹੈਗਾ ਵਾ 50 ਨਾਲ ਕੀਤਾ ਤਾਂ ਜਿਹੜਾ ਹੈਗਾ 150, ਠੀਕ ਹੈ ਜੀ। ਇਸੇ ਤਰ੍ਹਾਂ ਦੋਸਤੋ ਫਿਰ ਜਿਹੜਾ ਹੈਗਾ ਕੀ ਕੀਤਾ ਉਹਨਾਂ ਨੇ ਮੱਧਮਾਨ ਦਾ ਜਿਹੜਾ ਹੈਗਾ ਇਹ ਫਾਰਮੂਲਾ ਲਾਇਆ, ਵੈਲਿਊਜ਼ ਜਿਹੜੀਆਂ ਇਸੇ ਇੱਥੇ ਕੱਢੀਆਂ ਸਨ ਉਹਨਾਂ ਨੇ ਵੈਲਿਊਜ਼ ਪੁੱਟ ਕੀਤੀਆਂ, ਠੀਕ ਹੈ ਜੀ। ਤਾਂ ਇੱਥੇ ਜਿਹੜਾ ਹੈਗਾ ਤੁਹਾਡਾ ਆਨਸਰ ਇੱਥੇ ਆ ਗਿਆ 211, ਠੀਕ ਹੈ ਜੀ। ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਇੱਥੇ ਪੂਰਾ। ਤਾਂ ਇਹ ਸੀਗਾ ਦੋਸਤੋ ਤੁਹਾਡੇ ਕਲਾਸ 10ਵੀਂ ਦਾ ਇੱਕ ਜਿਹੜਾ ਪੇਪਰ ਸੀਗਾ, ਠੀਕ ਹੈ ਜੀ। ਅਸੀਂ ਪੂਰਾ ਹੀ ਸੋਲਵ ਕਰਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਹਾਜ਼ਰ ਕਰ ਦਿੱਤਾ ਹੈ। ਆਹ ਸੀਗਾ ਤੁਹਾਡਾ ਜਮਾਤ 10ਵੀਂ ਦਾ ਇੱਕ ਪੇਪਰ, ਠੀਕ ਹੈ ਜੀ। ਤੇ ਹੁਣ ਸਾਡੇ ਕੋਲ ਇੱਕ ਹੋਰ ਵੀ ਪੇਪਰ ਪਿਆ ਵਾ, ਅਗਰ ਤੁਸੀਂ ਕਹੋਗੇ ਤਾਂ ਉਹ ਵੀ ਸੋਲਵ ਕਰ ਦਾਂਗੇ, ਤੁਹਾਨੂੰ ਦਿਖਾ ਦਿੰਨੇ। ਆ ਦੇਖੋ ਦੋਸਤੋ ਇੱਕ ਸਾਡੇ ਕੋਲ ਪ੍ਰੀ ਬੋਰਡ ਜਨਵਰੀ 2024 ਦਾ ਇੱਕ ਹੋਰ ਇਹ ਜਮਾਤ 10ਵੀਂ ਦਾ ਹੀ, ਠੀਕ ਹੈ ਜੀ, ਗਣਿਤ ਯਾਨੀ ਕਿ ਮੈਥ ਦਾ ਪੇਪਰ ਆ। ਇਹ ਵੀ ਕੁਐਸਚਨ ਪੇਪਰ ਵੈਰੀ ਇੰਪੋਰਟੈਂਟ ਆ। ਅਗਰ ਤੁਸੀਂ ਕਹੋਗੇ ਕਿ ਆਹ ਵਾਲਾ ਸੋਲਵ ਕਰਾਇਆ ਜਿਵੇਂ ਕਿ ਆਹ ਕਰਾਇਆ, ਤੁਹਾਨੂੰ ਹਰੇਕ ਪ੍ਰਸ਼ਨ ਦੇ ਆਨਸਰ ਲੱਭ ਕੇ, ਠੀਕ ਹੈ, ਸਮਝਾ ਕੇ, ਤਾਂ ਇਸੇ ਤਰ੍ਹਾਂ ਦੋਸਤੋ ਇਸ ਪ੍ਰਸ਼ਨ ਪੱਤਰ ਦਾ ਵੀ ਹੱਲ ਕਰ ਦਾਂਗੇ ਤੇ ਮੈਂ ਪਾਰਟ 2 ਬਣਾ ਦੂੰਗਾ। ਪਾਰਟ 2 ਦੇ ਵਿੱਚ ਆਹ ਵਾਲਾ ਜਿਹੜਾ ਪ੍ਰਸ਼ਨ ਪੱਤਰ ਆ ਇਸ ਨੂੰ ਵੀ ਸੋਲਵ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ। ਅਗਰ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਆਣਗੇ ਤਾਂ ਅਸੀਂ ਇਸ ਨੂੰ ਸੋਲਵ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿਆਂਗੇ। ਓਕੇ ਦੋਸਤੋ, ਚਲੋ ਠੀਕ ਹੈ ਜੀ। ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ। 22 ਤਰੀਕ ਨੂੰ ਤੁਹਾਡਾ ਪੇਪਰ ਹੈ, ਠੀਕ ਹੈ ਜੀ। ਤੇ ਜਿਹੜਾ 20 ਤਰੀਕ ਨੂੰ ਜਿਹੜਾ ਪੇਪਰ ਹੋਣਾ ਸੀਗਾ ਉਹ ਹੁਣ ਤੁਹਾਡਾ ਜਿਹੜਾ ਹੈਗਾ ਵਾ 29 ਨੂੰ ਹੋ ਰਿਹਾ ਵਾ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ। ਤਾਂ ਹੁਣ ਜਿਹੜਾ 22 ਦਿਨ ਸੋਮਵਾਰ ਨੂੰ ਤੁਹਾਡਾ ਪੇਪਰ ਹੈ ਤੇ ਬਾਕੀ ਹੁਣ ਪਤਾ ਨਹੀਂ ਕਹਿ ਰਿਹਾ ਕਿ ਛੁੱਟੀ ਵੀ ਪੈ ਸਕਦੀ ਆ, ਬਾਕੀ ਦੇਖੋ ਅਜੇ ਕੋਈ ਫਿਲਹਾਲ ਨੋਟੀਫਿਕੇਸ਼ਨ ਨਹੀਂ ਹੈ।